ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਜੀ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ। ਰੋਜ਼ ਖਬਰਾਂ ਨਵੀਆਂ ਆ ਜਾਂਦੀਆਂ, ਨਵੇਂ ਬਿਆਨ ਆ ਜਾਂਦੇ ਆ, ਨਵੀਆਂ ਗੱਲਾਂ ਆ ਜਾਂਦੀਆਂ। ਕੁਛ ਕੁ ਨੂੰ ਸੁਣ ਕੇ ਲੱਗਦਾ ਕਿ ਵਾਕਿਆ ਕੁਛ ਫਰਕ ਪੈਣ ਲੱਗਿਆ, ਕੁਛ ਕੁ ਨੂੰ ਸੁਣ ਕੇ ਲੱਗਦਾ ਵੀ ਹਾਂ ਇੱਦਾਂ ਹੋਣਾ ਹੀ ਸੀ। ਕੁਛ ਕੁ ਬਾਰੇ ਸੁਣ ਕੇ ਦੁੱਖ ਵੀ ਹੁੰਦਾ, ਕੁਛ ਕੁ ਬਾਰੇ ਲੱਗਦਾ ਵੀ ਹਾਂ ਚਲੋ ਕੋਈ ਨਾ ਕੋਈ ਆਸ ਵੱਝਦੀ ਹੈ। ਸੋ ਰੋਜ਼ ਰਲੀਆਂ ਮਿਲੀਆਂ ਖਬਰਾਂ, ਰਲੇ ਮਿਲੇ ਬਿਆਨ ਆਪ ਜੀ ਦੀ ਝੋਲੀ ਪਾ ਦਈਦੇ ਆ, ਕਿਉਂਕਿ ਸਾਡੀ ਝੋਲੀ ਲੀਡਰ ਪਾ ਦਿੰਦੇ ਆ। ਅੱਜ ਵੀ ਕਿਉਂਕਿ ਅਖਬਾਰਾਂ ਦੇ ਵਿੱਚ ਇੱਕ ਬੜਾ ਵੱਡਾ ਇਸ਼ਤਿਹਾਰ ਆ ਗਿਆ ਜੀ, ਉਹਦੇ 'ਤੇ ਵੀ ਚਰਚਾ ਕਰ ਲਵਾਂਗੇ, ਕਿਉਂਕਿ ਕਹਿੰਦੇ ਆ ਵੀ ਇਹ ਪੰਜਾਬ ਵਾਲਿਆਂ ਨੇ ਆਪਣਾ ਬਜਟ ਆਪ ਬਣਾਉਣਾ, ਉਹਦੇ 'ਤੇ ਵਿਰੋਧੀਆਂ ਦਾ ਕੀ ਐਕਸ਼ਨ ਹੈ ਜੀ, ਆਪਾਂ ਉਹਦਾ ਜ਼ਿਕਰ ਵੀ ਕਰ ਲਵਾਂਗੇ। ਸਿੱਧੂ ਸਾਹਿਬ ਬਾਰੇ ਵੀ ਕੁਛ ਕਿਹਾ ਗਿਆ ਸੀ, ਪਰ ਸਿੱਧੂ ਸਾਹਿਬ ਨੇ 2 ਲਾਈਨਾਂ 'ਚ ਕੁਛ ਕਿਹਾ, ਉਹਦਾ ਜ਼ਿਕਰ ਵੀ ਕਰਨਾ ਬਣਦਾ। ਕੁਛ ਹੋਰ ਖਬਰਾਂ ਨੇ, ਗੱਲਾਂ ਬਾਤਾਂ ਕਰ ਲਈ ਨਾਲੇ ਵੀਰ ਆਪਣੇ ਪਰਮੀਤ ਬਾਠ ਹੋਣੀ। ਉਹ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਰੇ। ਸਿਹਤਾਂ ਕਿੱਦਾਂ? ਸਿਹਤਾਂ ਆਨੰਦ 'ਚ ਨੇ ਜੀ। ਐਨ ਪਵਾਤਾ ਫਿਰ ਨਹੀਂ ਟਲੇ ਕੀ ਜੀ, ਮੀਂਹ? ਦੇਖੋ ਤਾਂ ਪੈਣਾ ਚਾਹੀਦਾ ਸੀ। ਕਣਕ ਬਹੁਤੀ ਵੱਢੀ ਗਈ ਆ, ਮੰਡੀਆਂ ਦੇ ਵਿੱਚ ਬੋਰੀਆਂ 'ਚ ਭਰੀ ਗਈ ਹੈ। ਮੈਨੂੰ ਲੱਗਦਾ ਕਿ ਜੇ ਛਿੱਟ ਛੋੜਾ 15 ਦਿਨ ਪਹਿਲਾਂ ਹੁੰਦਾ ਨੁਕਸਾਨ ਬਹੁਤਾ ਹੋਣਾ ਸੀ। ਹੁਣ ਤਾਂ ਬਹੁਤਿਆਂ ਨੇ ਮਹਾਰਾਜ ਦਾ ਸ਼ੁਕਰਾਨਾ ਹੀ ਕੀਤਾ ਹੋਣਾ। ਆਹ ਵੀ ਚਲੋ ਆਖਿਰਕਾਰ ਵਰਿਆ ਨਹੀਂ, ਬਹੁਤਿਆਂ ਨੇ ਕੀਤਾ, ਪਰ ਕਾਰਨ ਇਹ ਵੀ ਜੇ ਮੈਂ ਗਲਤ ਨਹੀਂ ਤਾਂ ਅੱਜ ਤਰੀਕ 5 ਹੋ ਗਈ ਉੱਥੇ। ਅੱਜ ਧਰਨਾ ਸੀ ਯਾਰ ਬੱਤੀ ਦਾ ਕਰਕੇ, ਤੇ ਬੱਤੀ ਦੀ ਉਧਰੋਂ ਖਪਤ ਘਟ ਗਈ ਕਹਿੰਦੇ। ਨਹੀਂ ਚਲੋ ਦੇਖੋ ਰੌਲਾ ਇਹ ਆ ਕਿ ਉਹ ਬੱਤੀ ਤੇ ਉਹਨਾਂ ਨੇ ਖਿੱਚ ਕੇ ਨਹੀਂ ਲਿਆਉਣੀ, ਸਗੋਂ ਧਰਨਾ ਠੰਡੇ ਠੰਡੇ ਲੱਗ ਜੂਗਾ, ਇੰਨਾ ਵਧੀਆ। ਇਹ ਫਾਇਦਾ ਹੋ ਗਿਆ ਥੋੜ੍ਹਾ ਜਿਹਾ, ਹੈ ਨਾ। ਮਤਲਬ ਬਹੁਤੀ ਗਰਮੀ ਨਹੀਂ ਹੈਗੀ, ਧਰਨਾ ਥੋੜ੍ਹਾ ਲੰਮਾ ਚੱਲ ਸਕਦਾ। ਨਹੀਂ ਤੇ ਜੇ ਗਰਮੀ ਤੰਗ ਕਰੇ ਤੇ ਫਿਰ ਬੰਦਾ ਸੋਚਦਾ ਚਲੋ ਕੋਈ ਨਹੀਂ ਲਵੇਟੋ ਦਰੀ ਯਾਰ, ਚੱਲੀਏ ਹੁਣ, ਬਾਕੀ ਫੇਰ ਕਰ ਲਾਂਗੇ। ਲੀਡਰ ਪੱਖਿਆਂ ਦੇ ਮੂਹਰੇ ਹੋ ਬਹਿੰਦੇ ਹੁੰਦੇ ਆ। ਦੇਖੋ ਮੇਰੇ ਵਰਗਾ ਬੰਦਾ ਪੱਖੇ ਦੇ ਮੂਹਰੇ ਬੈਠੇ ਤਾਂ ਚਲੋ ਉਹਦੇ ਇੱਧਰ ਦੀ ਵੀ ਹਵਾ ਨਿਕਲ ਜਾਣੇ, ਉੱਧਰ ਦੀ ਵੀ। ਇੱਕ ਚੰਗਾ ਤਕੜਾ ਲੀਡਰ ਪੱਖੇ ਮੂਹਰੇ ਬਹਿ ਜਾਵੇ ਤਾਂ ਹਵਾ ਨਹੀਂ ਕਿਸੇ ਨੂੰ ਆਉਣ ਦਿੰਦਾ। ਫਿਰ ਨਹੀਂ ਤੇ ਮੋਸਟਲੀ ਲੀਡਰ ਤਕੜੇ ਹੀ ਹੁੰਦੇ ਆ। ਕੋਈ ਮਾੜਾ ਲੀਡਰ ਵੇਖਿਆ ਤੁਸੀਂ ਕਦੀ? ਇਹ ਵਿੱਚ ਵਿਚਾਲੇ ਕੋਈ ਨਾ ਕੋਈ ਹੁੰਦਾ ਹੀ। ਉਹ ਅਜੇ ਫਿਰ ਮਤਲਬ ਉਸ ਰਾਹ ਤੇ ਹੁੰਦਾ ਨਾ ਵੀ ਮੈਂ ਵੀ ਲੀਡਰ ਬਣਾਂਗਾ, ਅਜੇ ਉਹਨੂੰ ਤਕੜਾ ਹੋਣਾ ਹੁੰਦਾ। ਹਾਂ, ਉਹ ਇੱਦਾਂ ਹੀ ਜਿੱਦਾਂ ਆਮ ਉਹ ਅੱਜ ਕੱਲ੍ਹ ਜਿਹੜੇ ਛੋਟੇ ਹਾਥੀ ਚੱਲਦੇ, ਉਹਦੇ ਪਿੱਛੇ ਡਾਲੇ ਤੇ ਕਈਆਂ ਲਿਖਾਇਆ ਹੁੰਦਾ ਕੋਈ ਗੱਲ ਨਹੀਂ ਫਿਕਰ ਨਾ ਕਰੋ, ਵੱਡਾ ਹੋ ਕੇ ਮੈਂ ਵੀ ਟਰੱਕ ਬਣਾਂਗਾ। ਉਹ ਉਸੇ ਦੌੜ 'ਚ ਹੁੰਦਾ ਵੀ ਮੈਂ ਬਣ ਜਾਣਾ ਟਰੱਕ। ਹਾਂ ਵੀ ਮੈਂ ਅੱਜ ਲੀਡਰ ਹਾਂ, ਮੈਂ ਤਕੜਾ ਲੀਡਰ ਬਣਾਂਗਾ, ਤਕੜਾ ਲੀਡਰ ਬਣਾਂਗਾ। ਪਰ ਚਲੋ ਕੋਈ ਨਹੀਂ, ਆਸ ਕਰਦੇ ਹਾਂ ਵੀ ਜੇ ਹੁਣ ਮੌਸਮ ਇਹ ਥੋੜ੍ਹਾ ਬਹੁਤ ਖੁਸ਼ਗਵਾਰ ਹੋਇਆ ਵੀ ਨੁਕਸਾਨ ਨਾ ਹੋਵੇ ਬਹੁਤਾ ਗਾਂ, ਜਿਹਦਾ ਵੀ ਕਿਸੇ ਨਾਲ ਹੋਣਾ ਵੀ ਇੰਨਾ ਵੀ ਇੱਕਦਮ ਜਿਹੜੀ ਠਾਹ ਗਰਮੀ ਸੀ ਉਹ ਗੱਲ ਠੀਕ ਨਹੀਂ ਹੈ। ਕੋਈ 44 45 ਦੇ ਫਿਰ ਮਤਲਬ ਜ਼ਿਆਦਾ ਧੱਕਾ ਹੀ ਹੋ ਜਾਂਦਾ ਨਾ। ਹਾਂ ਵੀ 30 32 35 ਵਾਲਾ ਕੰਮ ਤੇ ਵੀ ਚਲੋ ਵੀ ਠੀਕ ਹੈ, ਵੀ ਥੋੜ੍ਹਾ ਥੋੜ੍ਹਾ ਬੰਦੇ ਨੂੰ ਬੰਦਾ ਨਾ ਮਤਲਬ ਗੇਅਰ ਜਿਹਾ ਪਾਉਂਦਾ ਵੀ ਨਹੀਂ ਵੀ ਗਰਮੀਆਂ ਲੱਗਦੀਆਂ ਆ ਗਈਆਂ ਵੀ ਗਰਮੀਆਂ ਆ ਗਈਆਂ, ਹੈ ਨਾ। ਸਾਹ ਆਉਂਦਾ ਰਹਿਣਾ ਚਾਹੀਦਾ। ਜਦੋਂ ਸਾਹ ਔਖਾ ਆਉਣ ਲੱਗ ਪਏ ਕਿ ਬੰਦਾ ਆਪਣੇ ਵਿਹੜੇ ਦੇ ਵਿੱਚ ਤੁਰਨ ਲੱਗਾ ਵੀ ਡਰੇ ਕਿ ਭਾਈ ਧੁੱਪ 'ਚ ਜਾਣਾ ਪੈਣਾ। ਹੁਣ ਤਾਂ ਚਲੋ ਟੂਟੀਆਂ ਲੱਗ ਗਈਆਂ ਬਹੁਤੇ ਘਰਾਂ ਦੇ ਵਿੱਚ। ਅੱਗੇ ਸੰਧਾਲੀਆ ਸਾਹਿਬ ਜੇ ਦੁਪਹਿਰੇ ਦਿਨ ਦੇ ਕੋਈ ਪ੍ਰਾਹੁਣਾ ਆ ਜਾਣਾ ਤੇ ਜੇ ਫਰਿੱਜ ਦੇ ਵਿੱਚ ਜਾਂ ਘੜੇ 'ਚ ਪਾਣੀ ਨਾ ਹੋਣਾ ਤੇ ਕਹਿਣਾ ਤਾਜ਼ਾ ਪਾਣੀ ਚਾਹੀਦਾ, ਤੇ ਨਲਕੇ ਦਾ ਹੈਂਡਲ ਸੜਿਆ ਹੁੰਦਾ ਸੀ, ਉਹਦੇ ਉੱਪਰ ਕੱਪੜਾ ਕਦੀ ਚੁੰਨੀ ਕਦੀ ਤੌਲੀਆ ਰੱਖ ਕੇ, ਤੇ ਜੇ ਕਿਤੇ ਮਾੜਾ ਮੋਟਾ ਲੱਗ ਜਾਣਾ ਲਾਲ ਹੋ ਜਾਣਾ। ਉਹਦਾ ਹੱਲ ਹੁੰਦਾ ਹੈ। ਮੈਨੂੰ ਯਾਦ ਆ ਗਿਆ ਜਮਾਂ ਮੇਰੇ ਕਹਿੰਦੇ ਜੱਗ 'ਚ ਜੇ ਮੰਨ ਲਓ ਪਾਣੀ ਲੈਣ ਜਾਣਾ, ਪਹਿਲਾਂ ਉੱਪਰ ਪਾਉਣਾ ਨਾ, ਪਹਿਲਾਂ ਤੇ ਜੱਗ ਨੂੰ ਉਹਦੇ ਤੇ ਚੜਾਉਣਾ, ਜੱਗ ਨੂੰ ਹੱਥੀ ਤੇ ਚੜਾਉਣਾ, ਉਹਨੂੰ ਗੇੜਨਾ। ਜਦੋਂ ਵੇਖਿਆ ਵੀ ਉਹ ਥੋੜ੍ਹਾ ਜਿਹਾ ਹੋ ਗਿਆ, ਫਿਰ ਹਾਂ ਉਹ ਤੇ ਥੋੜ੍ਹਾ ਜਿਹਾ ਹੱਥਾਂ ਨਾਲ ਪਾ ਕੇ ਫਿਰ ਉੱਤੋਂ ਗੇੜ ਕੇ ਥੋੜ੍ਹਾ ਜੱਗ ਭਰ ਕੇ ਫਿਰ ਪਹਿਲਾਂ ਹੱਥੀ ਠੰਡੀ ਕਰਕੇ ਫਿਰ ਵੀ ਹੁਣ ਥੋੜ੍ਹਾ ਜਿਹਾ ਹੋਇਆ ਹੀ। ਮਤਲਬ ਕਹਿਣ ਤੋਂ ਭਾਵੇਂ ਵੀ ਪਹਿਲਾਂ 2-3 ਜੱਗ ਨਾਲ ਤੇ ਨਲਕਾ ਨਹਾਉਣਾ ਪੈਂਦਾ ਹੁੰਦਾ ਸੀ ਤੇ ਫਿਰ ਪਾਣੀ ਆਉਣਾ। ਉਹ ਵੈਸੇ ਨਾ ਜੱਗ ਜਾਂ ਕੋਈ ਵੀ ਚੀਜ਼ ਉਹਦੇ ਵਿੱਚ ਪਾ ਕੇ ਗੇੜਨੀ ਬਹੁਤ ਧਿਆਨ ਨਾਲ ਪੈਂਦੀ। ਕਿ ਯਾਰੀ ਜੱਗ ਇੱਧਰ ਆਉਂਦਾ ਤਾਂ ਨਲਕਾ ਮੂੰਹ ਤੇ ਹੁੰਦਾ ਸੀ। ਤੇ ਸੰਧਾਲੀਆ ਸਾਹਿਬ ਆਮ ਹੀ ਹੁੰਦਾ ਸੀ, ਪਾਣੀ ਜਦੋਂ ਠੰਡਾ ਨਿਕਲੇ ਆਉਣਾ, ਇੱਕ ਜੱਗ ਫਿਰ ਮੂੰਹ ਤੇ ਵੀ ਪਾ ਲੈਣਾ, ਕਈਆਂ ਨੇ ਤੇ ਸਿਰ ਤੇ ਵੀ ਗਿੱਲਾ ਕਰ ਲੈਣਾ, ਫਿਰ ਜੱਗ ਭਰਨਾ, ਮੂੰਹ ਵਿੱਚ ਆਉਂਦਾ ਆਉਣਾ, ਜੱਗ ਵਿੱਚ ਆਉਂਦਾ ਆਉਣਾ। ਤੇ ਨਹੀਂ ਇਹ ਕੰਮ ਜੇ ਮੰਨ ਲਓ ਕੰਮ ਕਰਦਿਆਂ ਕਰ ਲਿਆ ਹੋਵੇ ਤੇ ਜੇ ਕਿਤੇ ਮਾਤਾ ਵੇਖ ਲੇ ਫਿਰ ਦੂਰੋਂ ਇੱਕ ਬਿਆਨ ਜ਼ਰੂਰ ਆਉਣਾ ਵੀ ਤੂੰ ਠੰਡੇ ਤੱਤੇ ਹੋਣਾ ਹੀ ਹੁੰਦਾ। ਤੈਨੂੰ 20 ਵਾਰ ਆਖਿਆ ਵੀ ਨਹੀਂ ਏਦਾਂ ਪਾਈ ਦੇ ਸਿਰ 'ਚ ਜਾਣਾ। ਪਰ ਚਲੋ ਇਹ ਨਾ ਤੇ ਹੁਣ ਕਹਿੰਦੇ ਬਹੁਤੇ ਨਲਕੇ ਰਹਿ ਗਏ, ਨਾ ਉਹੋ ਜਿਹੀ ਗਰਮੀ ਰਹਿ ਗਈ, ਤੇ ਨਾ ਹੁਣ ਕੱਲੇ ਪਾਣੀ ਨਾਲ ਸਰਦੇ। ਅਗਲਾ ਕਹਿੰਦਾ ਯਾਰ ਹੁਣ ਕੱਲਾ ਫੋਕਾ ਪਾਣੀ ਪਿਆਉਂਗੀ, ਕੋਈ ਬੱਤਾ ਬੁੱਤਾ ਲੈ ਆਓ। ਸੰਧਾਲੀਆ ਸਾਹਿਬ ਨੂੰ ਚੇਤਾ ਆਉਂਦਾ ਕਿ ਜਦੋਂ ਹੈਂਡਲ ਮਾਰਨੇ 3 ਹੈਂਡਲ ਮਾਰ ਕੇ ਮਾੜੇ ਹੱਥ ਤੱਤਾ, ਫਿਰ ਕਰਨਾ, ਫਿਰ ਕੋਸਾ, ਫਿਰ ਕਰਨਾ, ਹੁਣ ਕੁਛ ਠੀਕ ਹੈ, ਫਿਰ 3 ਹੈਂਡਲ ਜ਼ੋਰ ਨਾਲ ਮਾਰ ਕੇ ਹੁਣ ਠੰਡਾ। ਇੱਕ ਹੋਰ ਚੀਜ਼ ਹੁੰਦੀ ਉਦੋਂ ਕੀ ਆ ਕਿ ਨਲਕੇ ਕਿਉਂਕਿ ਅਲੱਗ-ਅਲੱਗ ਤੱਗਾਂ ਜਾਂ ਨਹੀਂ ਲੱਗੇ ਹੁੰਦੇ ਵੀ ਆਹ ਫਲਾਣੇ ਤੱਗ 'ਤੇ ਆ ਜੀ, ਆਹ ਥੋੜ੍ਹਾ ਡੂੰਘਾ, ਆਹ ਥੋੜ੍ਹਾ ਨਹਿਰ ਕੰਢੇ ਆ, ਆਹ ਫਲਾਣੇ ਥਾਂ 'ਤੇ ਆ। ਨਲਕੇ ਦੇ ਪਾਣੀ ਦੇ ਟੈਂਪਰੇਚਰ 'ਚ ਵੀ ਫਰਕ ਹੁੰਦਾ ਵੀ ਯਾਰ ਫਲਾਣੇ ਨਲਕੇ ਦਾ ਪਾਣੀ ਉਹ 'ਤੇ ਠੰਡ ਲਾਉਣ ਲਾ ਦਿੰਦਾ, ਵੇਖ ਉਹ ਨਹਾ ਨਹੀਂ ਸਕਦੇ ਸਾਰੇ ਤੁਸੀਂ। ਫਲਾਨਾ ਯਾਰ ਉਹ ਨਾ ਮਿੱਠਾ ਨਹੀਂ ਪਾਣੀ, ਉਹ ਤੇਹ ਨਹੀਂ ਲੈਂਦੀ ਉਹਦੇ ਨਾਲ, ਤੁਸੀਂ ਪੀ ਵੀ ਲਓ ਭਾਵੇਂ। ਬਈ ਫਲਾਨਾ ਨਲਕਾ ਉਹ ਹੋ ਵੀ ਉਹਦਾ ਤੇ ਪਾਣੀ ਕਿਤੇ ਨਜ਼ਾਰਾ ਹੀ ਆ। ਹੋ ਸਕਦਾ ਮਤਲਬ ਆਪਣੀਆਂ ਗੱਲਾਂ ਸੁਣ ਕੇ ਕਈਆਂ ਨੂੰ ਆਪੋ ਆਪਣੇ ਨਲਕੇ ਯਾਦ ਆ ਗਏ ਹੁਣ ਵੀ ਯਾਰ ਸਾਡੇ ਖੂਹ 'ਤੇ ਹੁੰਦਾ ਸੀ, ਸਾਡੇ ਤਾਏ ਹੋਣ ਨਾਲ ਹੁੰਦਾ ਸੀ, ਜਾਂ ਸਾਡੀ ਹਵੇਲੀ 'ਚ ਹੁੰਦਾ ਸੀ, ਜਾਂ ਸਾਡੇ ਘਰੇ ਹੁੰਦਾ ਸੀ ਨਲਕਾ। ਸੋ ਉਹ ਦੇਖੋ
ਅੱਜ ਦੀ ਡੇਟ 'ਚ ਉਹ ਨਲਕਾ ਜ਼ਰੂਰ ਯਾਦ ਹੋਊਗਾ ਵੀ ਕਿਹੜੇ ਨਲਕੇ ਦਾ ਪਾਣੀ ਠੰਡਾ ਸੀ, ਕਿਹਦਾ ਖਾਰਾ ਸੀ, ਕਿਹਦਾ ਕੋਸਾ ਹੈ। ਨਹੀਂ ਬਿਲਕੁਲ, ਤੇ ਸੰਧਾਲੀਆ ਸਾਹਿਬ ਕਈ ਵਾਰੀ ਕਿਉਂਕਿ ਹੁਣ ਜਦੋਂ ਨਲਕੇ ਗੇੜਨ ਵਾਲੀ ਗੱਲ ਹੈ, ਹੁਣ ਤਾਂ ਚੇਤਾ ਹੀ ਭੁੱਲ ਗਿਆ ਨਾ ਕਿ ਪ੍ਰਕਿਰਿਆ ਵੀ ਹੁੰਦੀ ਸੀ ਉਹ। ਤੁਸੀਂ ਇਹ ਦੇਖੋ ਕਿ ਹੁਣ ਤਾਂ ਬੰਦਾ ਵਾਸ਼ਰੂਮ ਜਾਂਦਾ, ਟੂਟੀ ਚਲਾਈ, ਪਾਣੀ ਭਰ ਗਿਆ, ਜਾਣੀ ਇਸ ਗੱਲ ਦਾ ਕੋਈ ਹੁੰਦਾ ਹੀ ਨਹੀਂਗਾ ਵੀ ਜਾਣੀ ਉਹ ਪ੍ਰੋਸੈਸ ਖਤਮ ਹੋ ਗਿਆ, ਪਾਣੀ ਨਹੀਂ ਆਊਗਾ। ਉਦੋਂ ਪੱਕੀ ਗੱਲ ਹੁੰਦੀ ਸੀ, ਪਹਿਲਾਂ ਪਾਣੀ ਭਰ ਲੈਣਾ, ਪਹਿਲਾਂ ਪਾਣੀ ਭਰਨਾ ਨਹਾਉਣ ਲਈ, ਬਾਲਟਾ ਚੱਕ ਕੇ ਅੰਦਰ ਰੱਖਣਾ, ਕਦੀ ਮੱਗ ਰਹਿ ਜਾਣਾ, ਤੇ ਜੇ ਮੱਗ ਰਹਿ ਗਿਆ ਕਦੇ ਕਦੇ ਹੁਣ ਉਹੋ ਹੀ ਇੱਕ ਸਾਬਣਦਾਨੀ 'ਚ ਸਾਬਣ ਹੁੰਦਾ ਸੀ, ਉਹੀ ਗੇਰੀ ਬਾਹਰ ਰੱਖਣਾ, ਉਹੀ ਗੇਰੀ ਅੰਦਰ ਰੱਖਣਾ, ਫਿਰ ਗੇਰੀ ਸਾਬਣ ਰਹਿ ਜਾਣਾ। ਨਹਾ ਕੇ ਅਕਸਰ ਹੀ ਹੁੰਦਾ ਸੀ, ਗੁਆਂਢੀਆਂ ਨੂੰ ਸੁਣਦਾ ਹੁੰਦਾ ਉਹ ਤੌਲੀਆ ਮੰਗੀ ਜਾਂਦਾ, ਇਹਨੂੰ ਤੌਲੀਆ ਫੜਾ ਦਿਓ, ਅੱਧਾ ਘੰਟਾ ਹੋ ਗਿਆ ਵਾਸ਼ਰੂਮ ਦੇ ਵਿੱਚ ਹੀ ਆ। ਗੁਆਂਢੀ ਗੇਰੇ ਦੱਸਣ ਆਉਂਦੇ ਹੁੰਦੇ ਵੀ ਤੁਹਾਨੂੰ ਅੰਦਰ ਬੈਠੇ ਸੁਣਦਾ ਨਹੀਂ। ਨਹੀਂ ਇਹ ਤਾਂ ਗੱਲ ਹੈਗੀ। ਦੇਖੋ ਕਾਰਨ ਇਹ ਆ ਵੀ ਜੇ ਆਪਾਂ ਪਿਛਲੇ ਪੰਜਾਬ 'ਚ ਜਾ ਵੜੀਏ, ਫਿਰ ਆਪਾਂ ਦੇਖੋ ਵੀ ਆਪਾਂ ਲੱਗਦਾ ਵਿਹੜਾ ਕੱਚਾ, ਮੀਂਹ ਕਣੀ 'ਚ ਨਾ ਚਿੱਕੜ ਹੋ ਜਾਂਦਾ ਜੀ, ਤੇ ਮੀਂਹ ਕਿਹੜੇ ਉੱਥੇ 365 ਦਿਨ ਪੈਂਦਾ। ਮੀਂਹ ਪੈਣਾ ਕਿਤੇ ਹਾਰਡਲੀ ਕਿਤੇ ਇੱਕ ਵਾਰਾਂ 10 ਦਿਨ, ਕਿਤੇ 15 ਦਿਨ, ਕਿਤੇ 20 ਦਿਨ, ਹੈ ਨਾ ਵੀ ਪੂਰੇ ਆਪਾਂ ਸਾਲ ਦਾ ਹਿਸਾਬ ਦਾ ਲਾ ਲਈ ਤੇ ਮਹੀਨਾ ਇੱਕ ਲੋੜ ਪੈਂਦੀ ਹੋਊਗੀ ਵੀ ਯਾਰ ਵਿਹੜਾ ਗਿੱਲਾ ਹੋ ਗਿਆ। ਪਰ ਉਹਦਾ ਕਰਕੇ ਆਪਾਂ ਟਾਈਲਾਂ ਲਾ ਲਈਆਂ। ਹਾਂ ਟਾਈਲਾਂ 4-5 ਮਹੀਨੇ ਤਪਦੀਆਂ ਮੁੜ ਕੇ, ਉਹ ਤੇਰਾ ਭਲਾ ਜੇ ਬਾਹਰ ਮਤਲਬ ਆਪਾਂ ਉਸ ਪਾਸੇ ਨੂੰ ਤੁਰ ਪਏ। ਹੁਣ ਜੇ ਆਪਾਂ ਇਸ ਚੀਜ਼ ਦੀ ਗੱਲ ਕਰ ਲਈਏ ਵੀ ਨਲਕਾ ਨੇ ਇੰਨੇ ਗੇੜਨਾ ਪੈਂਦਾ, ਉਹ ਨਹੀਂ ਉੱਤੇ ਮੋਟਰ ਲਾਈ, ਉਹ ਕੜਾਚ ਵੱਜਦੀ, ਉਹ ਫਲਾਨਿਆਂ ਲਵਾਈ ਇਹ ਵਧੀਆ ਮੋਟਰ, ਗੂੰ ਕਰਕੇ ਆਵਾਜ਼ ਜੀ ਆਉਂਦੀ ਹੈ ਬਸ, ਤੇ ਨਾਲ ਹੀ ਕਹਿੰਦੇ ਵੀ ਪਾਣੀ ਠੰਡਾ। ਹੌਲੀ ਹੌਲੀ ਕਦੋਂ ਆਪਾਂ ਨਲਕੇ ਪਟਾ ਕੇ ਮੋਟਰਾਂ ਤੇ ਆ ਗਏ, ਮੋਟਰਾਂ ਮੁੜ ਕੇ ਮੱਛੀ ਮੋਟਰਾਂ ਲੱਗ ਗਈਆਂ, ਹੁਣ ਮੋਟਰ ਵੀ ਨਹੀਂ ਲੱਭਦੀ, ਪਤਾ ਵੀ ਨਹੀਂ ਲੱਗਦਾ, ਬਸ ਇੱਕ ਥਾਂ ਤੋਂ ਸੁੱਚ ਛੱਡੋ ਦੂਜੀ ਥਾਂ ਤੋਂ ਟੂਟੀ ਚੱਲਦੀ ਹੈ। ਤੇ ਹੁਣ ਆਪਾਂ ਇਹ ਵੀ ਕਹਿਣ ਲੱਗ ਪਏ ਵੀ ਪਤਾ ਨਹੀਂ ਪਾਣੀ ਮੁੱਕ ਚੱਲਿਆ, ਕਰੀਏ ਕੀ। ਤੁਸੀਂ ਇਹ ਦੇਖੋ ਕਿ ਜਿਹੜੇ ਘਰੇ ਬੋਰ ਕਰਾਏ ਆ, ਕਹਿੰਦੇ ਉਹਨਾਂ ਦਾ ਨਹੀਂ ਪਾਣੀ ਪੀਣ ਵਾਲਾ, ਸਰਕਾਰੀ ਟੂਟੀ ਡੂੰਘੇ ਥਾਂ ਤੋਂ ਪਾਣੀ ਆਉਂਦਾ, ਉਹਦਾ ਪਾਣੀ ਪੀਣਾ, ਯਾਨੀ ਬਾਕੀ ਚੀਜ਼ਾਂ ਲਈ ਅਸੀਂ ਬਾਕੀ ਵਰਤੀ ਜਾਈਏ। ਹਾਂ ਉਹ ਵੱਖਰੀ ਗੱਲ ਹੈ ਕਿ ਸਰਕਾਰੀ ਟੂਟੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਜਿਹੜੇ ਬੰਦ ਨਹੀਂ ਕਰਨੀ ਆਪਾਂ, ਬਿਲਕੁਲ ਨਹੀਂ ਬੰਦ ਕਰਨੀ ਆਪਾਂ। ਘਰ ਦੇ ਵਿੱਚ 10 ਲੱਖ ਦਾ ਪੱਥਰ ਲਵਾ ਲੈਣਾ ਹੀ, ਜੇ ਟੂਟੀ ਖਰਾਬ ਹੋ ਗਈ 50 ਰੁਪਈਆਂ ਦੀ ਟੂਟੀ ਨਹੀਂ ਲਵਾਉਣੀ ਚਾਹੁੰਦੀ ਨੇ, ਕੋਈ ਨਹੀਂ, ਸਰਕਾਰੀ ਪਾਣੀ ਹੈ ਉਹ, ਪਾਣੀ ਸਰਕਾਰੀ ਨਹੀਂ ਭਾਈ, ਸਾਡੇ ਵਿਹੜੇ ਦੇ ਥੱਲੇ ਵਾਲਾ ਹੀ ਪਾਣੀ ਹੈ। ਇੱਕ ਸੰਧਾਲੀਆ ਸਾਹਿਬ ਜਦੋਂ ਤੁਸੀਂ ਟੈਲਾਂ ਦੀ ਗੱਲ ਕੀਤੀ ਨਾ, ਕਿਸੇ ਨੇ ਪੱਥਰ ਲਵਾ ਲੈਣਾ, ਕਿਸੇ ਨੇ ਟੈਲਾਂ, ਵਾਸ਼ਰੂਮ ਦੇ ਵਿੱਚ ਸਭ ਤੋਂ ਪਹਿਲਾਂ ਟੈਲਾਂ ਲੱਗੀਆਂ, ਸਾਫ਼ ਛੇਤੀ ਹੋ ਜਾਂਦਾ, ਧੋ ਹੋ ਜਾਂਦਾ ਹੀ ਨਾ, ਜਾਣੀ ਛੇਤੀ ਨਿਖਰ ਜਾਂਦਾ ਹੀ। ਮੈਨੂੰ ਲੱਗਦਾ ਕਿ ਸਾਰੇ ਹੀ ਜਾਣੇ ਕਿਤੇ ਨਾ ਕਿਤੇ ਵਾਸ਼ਰੂਮ 'ਚ ਬੋਕਾ ਡਿੱਗੇ ਹੋਣੇ ਆ, ਕੋਈ ਥੋੜਾ ਕੋਈ ਬਹੁਤਾ, ਕਿਸੇ ਦੀ ਪੈਰ ਤਿਲਕ ਗਿਆ, ਕੋਈ ਉੱਠਣ ਲੱਗਾ ਨਹਾ ਕੇ, ਕੋਈ ਕਿਸੇ ਤਰੀਕੇ, ਜਾਣੀ ਕੌਣ ਵਾਸ਼ਰੂਮ ਦੇ ਵਿੱਚ ਡਿੱਗਿਆ ਜਾਂ ਬਾਹਰ ਟੈਲਾਂ ਪੱਥਰ ਲੱਗਾ ਉੱਥੇ ਡਿੱਗਿਆ। ਜੇ ਮੰਨ ਲਓ ਡਿੱਗਣੋਂ ਬਚ ਗਿਆ, ਟੂਟੀ ਨਾਲ ਜਾਂ ਨਲਕੇ ਦੇ ਹੈਂਡਲ ਨਾਲ ਸਿਰ ਕਿਨੇ ਬਣਾਇਆ, ਮੱਥੇ ਤੇ ਲੱਗ ਗਿਆ, ਪਿੱਠ ਤੇ ਲੱਗ ਗਿਆ, ਉੱਠਣ ਲੱਗੇ, ਉਹ ਤਾਂ ਪੱਕਾ ਹੀ ਆ ਨਾ। ਅੱਛਾ ਇੱਕ ਗੱਲ ਆ ਵੀ ਇਹ ਕੰਮ ਜਦੋਂ ਕਿਤੇ ਹੋ ਜਾਣਾ ਨਾ, ਉਦੋਂ ਜਿਹੜੀ ਸਭ ਤੋਂ ਪਹਿਲੀ ਗਾਲ ਨਿਕਲਦੀ, ਉਹ ਨਿਕਲਦੀ ਵਿਚਾਰੇ ਮਿਸਤਰੀ ਨੂੰ। ਹਾਲਾਂਕਿ ਕਸੂਰ ਉਹਦਾ ਕੋਈ ਨਹੀਂ, ਚੀਜ਼ ਤੁਸੀਂ ਲਿਆਂਦੀ, ਲਵਾਈ ਤੁਸੀਂ, ਬਣਾਈ ਤੁਸੀਂ, ਖਿਆਲ ਤੁਸੀਂ ਰੱਖਣਾ। ਇਹਨੇ ਨਾ ਇਹਦੇ ਕੋਲ ਲੈਵਲ ਹੀ ਨਹੀਂ ਬਣਿਆ। ਇਹ ਵੇਖ ਲਾ ਪਾਣੀ ਨਿਕਲਦਾ ਨਹੀਂ, ਪਾਣੀ ਇਕੱਠਾ ਉੱਥੇ ਪਣਾ ਜਿਹਾ ਜੰਮਿਆ। ਹੁਣ ਕਾਰਨ ਆ ਵੀ ਅਗਲਾ ਬੰਦਾ ਲਾ ਗਿਆ ਟੈਲਾਂ, ਉਹਨੇ ਪਾਣੀ ਥੋੜਾ ਕੱਢਣਾ ਆਉਣਾ ਯਾਰ ਤੁਹਾਡਾ, ਉਹ ਤਾਂ ਤੁਸੀਂ ਆਹ ਵੀ ਕੱਢਣਾ ਨਹੀਂ, ਸਾਫ਼ ਤਾਂ ਆਹ ਵੀ ਕਰਨਾ ਪੈਣਾ। ਨਹੀਂ ਉਹ ਬਹੁਤ ਜ਼ਰੂਰੀ ਆ। ਦੇਖੋ ਕਈ ਵਾਰੀ ਟੂਟੀ ਚੋਂਦੀ ਰਹਿੰਦੀ, ਤੁਪਕ ਹੈ ਨਾ, ਉਹ ਥੱਲੇ ਰੱਖਿਆ, ਜੇ ਤਾਂ ਡੱਬਾ ਰੱਖ ਦਿੱਤਾ, ਡੱਬੇ ਜਮ੍ਹਾਂ ਹੋ ਗਿਆ, ਹੌਲੀ ਹੌਲੀ ਨਹੀਂ ਤਾਂ ਹਰਿਆਈ ਜੰਮ ਜਾਂਦੀ, ਤਾਂ ਬੰਦਾ ਪਤਾ ਨਹੀਂ ਲੱਗਦਾ ਕਦੋਂ ਫਿਰ ਪੈਰ ਚੱਕ ਹੋ ਜਾਂਦੇ ਆ। ਚਲੋ ਆਪਾਂ ਕਿੱਥੋਂ ਸ਼ੁਰੂ ਹੋ ਗਏ, ਕਿੱਧਰ ਨੂੰ ਤੁਰ ਪਏ। ਚਲੋ ਜੀ ਮੈਨੂੰ ਲੱਗਦਾ ਵੀ ਆਪਾਂ ਸਾਂਭਣ ਸੰਭਾਲਣ ਵਾਲੀਆਂ ਜਾਂ ਖਿਆਲ ਰੱਖਣ ਵਾਲੀਆਂ ਗੱਲਾਂ ਜੇ ਕਰ ਹੀ ਲਈਆਂ, ਇੱਕ ਆ ਬਟਾਲੇ ਲਾਗੇ ਜਿਹੜੀ ਘਟਨਾ ਵਾਪਰੀ ਆ ਬੜੀ ਮਾੜੀ, ਕਿ ਦੇਖੋ ਕਾਰਨ ਇਹ ਆ ਵੀ ਹਰ ਵਾਰ ਆਪਾਂ ਨੂੰ ਕਿਹਾ ਜਾਂਦਾ ਵੀ ਆਪਾਂ ਨਾ ਨਾੜ ਨੂੰ ਅੱਗ ਲਾਈਏ ਯਾਰ। ਉਹ ਜਿਹੜੀ ਨਾੜ ਨੂੰ ਅੱਗ ਲੱਗੀ, ਉਹਦੇ 'ਚ ਦੇਖੋ ਸਕੂਲ ਬੱਸ ਆਉਂਦੀ ਫਸਦੀ ਆ, ਕਾਫੀ ਵੱਡੀ ਗਿਣਤੀ 'ਚ ਜਵਾਕ ਆ, ਵੱਡੇ ਵੀ ਨਿੱਕੇ ਵੀ। ਹੁਣ ਉਹ ਬੱਸ ਉੱਥੇ ਪਲਟ ਜਾਂਦੀ ਆ, ਫਿਰ ਉੱਥੇ ਚਲੋ ਲੋਕਾਂ ਨੇ ਆਪਣੇ ਵੱਲੋਂ ਜ਼ੋਰ ਲਾ ਕੇ ਸ਼ੀਸ਼ੇ ਸ਼ੂਸ਼ੇ ਭੰਨ ਕੇ ਜਵਾਕ ਤਾਂ ਕੱਢ ਲਏ, 5-7 ਜਵਾਕ ਕਹਿੰਦੇ ਵਿਚਾਰੇ ਸੜ ਵੀ ਗਏ ਉਹਦੇ ਵਿੱਚ, ਹੈ ਨਾ, ਪਰ ਚਲੋ ਉਹ ਠੀਕ ਹੋ ਜਾਣਗੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਸਵਾਲ ਇਹ ਆ ਵੀ ਜਦੋਂ ਇਹ ਸਾਰਾ ਕੁਝ ਆਪਾਂ ਨੂੰ ਪਤਾ ਵੀ ਯਾਰ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ, ਫਿਰ ਵੀ ਆਪਾਂ ਪਤਾ ਨਹੀਂ ਕਿਉਂ ਮਤਲਬ ਉਸੇ ਰਾਹ 'ਤੇ ਤੁਰੇ ਜਾਂਦੇ ਹਾਂ। ਹੁਣ ਹਾਲਾਂਕਿ ਸਾਲ ਸਵਾ ਸਾਲ ਦੇਖੋ ਖੇਤੀ ਅੰਦੋਲਨ ਚੱਲ ਰਿਹਾ, ਆਪਾਂ ਗੱਲ ਕੀਤੀ ਕਿਸਾਨਾਂ ਦੀ ਵੀ ਇੱਥੇ ਦੁਖੀ ਹੈ ਜੀ। ਹੁਣ ਜੇ ਆਪਾਂ ਆਹ ਗੱਲ ਆਉਂਦੇ ਵੀ ਯਾਰ ਆਹ ਚੀਜ਼ ਠੀਕ ਨਹੀਂ, ਤੇ ਹੋ ਸਕਦਾ ਹੁਣੇ ਟਿੱਪਣੀਆਂ ਆ ਜਾਣਾ, ਆਹੋ ਤੁਹਾਨੂੰ ਗੱਲਾਂ ਆਉਂਦੀਆਂ, ਅਸੀਂ ਹੁਣ ਆਪਣੇ ਨਾੜ ਦਾ ਕੀ ਕਰੀਏ, ਵੀ ਕਰਨਾ ਤੇ ਪੈਣਾ। ਕਿਉਂਕਿ ਉਹ ਜਿਹੜੇ ਬੱਸ 'ਚ ਜਵਾਕ ਜਾਂਦੇ ਸੀ ਉਹ ਮੰਗਲ ਗ੍ਰਹਿ ਤੋਂ ਨਹੀਂ ਆਏ ਸੀ ਵੀ ਗਾਂ ਉਹਨਾਂ ਨੇ ਸ਼ੁੱਕਰ ਗ੍ਰਹਿ ਵੱਲ ਨੂੰ ਜਾਣਾ ਹੈ, ਕੁਦਰਤੀ ਬੱਸ ਇੱਧਰ ਦੀ ਕੱਢੀ ਬਟਾਲੇ ਵਾਲੀ, ਹੈ ਤੇ ਆਪਣੇ ਪਿੰਡਾਂ ਦੇ। ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਸਾਨੂੰ ਥੋੜ੍ਹਾ ਜਿਹਾ ਖੁੱਲ੍ਹੇ ਦਿਲ ਨਾਲ ਸੋਚਣਾ ਪਊਗਾ। ਬਹੁਤ ਸਾਰੇ ਸੱਜਣ ਕਹਿਣਗੇ ਤੁਸੀਂ ਕਿਸਾਨਾਂ ਦੇ ਖਿਲਾਫ ਨਹੀਂ ਬੋਲਦੇ, ਕਿਸਾਨ ਕਹਿਣਗੇ ਜੀ ਤੁਹਾਨੂੰ ਮਜਬੂਰੀ ਦਾ ਨਹੀਂ ਪਤਾ। ਪਰ ਸਾਨੂੰ ਇੱਕ ਗੱਲ ਪੱਕੀ ਪਤਾ ਕਿ 7 ਨਿਆਣੇ ਜਿਹੜੇ ਘਰੋਂ ਚਾਈ ਤਿਆਰ ਕਰਕੇ ਭੇਜੇ ਸੀ ਕਿ ਸਕੂਲੇ ਜਾਣਗੇ ਤਾਂ ਵੇਲੇ ਸਿਰ ਆ ਜਾਣਾ, ਕਿਉਂਕਿ ਗਰਮੀ ਬਹੁਤ ਹੈ, ਸਰਕਾਰ ਨੇ ਛੁੱਟੀ ਪਹਿਲਾਂ ਕੀਤੀ ਹੈ, ਤੇ ਘਰੇ ਆਉਣਗੇ, ਘਰਦਿਆਂ ਨੇ ਔਖੇ ਹੋ ਕੇ ਵੀ ਭਾਵੇਂ 400 ਕਿਲੋ ਨਿੰਬੂ ਸ਼ਿਕੰਜ ਵੀ ਬਣਾ ਕੇ ਰੱਖੀ ਹੋਣੀ ਹੈ ਕਿ ਭਾਈ ਬੱਚੇ ਨੇ ਆਉਣਾ, ਬੱਚੀ ਨੇ ਆਉਣਾ। ਤੇ ਆਮ ਤੌਰ ਦੇ ਉੱਤੇ ਬੀਬੀਆਂ ਜਿਹੜੀਆਂ ਨੇ
ਉਹ ਬੱਸ ਦੇ ਵਿੱਚੋਂ ਨਿਆਣਾ ਲਾ ਕੇ ਤੇ ਚੁੰਨੀ ਉਹਦੇ ਉੱਪਰ ਦਿੱਤੀ ਹੁੰਦੀ ਆ, ਪੁੱਤ ਸ਼ਾਮੇ ਸ਼ਾਮੇ ਧੀਏ ਤੈਨੂੰ ਮੈਂ ਲੈ ਕੇ ਜਾਣਾ। ਚਲੋ ਹੁਣ ਸੰਧਾਲੀਆ ਸਾਹਿਬ ਦੇਖੋ, ਕਿਸਾਨ ਤਬਕਾ ਕਹਿੰਦਾ ਜੀ ਸਾਡੀ ਮਜਬੂਰੀ, ਅਸੀਂ ਨਾੜ ਵਿੱਚ ਨਹੀਂ ਵਾਹ ਸਕਦੇ, ਜਾਂ ਜਿਹੜਾ ਵੀ ਕੋਈ ਬਚਿਆ ਪਦਾਰਥ ਹੈ ਕਣਕ ਵਾਲੇ ਖੇਤ ਦੇ ਵਿੱਚੋਂ, ਕਿ ਜੇ ਅਸੀਂ ਅੱਗ ਨਾ ਲਾਈਏ 3-4 ਹਜ਼ਾਰ ਰੁਪਈਆ ਤਾਂ ਖੇਤ ਨੂੰ ਵਾਹੁਣ ਦੇ ਉੱਤੇ ਲੱਗਦਾ ਤੇ ਮੁੜ ਕੇ ਝੋਨੇ ਦਾ ਵੀ ਔਖਾ ਹੋ ਜਾਂਦਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮਜਬੂਰੀ ਦੇ ਵਿੱਚ ਅੱਗ ਲਾਉਂਦੇ ਹਾਂ। ਉਹਨਾਂ ਦੀ ਮੁਸੀਬਤ ਸਮਝ ਆਉਂਦੀ ਆ, ਪਰ ਪਹਿਲੀ ਗੱਲ ਹੈ ਕਿ ਕਾਨੂੰਨ ਦੇ ਖਿਲਾਫ ਹੈ, ਕਾਨੂੰਨ ਆਗਿਆ ਹੀ ਨਹੀਂ ਦਿੰਦਾ ਅੱਗ ਲਾਉਣ ਦੀ। ਦੂਸਰੀ ਗੱਲ, ਹੁਣ ਜੇ ਕਿਸੇ ਨੇ ਇਹ ਕੰਮ ਕਰਨਾ ਹੀ ਆ ਤਾਂ ਇਹਨਾਂ ਦਾ ਪਤਾ ਹੀ ਹੋਣਾ ਕਿ ਭਾਈ ਆ ਸਾਡਾ ਖੇਤ ਹੈ ਤੇ ਸੜਕ ਦੇ ਨਾਲ ਲੱਗਦਾ, ਕਿਉਂਕਿ ਜੇ ਖੇਤ ਸੜਕ ਦੇ ਨਾਲ ਨਹੀਂ ਵੀ ਲੱਗਦਾ ਤਾਂ ਵੀ ਸਾਡੇ ਉਸ ਖੇਤ ਦੇ ਵਿੱਚ ਜਿੰਨੇ ਮਿੱਤਰ ਕੀੜੇ ਨੇ ਜਿਹੜੇ ਸਾਡੀ ਫਸਲ ਨੂੰ ਅੱਗੇ ਵਧਾਉਣ 'ਚ ਸਹਾਈ ਹੁੰਦੇ ਆ, ਉਹ ਮਰਦੇ ਆ ਜੇ ਸੜਕ ਦੇ ਨਾਲ ਨਹੀਂ ਵੀ ਖੇਤ ਲੱਗਦਾ। ਦੂਸਰਾ, ਆਲੇ ਦੁਆਲੇ ਕੋਈ ਦਰਖਤ ਲੱਗਾ ਉਹ ਸੜਨਾ, 20 ਚੀਜ਼ਾਂ ਦੇ ਨੁਕਸਾਨ, ਵਾਤਾਵਰਣ ਦਾ ਨੁਕਸਾਨ ਤਾਂ ਹੈਗਾ, ਆਪਦੇ ਅੰਦਰ ਵੀ ਧੂੰਆਂ ਜਾਂਦਾ ਹੈ। ਹੁਣ ਜੇ ਖੇਤ ਸੜਕ ਨਾਲ ਲੱਗਦਾ ਜਿੱਥੋਂ ਸਕੂਟਰ, ਮੋਟਰਸਾਈਕਲ, ਕਾਰਾਂ, ਬੱਸਾਂ, ਸਕੂਲ ਬੱਸਾਂ ਸਾਰੀਆਂ ਲੰਘਦੀਆਂ, ਇਹ ਤਾਂ ਆਪਾਂ ਸਾਰਿਆਂ ਨੇ ਐਕਸਪੀਰੀਅੰਸ ਕੀਤਾ ਕਿ ਜੇ ਆਪਾਂ ਸਕੂਟਰ ਮੋਟਰਸਾਈਕਲ ਤੇ ਹੁੰਦੇ ਸੀ ਤਾਂ ਸੰਧਾਲੀਆ ਸਾਹਿਬ ਇੱਕ ਵਾਰੀ ਮੰਨ ਲਓ ਇੱਥੇ ਅੱਗ ਲੱਗੀ ਐ ਧੂੰਆਂ ਜਾਂਦਾ, ਮਾੜਾ ਜਿਹਾ ਇੱਕ ਵਾਰੀ ਸਕੂਟਰ ਮੋਟਰਸਾਈਕਲ ਰੋਕ ਲੈਣਾ, ਦੇਖ ਲੈਣਾ ਮੂਹਰੇ ਕੋਈ ਆਉਂਦਾ ਤਾਂ ਨਹੀਂ, ਦੀਦਾ ਕਿੰਨਾ ਕੁ ਹੁੰਦਾ, ਫਿਰ ਅੱਖਾਂ ਨਹੀਂ ਇਦਾਂ ਕਰਕੇ ਤਾਂ ਭਜਾ ਲੈਣਾ, ਯਾਨੀ ਕਿ ਅੱਖਾਂ ਦੇ ਵਿੱਚ ਧੂੰਆਂ ਨਾ ਪਵੇ, ਤੇ ਜੇ ਅੱਖਾਂ ਬੰਦ ਨੇ ਤਾਂ ਮੂਹਰੇ ਨਹੀਂ ਦਿਸਣਾ, ਉਸ ਲਈ ਨੁਕਸਾਨ ਹੋਣ ਦੀ ਸੰਭਾਵਨਾ। ਇਦਾਂ ਹੀ ਇਹ ਬੱਸ ਵਾਲਾ ਸੀ। ਹੁਣ ਅੱਧੇ ਬੰਦਿਆਂ ਨੇ ਬੱਸ ਡਰਾਈਵਰ ਦਾ ਕਸੂਰ ਕੱਢਿਆ ਕਿ ਉਹ ਕਿਉਂ ਗਿਆ, ਅੱਧੇ ਬੰਦਿਆਂ ਨੇ ਕਿਸਾਨ ਦਾ ਕਸੂਰ ਕੱਢਿਆ ਕਿ ਉਹਨੇ ਕਿਉਂ ਅੱਗ ਲਾਈ। ਜਿਹੜੇ ਕਿਸਾਨ ਦੇ ਸਮਰਥਕ ਨੇ ਜਾਂ ਕਿਸਾਨ ਨੇ, ਉਹਨਾਂ ਨੇ ਇਹ ਗੱਲ ਆਖ ਦਿੱਤੀ ਕਿ ਦੇਖੋ ਜੀ ਕਹਾਣੀ ਇਦਾਂ ਕਿ ਕਿਸਾਨ ਹੁਣ ਹੋਰ ਕੀ ਕਰੇ, ਡਰਾਈਵਰ ਨੂੰ ਦੀਦਾ ਹੀ, ਜਣੀ ਜਿੰਨੇ ਮੂੰਹ ਉਨੀਆਂ ਗੱਲਾਂ। ਪਹਿਲੀ ਗੱਲ ਕਿ ਅਰਦਾਸ ਉਹਨਾਂ ਬੱਚਿਆਂ ਦੇ ਲਈ ਜਿਹਦੇ ਵਿੱਚੋਂ 2 ਥੋੜੇ ਜਿਹਾ ਗੰਭੀਰ ਜ਼ਖਮੀ ਨੇ, ਕੁੱਲ ਮਿਲਾ ਕੇ 7 ਜ਼ਖਮੀ ਨੇ, ਕਿ ਭਾਈ ਉਹ ਸਿਹਤਯਾਬ ਹੋ ਕੇ ਘਰੇ ਆਉਣ। ਮੈਨੂੰ ਯਾਦ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਵਾਰੀ ਕਹਿੰਦੇ ਸੀ ਬਾਇਓਮਾਸ ਪਲਾਂਟ ਲਾ ਦੇਣੇ ਆ, ਵਿੱਤ ਮੰਤਰੀ ਹੁੰਦੇ ਸੀ ਉਦੋਂ, ਕਿ ਦੱਖਣ ਭਾਰਤ ਦੀ ਇੱਕ ਕੰਪਨੀ ਨਾਲ ਸਾਡੀ ਗੱਲ ਹੋ ਗਈ ਆ, ਫਲਾਨੀ ਜਗ੍ਹਾ ਦੇ ਉੱਤੇ ਉਹਨਾਂ ਨੇ ਲਾਏ ਆ, ਪੰਜਾਬ ਦੇ ਇਕੱਲੇ ਇਲਾਕੇ 'ਚ ਬਾਇਓਮਾਸ ਪਲਾਂਟ ਹੋਣਗੇ। ਕਿਸਾਨੋਂ ਪਰਾਲੀ ਸਾੜਨੀ ਤਾਂ ਦੂਰ ਦੀ ਗੱਲ ਹੈ, ਤੁਸੀਂ ਲਾਠੀਆਂ ਲੈ ਕੇ ਖੇਤ 'ਚ ਖੜੇ ਹੋ, ਕੋਈ ਪਰਾਲੀ ਨਾ ਚੱਕ ਕੇ ਲੈ ਜਾਵੇ, ਕਿਉਂਕਿ ਵਿਕਣੀ ਹੈ। ਸਰਕਾਰ ਚਲੇ ਗਈ, ਵਿੱਤ ਮੰਤਰੀ ਸਾਹਿਬ ਵਿੱਤ ਮੰਤਰੀ ਦੀ ਕੁਰਸੀ ਤੋਂ ਚਲੇ ਗਏ, ਐਮਐਲਏ ਵੀ ਨਹੀਂ ਰਹੇ, ਬਾਇਓਮਾਸ ਪਲਾਂਟ ਨਹੀਂ ਲੱਗੇ, ਪਰਾਲੀ ਉਦਾਂ ਹੀ ਸੜਦੀ ਹੈ। ਹੁਣ ਸੰਧਾਲੀਆ ਸਾਹਿਬ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਜਿਹੜਾ ਹੈ ਉਹਦੀ ਮਜਬੂਰੀ ਤਾਂ ਸਮਝ ਆਉਂਦੀ ਹੈ, ਪਰ ਘੱਟੋ ਘੱਟ ਇਹ ਗੱਲਾਂ ਤਾਂ ਸਾਨੂੰ ਪਤਾ ਹੀ ਹੈ। ਜੇ ਦੁਪਹਿਰੇ ਦਿਨ ਦੇ ਅੱਗ ਲਾਉਣੇ ਆ, ਇੱਕ ਬੰਦਾ ਉੱਧਰ ਖੜ ਜਾਓ, ਇੱਕ ਬੰਦਾ ਉੱਧਰ ਖੜ ਜਾਓ, ਜਾਂ ਘੱਟੋ ਘੱਟ ਜਿਸਲੇ ਟ੍ਰੈਫਿਕ ਘੱਟ ਆ ਅੱਗ ਉਸਲੇ ਲਾਓ। ਹੁਣ ਐਸੀ ਤਾਂ ਨਹੀਂ ਗੱਲ ਕਿ ਭਾਈ ਆਪਾਂ ਅੱਗ ਲਾ ਘਰੇ ਚਲ ਜਾਈਏ, ਸਾਨੂੰ ਪਤਾ ਕਿ ਧੂੰਆਂ ਸੜਕ ਵਾਲੇ ਪਾਸੇ ਨੂੰ ਜਾਂਦਾ, ਆਪਾਂ 2-2 3-3 ਵਾਰੀ ਕਾਨੂੰਨ ਦੀ ਉਲੰਘਣਾ ਥੋੜੀ ਕਰ ਸਕਦੇ ਹਾਂ। ਹੁਣ ਨਿੱਕੇ ਨਿੱਕੇ ਬੱਚੇ ਨੇ ਬੁਰੇ ਤਰੀਕੇ ਸੜੇ ਪਏ ਆ, ਹੁਣ ਉਹਨਾਂ ਨੂੰ ਤਾਂ ਮਹੀਨਿਆਂ ਬੱਧੀ ਲੱਗਣੇ ਆ, ਤਾਬੇ ਆਉਂਦੇ ਆ, ਤੇ ਉਹ ਫਿਰ ਜਿਹੜਾ ਦੁੱਖ ਤੇ ਦਰਦ ਉਹਨਾਂ ਨੂੰ ਮਿਲਿਆ, ਇਸ ਕਰਕੇ ਕੋਈ ਵੀ ਬੰਦਾ, ਹੁਣ ਮੈਂ ਜਿਸ ਗੱਲ ਦੇ ਉੱਤੇ ਸ਼ਰਮਿੰਦਾ ਹੀ ਮਹਿਸੂਸ ਕਰ ਰਿਹਾ ਪੰਜਾਬੀਆਂ ਨੂੰ, ਕੋਈ ਬੰਦਾ ਜਾਤੀ ਸੂਚਕ ਸ਼ਬਦ ਵਰਤ ਰਿਹਾ, ਇਹਨਾਂ ਨੂੰ ਅਕਲ ਹੀ ਫੇ ਆਉਣੀ ਹੈ। ਕੋਈ ਬੰਦਾ ਧਰਮ ਦੇ ਆਧਾਰ ਦੇ ਉੱਤੇ ਸ਼ਬਦ ਵਰਤ ਰਿਹਾ। ਮਸਲਾ ਪੰਜਾਬ ਦਾ ਕਿ ਭਾਈ ਪੰਜਾਬ ਦੇ ਵਿੱਚ ਆ ਸਮੱਸਿਆ ਪੈਦਾ ਹੋਈ ਆ, ਨਹੀਂ ਲਾਉਣੀ ਚਾਹੀਦੀ ਖੇਤ ਦੇ ਵਿੱਚ ਨਾੜ ਨੂੰ ਅੱਗ, ਪਰ ਜੇ ਲਾਉਂਦੇ ਆ ਤਾਂ ਮਜਬੂਰੀ ਕਿਹੜੀ ਪਤਾ ਲੱਗੇ। ਬਾਕੀ ਦੂਸਰੀ ਗੱਲ ਕਿ ਇਸ ਅੱਗ ਦੇ ਕਰਕੇ ਜਿਹੜਾ ਬੱਚਿਆਂ ਦਾ ਨੁਕਸਾਨ ਹੋਇਆ, ਕਿਸੇ ਵੀ ਤਰੀਕੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਭਾਈ ਇਸ ਕਰਕੇ ਅੱਗ ਲਾਈ, ਤਾਂ ਉਹ ਫਿਰ ਉਹ ਜਿਹੜਾ ਬੱਸ ਚਾਲਕ ਸੀ, ਧੂੰਆਂ ਸੀ, ਤਾਂ ਉਹ ਫਿਰ ਤਵਾਜ਼ਨ ਵਿਗੜ ਗਿਆ, ਬੱਸ ਡਿੱਗ ਪਈ, ਅੱਗ ਲੱਗ ਗਈ। ਤੁਸੀਂ ਇਹ ਦੇਖੋ ਕਿ ਬੱਚੇ ਵੀਡੀਓ ਦੇ ਵਿੱਚ ਰੋਂਦੇ ਦੇਖੇ ਜਾਂਦੇ ਆ ਕਿਤੇ, ਬੜੀ ਅਜੀਬ ਗੱਲ ਹੈ। ਜੇ ਫਿਰ ਵੀ ਅਸੀਂ ਸਮੱਸਿਆ ਸੁਲਝਾਉਣ ਦੀ ਜਗ੍ਹਾ ਦੇ ਉੱਤੇ ਇੱਕ ਦੂਸਰੇ ਦੇ ਨੁਕਸ ਕੱਢਾਂਗੇ, ਜੀ ਇਸ ਭਾਈਚਾਰੇ ਨੇ, ਇਸ ਜਾਤੀ ਨੇ, ਇਸ ਧਰਮ ਨੇ ਨਾ ਕੀਤਾ, ਮਾੜੀ ਗੱਲ ਹੈ ਉਹਦੇ ਤੋਂ ਵੀ ਜ਼ਿਆਦਾ। ਇੱਕ ਤੇ ਦੇਖੋ ਨਾ ਗੱਲ ਇਹ ਆ ਵੀ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੀ ਗੱਲ ਤਾਂ ਵੈਸੇ ਵੀ ਨਹੀਂ ਰਹਿ ਜਾਂਦੀ, ਕਿਉਂਕਿ ਜੇ ਆਪਾਂ ਮੋਟਾ ਬਹੁਤਿਆਂ ਦੀ ਮੈਂ ਗੱਲ ਕਰਾਂ ਵੀ ਜਦੋਂ ਕੰਬਾਈਨ ਨੇ ਕਣਕ ਵੱਢੀ ਉਦੋਂ ਬਾਅਦ ਆਪਾਂ ਤੂੜੀ ਬਣਾ ਲਈ ਤੇ ਵੈਸੇ ਵੀ ਉਹਦੇ ਚ ਮੋਢੀ ਰਹਿ ਜਾਂਦੀ ਹੈ ਨਾ। ਫਿਰ ਉਦੋਂ ਬਾਅਦ ਜੇ ਆਪਾਂ ਇਹ ਲੱਗਦਾ ਕਿ ਵੀ ਹਾਂ ਯਾਰ ਅਜੇ ਝੋਨੇ 'ਚ ਟਾਈਮ ਆ, ਜੇ ਆਪਾਂ ਝੋਨੇ ਹੀ ਲਾਉਣਾ ਤੇ ਫਿਰ ਵੀ ਮੇਰੇ ਖਿਆਲ ਨਾਲ ਜੇ ਆਪਾਂ ਨੂੰ ਵਾਹ ਦਿੰਦੇ ਹਾਂ ਤਾਂ ਉਦੋਂ ਤੱਕ ਵੈਸੇ ਗਲ ਜਾਂਦਾ ਕੰਮ, ਉਹ ਲੋੜ ਪੈਂਦੀ ਨਹੀਂ ਉਸ ਚੀਜ਼ ਦੀ। ਪਰ ਕਾਰਨ ਇਹ ਆ ਵੀ ਜਿਹੜਾ ਆਪਾਂ ਨੂੰ ਇੱਕ ਉਹ ਗੱਲ ਬਣ ਗਈ ਯਾਰ, ਉਹ ਨਾ ਉਹ ਬਾਅਦ ਫਿਰ ਮੁੱਢ ਜੇ ਤਾਰ ਆਉਂਦੇ ਆ, ਉਹ ਫਿਰ ਐਵੇਂ ਬੂਟੇ ਭਾਂਦੇ ਆ ਝੋਨੇ ਦੇ। ਹੁਣ ਇਸ ਕੇਸ ਦੇ ਵਿੱਚ ਜਿੰਨੀਆਂ ਗੱਲਾਂ ਉੱਥੋਂ ਮੈਂ ਸੁਣੀਆਂ, ਮੈਨੂੰ ਇਹ ਲੱਗਦਾ ਮੋਟਾ ਜਿਹਾ ਵੀ ਇੱਕ ਤਾਂ ਉੱਥੇ ਹਵਾ ਵਗਦੀ ਸੀ ਹਨੇਰੀ ਜੀ, ਤੇ ਹਨੇਰੀ ਦਾ ਲਾਲਚ ਆਮ ਹੀ ਕਰ ਲਿਆ। ਉਹ ਗੁਰੂ ਅੱਜ ਹਵਾ ਚੰਗੀ ਇੱਕ ਇਸ ਪਾਸਿਓਂ ਲਾਈ ਤੇ ਇਹਨੇ ਬਸ ਮਿੰਟਾਂ 'ਚ ਹੀ ਲੰਘ ਜਾਣਾ ਵਿੱਚ ਦੀ। ਉਹ ਜਿਹੜਾ ਮਿੰਟਾਂ ਹੀ ਵਿੱਚ ਦੀ ਲੰਘ ਜਾਣਾ ਨਾ, ਉਹਨੇ ਪਤਾ ਨਹੀਂ ਵੀ ਅੱਗੇ ਕੀ ਕਰ ਦੇਣਾ ਹੁੰਦਾ। ਇਸ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਖਿਆਲ ਰੱਖਣ ਦੀ ਲੋੜ ਆ। ਹੁਣ ਤਾਂ ਚਲੋ ਬਚਾਅ ਹੋ ਗਿਆ, ਅੱਗੇ ਤੋਂ ਹੀ ਅਜੇ ਕਿਹੜਾ ਵੀ ਕਿਤੇ ਸਾਰੇ ਕੰਮ ਨਿਬੜ ਗਿਆ। ਗਾਂਹ ਤੋਂ ਜੇ ਆਪਾਂ ਥੋੜ੍ਹੀ ਜਿਹੀ ਸਿਆਣਪ ਵਰਤ ਲਈਏ ਤੇ ਫਾਇਦਾ ਤੇ ਆਪਣੇ ਆ, ਵੀ ਕਿਹੜਾ ਕਿਸੇ ਦਾ। ਸੰਧਾਲੀਆ ਸਾਹਿਬ ਪਹਿਲਾ ਕੇਸ ਨਹੀਂ, ਥੋੜ੍ਹੇ ਦਿਨ ਪਹਿਲਾਂ ਹੀ ਇੱਕ ਸਕੂਟਰ ਜਾਂ ਮੋਟਰਸਾਈਕਲ ਦੇ ਉੱਤੇ ਪਰਿਵਾਰ ਜਾਂਦਾ ਸੀ ਛੋਟੇ ਬੱਚੇ ਨਾਲ, ਕਿਉਂਕਿ ਜਦੋਂ ਧੂੰਆਂ ਦਾ ਤੁਹਾਨੂੰ ਦੀਦਾ ਕੁਛ ਨਹੀਂ, ਖਾਸ ਤੌਰ ਦੇ ਉੱਤੇ ਤੁਸੀਂ ਦੁਪਹੀਆ ਵਾਹਨ ਦੇ ਉੱਤੇ ਹੋ, ਸਕੂਟਰ ਮੋਟਰਸਾਈਕਲ ਦੇ ਉੱਤੇ ਹੋ, ਉਦੋਂ ਤੁਸੀਂ ਅੰਦਾਜ਼ੇ ਨਾਲ ਹੀ ਜਾਂਦੇ ਹੋ, ਕਿਤੇ ਅੱਖ ਖੋਲ੍ਹ ਲਈ ਕਿਤੇ ਮੀਟ ਲਈ।
ਮੂਹਰੇ ਲੱਗੇ ਜਾ ਕੇ ਵਿੱਚ ਤਾਂ ਥਾਂ ਹੀ ਗਿਆ, ਪਰਿਵਾਰ ਸਾਰਾ ਹੀ ਗਿਆ। ਇਸੇ ਤਰੀਕੇ ਮੈਂ ਸੋਚਦਾ ਸੀ ਕਿ ਜਿਹੜਾ ਕਾਰ ਵਾਲਾ ਉਹ ਤਾਂ ਸ਼ੀਸ਼ੇ ਚਾੜ ਲੂ, ਧਿਆਨ ਨਾਲ ਦੇਖ ਕੇ ਚਲੇ ਜੂ, ਪਰ ਹੋ ਸਕਦਾ ਕਿ ਕਿਸੇ ਨੇ ਰਿਕਸ਼ੇ ਦੇ ਉੱਤੇ ਸਮਾਨ ਲੱਦਿਆ, ਉਹ ਸੜਕ ਤੇ ਆ ਗਿਆ, ਉਹਨੇ ਵੀ ਤਾਂ ਲੰਘਣਾ, ਉਹ ਕਿਹੜੇ ਸ਼ੀਸ਼ੇ ਚਾੜ ਲੂ, ਉਹਨੂੰ ਤਾਂ ਵਿੱਚ ਦੀ ਜਾਣਾ ਪੈਣਾ। ਉਹਨੇ ਸਮਾਨ ਪਿੱਛੇ ਭਾਰਾ ਲੱਦਿਆ, ਉਹ ਤਾਂ ਤੇਜ਼ ਲੰਘਾ ਕੇ ਵੀ ਨਹੀਂ, ਦੜਾ ਕੇ ਵੀ ਨਹੀਂ ਲੰਘਾ ਸਕਦਾ। ਇਸ ਕਰਕੇ ਕਿਤੇ ਨਾ ਕਿਤੇ ਸੋਚ ਵਿਚਾਰ ਇਸ ਮੁੱਦੇ ਦੇ ਉੱਤੇ ਬਹੁਤ ਜ਼ਰੂਰੀ ਹੈ। ਸਰਕਾਰ ਨੇ ਪਰਚੇ ਦਰਜ ਕੀਤੇ ਆ, ਇਹ ਵੀ ਕਿਹਾ ਸਿੱਖਿਆ ਮੰਤਰੀ ਸਾਹਿਬ ਨੇ ਕਿ ਅਸੀਂ ਬੱਚਿਆਂ ਦਾ ਇਲਾਜ ਕਰਾਂਗੇ ਖੁਦ। ਬਹੁਤ ਚੰਗੀ ਗੱਲ ਹੈ ਕਿ ਇਹ ਸਾਰੀਆਂ ਕਰਨੀਆਂ, ਪਰ ਮੁੱਢ ਕਿੱਥੋਂ ਵੱਜਾ, ਆਮ ਲੋਕਾਂ ਨੂੰ ਸਿਆਣਪ ਕਰਨੀ ਚਾਹੀਦੀ ਹੈ। ਕਣਕ ਦੇ ਨਾੜ ਦਾ ਹੋ ਸਕਦਾ ਕਿ ਬਹੁਤ ਨੁਕਸਾਨ ਹੋਵੇ, ਪਰ ਬੱਚਿਆਂ ਦੀ ਜਾਨ ਤੋਂ, ਉਹਨਾਂ ਦੇ ਸਰੀਰ ਤੋਂ ਕੀਮਤੀ ਕੁਛ ਨਹੀਂ ਸੀ। ਨਹੀਂ, ਇਹ ਤਾਂ ਗੱਲ ਹੈਗੀ। ਦੇਖੋ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੀ ਹਾਂ ਯਾਰ ਇਹ ਮੁੱਢ ਤਾਰਾਉਣੇ ਆ ਤੇ ਫਿਰ ਇਹਨਾਂ ਨੇ ਬੂਟੇ ਮਾਰ ਦੇਣੇ। ਬੂਟਾ ਮਰ ਜਾਊਗਾ, ਬੂਟਾ ਲੱਗ ਸਕਦਾ। ਜੇ ਕਿਸੇ ਦੇ ਜਵਾਕ ਦਾ ਜਾਂ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਹੋ ਗਿਆ, ਉਹ ਦੁਬਾਰਾ ਪੂਰਾ ਨਹੀਂ ਹੋਣਾ। ਹੁਣ ਚਲੋ ਜੇ ਜਵਾਕ ਬਚ ਗਏ, ਉਹ ਬੱਸ ਤੇ ਲੁੱਸ ਗਈ ਨਾ ਸਾਰੀ। ਹੁਣ ਜੇ ਆਪਾਂ ਇਹ ਆਖੀਏ ਵੀ ਹਾਂ ਭਾਈ ਉਹਦੀ ਬੱਸ ਆਪਾਂ ਸਵੇਰੇ ਹੀ ਲਾ ਦੇਣੀ ਦੋਹਰੇ, ਉਹ ਤਾਂ ਬਣਨੀ ਨਹੀਂ। ਸੋ ਕੁੱਲ ਮਿਲਾ ਕੇ ਸਾਡੀ ਇਹ ਬੇਨਤੀ ਹੈ ਜੀ, ਦੇਖੋ ਕਾਰਨ ਹੈ ਵੀ ਜਿੱਥੇ ਜਿਹੜੀ ਚੀਜ਼ ਜਿੱਦਾਂ ਆਪਣਾ ਕੰਮ ਆ ਉਹਨੂੰ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣਾ। ਇੱਥੇ ਜਿਹੜੀ ਚੀਜ਼ ਜਾਪਦਾ ਆਪਾਂ ਨੂੰ ਵੀ ਵਾਤਾਵਰਨ ਦਾ ਨੁਕਸਾਨ ਕਰਦੀ ਹੈ, ਧਰਤੀ ਦਾ ਨੁਕਸਾਨ ਕਰਦੀ ਆ, ਸਿਹਤ ਦਾ ਨੁਕਸਾਨ ਕਰਦੀ ਹੈ, ਸਾਡਾ ਆਪਣਾ ਨੁਕਸਾਨ ਕਰਦੀ, ਉਹ ਤੋਂ ਦੂਰ ਰਹਿਣ ਦੀ ਲੋੜ। ਜਥੇਬੰਦੀਆਂ ਵੀ ਕਰਨ ਅਪੀਲ, ਜਥੇਬੰਦੀਆਂ ਜਿਹੜੀਆਂ ਕਰ ਸਕਦੀਆਂ। ਪਿੰਡਾਂ ਦੇ ਵਿੱਚ ਕਿੰਨੀ ਕੁ ਵਾਰੀ ਹੁੰਦਾ ਕਿਤੇ ਅੱਗ ਲਾਉਣੀ ਆ, ਜੇ ਆਪਾਂ ਇਕੱਠੇ ਹੋ ਕੇ ਕਿਸਾਨ ਅੰਦੋਲਨ ਚਲੇ ਜਾਂਦੇ ਸੀ, ਜੇ ਬਾਕੀ ਪਾਸੇ ਚਲੇ ਜਾਂਦੇ, ਜੇ ਸਿਆਸੀ ਪਾਰਟੀਆਂ ਦੀ ਰੈਲੀਆਂ ਚਲੇ ਜਾਂਦੇ, ਉਹ ਕੋਈ ਮਾੜਾ ਮੋਟਾ ਵਿਚਾਰ ਕਰ ਲਈਏ ਕਿ ਭਾਈ ਕਦੋਂ ਕਿੱਦਾਂ ਕੀ ਕਰਨਾ, ਕੀ ਰਹਿੰਦ ਖੂਨ ਦਾ ਕਰੀਏ। ਆਪਾਂ ਬਹੁਤ ਕੁਝ ਹੋ ਸਕਦਾ ਸੰਭਵ ਜੇ ਕਰਨਾ ਹੋਵੇ, ਪਰ ਇੱਥੇ ਅਣਗਹਿਲੀ ਹੋਈ ਆ ਤੇ ਹੋਈ ਵੀ ਸਿਰੇ ਦੀ ਆ। ਬਿਲਕੁਲ ਸਹੀ। ਅੱਛਾ, ਦੂਜੀ ਗੱਲ ਇਹ ਆ WhatsApp ਵੀ ਅੱਜ ਅਖਬਾਰਾਂ ਦੇ ਵਿੱਚ ਜਦੋਂ ਬੰਦਾ ਵੇਖਦਾ ਤੇ ਪੋਸਟਰ ਲੱਗਾ ਏ, ਤੇ ਪੋਸਟਰ ਇਹ ਕਹਿੰਦਾ ਵੀ ਭਾਈ ਜੇ ਤੁਹਾਡਾ ਕੋਈ ਕਾਰੋਬਾਰ ਹੈ ਪੰਜਾਬ ਦੇ ਵਿੱਚ, ਹੈ ਨਾ, ਤੇ ਜਾਂ ਕੋਈ ਦੁਕਾਨ ਹੈ ਛੋਟੀ ਮੋਟੀ, ਤੁਹਾਨੂੰ ਲੱਗਦਾ ਤੇ ਤੁਹਾਡੇ ਕੋਲੇ ਮੌਕਾ ਵੀ ਪੰਜਾਬ ਸਰਕਾਰ ਮੌਕਾ ਦੇ ਰਹੀ ਹੈ, ਨਾਲ ਭਗਵੰਤ ਮਾਨ ਸਾਹਿਬ ਦੀ ਫੋਟੋ ਆ, ਉਹ ਕਹਿੰਦੇ ਵੀ ਦੇਖੋ ਅਸੀਂ ਤੁਹਾਨੂੰ ਇਹ ਮੌਕਾ ਦਿੰਦੇ ਹਾਂ ਵੀ ਤੁਸੀਂ ਸਾਨੂੰ ਦੱਸਣਾ ਕਿਹੜਾ ਪੈਸਾ ਕਿੱਥੇ ਲਾਉਣ ਦੀ ਲੋੜ ਹੈ, ਕਿਹੜੀ ਚੀਜ਼ ਦੇ ਲਈ ਬਜਟ ਰੱਖਣ ਦੀ ਲੋੜ ਹੈ, ਕਿਹੜੇ ਲਾਇਸੈਂਸ ਐਵੇਂ ਗੈਰ ਜ਼ਰੂਰੀ ਨੇ ਉਹਨਾਂ ਦੀ ਲੋੜ ਨਹੀਂ, ਕਿਹੜੀ ਕਾਗਜ਼ ਪੱਤਰ ਦੀ ਐਵੇਂ ਨਜਾਇਜ਼ ਕਾਰਵਾਈ ਹੈ ਵੀ ਯਾਰ ਅਸੀਂ ਕੰਮ ਤਾਂ ਨਿਗਾਹ ਜਿਹਾ ਕਰਾਉਣਾ ਸੀ, ਇਹਦੇ ਲਈ 36 ਦਾ ਪਰਮਿਸ਼ਨਾਂ ਲੈਣੀਆਂ ਪੈਂਦੀਆਂ, ਫਿਰ ਜਾਂ ਤਾਂ ਉੱਥੇ ਭ੍ਰਿਸ਼ਟਾਚਾਰ ਹੁੰਦਾ ਤੇ ਜਾਂ ਫਿਰ ਬੰਦਾ ਕੋਈ ਚੋਰ ਮੋਰੀ ਲੱਭਦਾ, ਵੀ ਉਹਨਾਂ ਨੂੰ ਤੁਸੀਂ ਗੈਰ ਜ਼ਰੂਰੀ ਚੀਜ਼ਾਂ ਨੂੰ ਲਾਂਭੇ ਕਰ ਦਿਓ ਤਾਂ ਜੋ ਪੰਜਾਬ 'ਚ ਉਹ ਕਹਿੰਦੇ ਵੀ ਨਿਵੇਸ਼ ਵੀ ਆਵੇ, ਪੰਜਾਬ ਦੇ ਜਿਹੜਾ ਕੋਈ ਕੰਮ ਕਰਨ ਵਾਲਾ ਕਾਰੋਬਾਰੀ ਆ ਉਹ ਵੀ, ਉਹਨੂੰ ਵੀ ਸੌਖ ਹੋ ਜਾਵੇ। ਤੇ ਜਿਹੜੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਫਲਾਣੇ ਚੀਜ਼ ਦੇ ਉੱਪਰ ਪੈਸਾ ਲਾਉਣ ਦੀ ਲੋੜ ਹੈ, ਉਸ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਆ। ਉਹਦੇ ਲਈ ਉਹਨਾਂ ਨੇ ਮੰਗਿਆ ਸੁਝਾਅ। ਹੁਣ ਜਿਸ ਹਿਸਾਬ ਨਾਲ ਉਹ ਵੱਡਾ ਸਾਰਾ ਪੋਸਟਰ ਪਾ ਕੇ, ਤੇ ਪਿਛਲੇ ਦਿਨਾਂ 'ਚ ਬਿਆਨ ਵੀ ਆਏ ਸੀ, ਉਹਨਾਂ ਨੇ ਆਪਣੇ ਪਿੰਡ ਜਾ ਕੇ ਵੀ ਸੇਮ ਗੱਲ ਕਹੀ, ਹੁਣ ਮੀਡੀਆ ਰਾਹੀਂ ਅਪੀਲ ਕੀਤੀ ਹੈ, ਇਹਨੂੰ ਕਿੱਦਾਂ ਦੇਖੀਏ? ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਸੁਧਾਰਾਂ ਦੀ ਲੋੜ ਤਾਂ ਹੈਗੀ ਹੈ। 2-3 ਐਗਜ਼ਾਮਪਲਾਂ ਨੇ, ਉਦਾਹਰਨਾਂ ਨੇ। ਕਿਸੇ ਬੱਚੇ ਦਾ ਜਨਮ ਸਰਟੀਫਿਕੇਟ ਹੈ, ਜਨਮ ਸਰਟੀਫਿਕੇਟ ਦੇ ਵਿੱਚ ਨਾਂ ਕਿਤੇ ਸੱਜੇ ਖੱਬੇ ਹੋ ਗਿਆ, ਮਾੜਾ ਮੋਟਾ ਕਿ EE ਦੀ ਜਗ੍ਹਾ ਆਈ ਪੈ ਗਈ, ਆਈ ਦੀ ਜਗ੍ਹਾ EE ਪੈ ਗਈ, ਕੁਛ ਵੀ ਹੋ ਗਿਆ ਇੱਦਾਂ ਦਾ, ਮਾੜਾ ਮੋਟਾ ਵੀ ਫਰਕ ਹੈ। ਤੁਸੀਂ ਦਫ਼ਤਰ 'ਚ ਜਿੰਨੇ ਮਰਜ਼ੀ ਗੇੜੇ ਮਾਰ ਲਓ, ਤੁਹਾਡਾ ਕੰਮ ਨਹੀਂ ਹੁੰਦਾ, 25-30 ਹਜ਼ਾਰ ਰੁਪਈਆ ਦਿਓ, ਤੁਹਾਡਾ ਕੰਮ ਹੋ ਜੂ। ਵਰਕੇ ਪਾਟ ਜਾਂਦੇ ਰਜਿਸਟਰਾਂ ਦੇ, ਲਿਖਿਆ ਜਾਂਦਾ ਉੱਥੇ ਨੋਟ ਫਾਊਂਡ, ਉਸ ਤੋਂ ਬਾਅਦ ਕੀ ਕੁਝ ਹੁੰਦਾ, ਬੜਾ ਕੁਛ ਹੈ। ਹੁਣ ਉਸ ਪ੍ਰਕਿਰਿਆ ਨੂੰ ਤਾਂ ਸਰਲ ਬਣਾਉਣਾ ਚਾਹੀਦਾ ਨਾ। ਤਰੀਕਾ ਹੀ ਕੀ ਹੈ ਕਿ ਜੇ ਪ੍ਰੈਕਟੀਕਲੀ ਕਿਸੇ ਬੰਦੇ ਨੇ ਜਾ ਕੇ ਬਣਾਉਣਾ ਤਾਂ ਬਣਦਾ ਕਿਉਂ ਨਹੀਂ, ਸੋਧ ਕਰਾਉਣੀ ਆ ਤਾਂ ਹੁੰਦੀ ਕਿਉਂ ਨਹੀਂ। ਉਹ ਕੰਮ ਸਿੱਧਾ ਦਰੁਸਤ ਕਰਨਾ ਚਾਹੀਦਾ। ਉਹਦੇ ਬਾਬਤ ਪੰਜਾਬ ਦੇ ਲੋਕ ਚਿੱਠੀਆਂ ਲਿਖਣ, ਇਹਨਾਂ ਨੂੰ ਸੁਝਾਅ ਦੇਣ ਜਿੱਥੇ ਵੀ ਇਹਨਾਂ ਨੇ ਮੰਗਿਆ। ਦੂਸਰੀ ਗੱਲ, ਬਹੁਤ ਸਾਰੇ ਸਰਟੀਫਿਕੇਟਾਂ ਦੇ ਵਿੱਚ ਨਾਂ ਗਲਤ ਨੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਹੋਣਗੇ ਸਰਟੀਫਿਕੇਟ, ਹੋਰ ਕਈ ਮਸਲੇ ਹੁੰਦੇ ਆ। ਇੱਕ ਸਾਡੇ ਡਾਕੂਮੈਂਟ ਦੇ ਉੱਤੇ ਨਾਂ ਕਿਸੇ ਤਰੀਕੇ ਆ, ਇੱਕ ਕਿਸੇ ਤਰੀਕੇ ਆ, ਉਹਨਾਂ ਸਾਰਿਆਂ ਨੂੰ ਦਰੁਸਤ ਕਰਨਾ। ਫਿਰ ਹੁੰਦਾ ਜੀ ਸਿੰਗਲ ਵਿੰਡੋ ਸਿਸਟਮ ਬਣਾਉਣਾ ਹੈ, ਬਿਲਕੁਲ ਠੀਕ ਹੈ, ਸਿੰਗਲ ਵਿੰਡੋ ਸਿਸਟਮ ਬਣਾਉਣਾ ਹੈ, ਤੁਸੀਂ ਸਿੰਗਲ ਵਿੰਡੋ ਸਿਸਟਮ ਬਣਾਓ, ਪਰ ਸਿੰਗਲ ਵਿੰਡੋ ਸਿਸਟਮ ਪ੍ਰੈਕਟੀਕਲੀ ਚੱਲਦਾ ਕਿ ਨਹੀਂ ਚੱਲਦਾ। ਇਹਦੇ ਨਾਲ ਸੰਧਾਲੀਆ ਸਾਹਿਬ, ਤੁਸੀਂ ਲਾਇਸੈਂਸ ਬਣਾਉਣਾ ਹੈ, ਤੁਸੀਂ ਕੁਝ ਹੋਰ ਕਰਨਾ ਹੈ, ਫਾਰਮ ਕਿੱਥੋਂ ਮਿਲਣੇ ਆ, ਫਾਰਮ ਭਰਨ ਨੂੰ ਬੰਦਾ ਰੱਖਿਆ, ਉਹ ਸਾਰੀਆਂ ਚੀਜ਼ਾਂ ਆਮ ਲੋਕ ਹੋਰ ਹੀ ਪਾਸੇ ਆਪਣੀ એનર્ਜੀ ਵੇਸਟ ਕਰਦੇ ਆ। ਉਹ ਸਾਰੇ ਪ੍ਰਬੰਧ ਦਰੁਸਤ ਬਣਾਉਣੇ ਜਿਹੜੇ ਉਹ ਬਹੁਤ ਜ਼ਰੂਰੀ ਹੈ। ਕਿਸੇ ਨੇ ਮੰਨ ਲਓ ਉਹ ਗ੍ਰੀਨ ਹਾਊਸ ਬਣਾਉਣਾ, ਆਮ ਬੰਦੇ ਨੂੰ ਕਰਜ਼ ਕਿੱਥੋਂ ਮਿਲਦਾ, ਸਰਕਾਰੀ ਸਬਸਿਡੀ ਕਿੱਥੋਂ ਮਿਲਦੀ ਹੈ, ਖਾਸ ਬੰਦੇ ਲੈ ਜਾਂਦੇ ਜਿਨ੍ਹਾਂ ਨੂੰ ਕੋਈ ਜਾਣਦਾ ਪਛਾਣਦਾ, ਉਹ ਸਾਰਾ ਕੁਝ ਈਜ਼ੀ ਹੋਵੇ, ਟਿਪਸ ਦੇ ਉੱਤੇ ਹੋਵੇ, ਆਮ ਲੋਕਾਂ ਨੂੰ ਪਤਾ ਲੱਗੇ ਕਿ ਭਾਈ ਮੈਂ ਜਾਣਾ, ਮੈਨੂੰ ਕਿਸੇ ਬੰਦੇ ਦੀ ਨਹੀਂ ਲੋੜ, ਮੈਨੂੰ ਸਿਸਟਮ ਦੇ ਵਿੱਚ ਦੀ ਲੰਘਣ ਦੀ ਲੋੜ ਹੈ। ਉਹ ਜੇ ਸਿਸਟਮ ਦੇ ਵਿੱਚ ਸੁਧਾਰ ਹੋ ਜਾਣ, ਮੰਨ ਲਓ ਕਿਸੇ ਨੇ ਪਰਮਿਟ ਲੈਣਾ, ਜੇ ਪਰਮਿਟ ਹੀ ਲੈਣਾ ਆ ਤਾਂ ਉਹਦੇ ਬਾਬਤ ਕੀ ਕਰਨਾ ਪਊਗਾ, ਕਿੱਦਾਂ ਕਰਨਾ ਪਊਗਾ, ਟਰਾਂਸਪੇਰੈਂਟ ਹੋਵੇ, ਪਾਰਦਰਸ਼ੀ ਹੋਵੇ, ਸਾਰਾ ਕੁਝ ਅੰਦਰ ਵੜ ਕੇ ਨਾ ਹੋਵੇ ਕਿ ਭਾਈ ਅਸੀਂ ਆਹ ਕੁਝ ਕਰ ਦਿੱਤਾ ਤੇ ਆਹ ਕੁਝ ਨਹੀਂ ਕਰ ਦਿੱਤਾ। ਮੈਨੂੰ ਲੱਗਦਾ ਲੋਕ ਰੇਤਾ ਬਾਰੇ ਵੀ ਸੁਝਾਅ ਦੇਣ, ਲੋਕ ਬਜਰੀ ਬਾਰੇ ਵੀ ਸੁਝਾਅ ਦੇਣ। ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਇੱਕ ਸੁਝਾਅ ਦੀ ਜਿਹੜੀ ਸਭ ਤੋਂ ਵੱਡੀ ਲੋੜ ਹੈ ਕਿ ਕਲਰਕਾਂ ਦਾ ਕੰਮ ਅਧਿਆਪਕਾਂ ਤੋਂ ਬਹੁਤ ਕਰਾਇਆ ਜਾਂਦਾ।
ਸਵੇਰੇ 9:30 ਵਜੇ ਮੰਨ ਲਓ ਮੈਸੇਜ ਆ ਗਿਆ ਕਿ ਤੁਸੀਂ ਪਿਛਲੇ 10 ਸਾਲ ਦੇ ਬੱਚਿਆਂ ਦਾ ਆਧਾਰ ਕਾਰਡ ਦਿਓ, ਅਧਿਆਪਕ ਪੜ੍ਹਾਊਗਾ ਨਹੀਂ ਕਿਉਂਕਿ ਕਲਰਕ ਸਕੂਲੇ ਹੈ ਨਹੀਂ, ਉਹ ਫਿਰ ਸਾਰਾ ਦਿਨ ਉਹ ਕੰਮ ਕਰੂਗਾ। ਉਹ ਕਲੈਰੀਕਲ ਕੰਮ ਜਿਹੜਾ ਉਹ ਘਟਾਇਆ ਜਾਵੇ। ਸੋ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਜ਼ਰੂਰੀ ਆ। ਤੇ ਇੱਕ ਜਿਹੜਾ ਹੋਰ ਗੱਲ, ਪ੍ਰੈਕਟੀਕਲੀ ਪੰਜਾਬ ਦੇ ਵਿੱਚ ਦਿਹਾੜੀ ਕਿੰਨੇ ਰੁਪਏ ਆ ਰੋਜ਼ ਦੀ, ਤਾਂ ਜੋ ਪੰਚਾਇਤ ਨੇ ਜਦੋਂ ਪੈਸੇ ਖਰਚਣੇ ਆ ਤਾਂ ਉਹਨੂੰ ਇੱਕ ਬੰਦੇ ਤੋਂ ਦਿਹਾੜੀ ਲਵਾ ਕੇ ਉਹਦੀਆਂ 2 ਨਾ ਲਿਖਣੀਆਂ ਪੈਣ ਕਿ ਭਾਈ ਸਰਕਾਰੀ ਰੇਟ ਤਾਂ ਇੰਨਾ ਆ, ਉਹ ਤੈਨੂੰ ਵੱਧ ਦੇਣੇ ਪੈਣ, ਚੱਲ ਮੈਂ ਦਿਹਾੜੀਆਂ 2 ਲਿਖ ਦੂੰਗਾ। ਉਹ ਪ੍ਰੈਕਟੀਕਲੀ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ। ਮਤਲਬ ਬਹੁਤ ਸਾਰਾ ਕੁਝ ਆ ਜੀ ਜਿਹੜਾ ਕਾਗਜ਼ਾਂ 'ਚ ਕੁਛ ਵੱਜਦਾ ਐਂਡ ਪਤਾ ਵੀ ਹੋਣ ਦੇ ਬਾਵਜੂਦ ਕਿਤੇ ਵੀ ਨਹੀਂ ਵੀ ਮਾਰਕੀਟ 'ਚ ਤੇ ਇਦਾਂ ਆ, ਪਰ ਹੁਣ ਸਰਕਾਰੀ ਇਦਾਂ ਆ, ਪਰ ਹੁਣ ਚੱਲ ਆਪਾਂ ਸਰਕਾਰੀ ਨੂੰ ਇਦਾਂ ਜੇ ਗੋਲ ਕਰਨ ਦਾ ਕਰਕੇ ਫਿਰ ਮਾਰਕੀਟ ਦੇ ਹਿਸਾਬ ਨਾਲ ਸੈੱਟ ਕਰ ਲਈਏ। ਉਹ ਮਾਰਕੀਟ ਤੇ ਸਰਕਾਰੀ ਨੂੰ ਜੇ ਕਿਤੇ ਬਰਾਬਰ ਕਰ ਲਿਆ ਜਾਵੇ ਤੇ ਉਹਦੇ ਨਾਲ ਸਰਕਾਰ ਦੇ ਖਜ਼ਾਨੇ 'ਚ ਵੀ 4 ਪੈਸੇ ਆ ਜਾਣਗੇ ਜੀ। ਦੂਜੀ ਗੱਲ ਇਹ ਵੀ ਆ ਵੀ ਜਿਹੜੇ ਬੰਦੇ ਨੂੰ ਉੱਥੇ ਕੰਮ ਪੈਂਦਾ ਉਹਨੂੰ ਪਤਾ ਵੀ ਯਾਰ ਜੇ ਮਾਰਕੀਟ 'ਚ ਆਇਆ ਤੇ ਸਰਕਾਰੀ ਵੀ ਆ ਹੀ ਹੈ। ਹੁਣ ਜਦੋਂ ਤੁਸੀਂ ਲਾਇਸੈਂਸ ਦੀ ਗੱਲ ਕੀਤੀ ਜਾਂ ਮੰਨ ਲਓ ਵੀ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ੀ ਪੱਤਰੀ ਕਾਰਵਾਈ ਹੈ ਜਾਂ ਕਿਸੇ ਨੇ ਕੋਈ ਲੋਨ ਹੀ ਲੈਣਾ ਵੀ ਯਾਰ ਮੈਂ ਫਲਾਨਾ ਕੰਮ ਖੋਲ੍ਹਣਾ, ਫਲਾਨੇ ਕੰਮ ਲਈ ਮੈਨੂੰ ਫਲਾਨੀ ਬੈਂਕ ਨੇ ਲੋਨ ਦੇਣਾ ਜੀ। ਹੁਣ ਹੁੰਦਾ ਕੀ ਆ ਵੀ ਉੱਥੇ ਅਗਲਾ ਬੰਦਾ ਆਉਂਦਾ ਜੀ ਪਹਿਲਾਂ ਤਾਂ ਮੈਂ ਇਸ ਮਹਿਕਮੇ 'ਚ ਜਾਵਾਂ, ਉਹ ਕਹਿੰਦਾ ਜੀ ਇਹਦੀ ਪਰਮਿਸ਼ਨ ਲਿਆ, ਫਿਰ ਦੂਜਾ ਬੈਂਕ ਵਾਲੇ ਉਹ ਕਹਿੰਦਾ ਵੀ ਤੂੰ ਫਲਾਨੇ ਕਾਗਜ਼ ਪਹਿਲਾਂ ਫਲਾਨੇ ਦਫ਼ਤਰ ਤੋਂ ਲੈ ਗਿਆ, ਫਿਰ ਤੇਰਾ ਆਪਾਂ ਲੋਨ ਕਰਨਾ। ਹੁਣ ਗੱਲ ਇਹ ਆ ਵੀ ਜੇ ਉਹਨੂੰ ਆਪਾਂ 3-4 ਦਫ਼ਤਰਾਂ 'ਚ ਹੀ ਘੁਮਾ ਛੱਡਿਆ, ਅੱਕ ਕੇ ਉਹਨੇ ਕਿਤੇ ਨਾ ਕਿਤੇ ਅੱਗੇ ਤੇ ਹੱਥ ਜੋੜਨੇ ਆ ਵੀ ਵੀਰ ਮੇਰਾ ਮੇਰੇ ਕੋਲੋਂ ਲੈ ਲਾ ਕੁਛ ਤੇ ਇਹਦਾ ਕਰਾ ਦੇ ਕੰਮ। ਇਹਦਾ ਮਤਲਬ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਤੇ ਉੱਥੋਂ ਹੋ ਗਈ। ਤੇ ਜਿਹੜੀ ਚੀਜ਼ ਹੋਣ ਵਾਲੀ ਸਰਕਾਰ ਕਹਿੰਦੀ ਵੀ ਆਪਾਂ ਨੂੰ ਦੂਰ ਕਰਨਾ, ਇਹ ਦੂਰ ਕਰਨ ਦਾ ਬੜਾ ਸੌਖਾ ਤਰੀਕਾ ਵੀ ਜਿਹੜੀ ਬੈਂਕ ਨੇ ਲੋਨ ਕਰਨਾ ਜੇ ਉਹ ਬਾਕੀ ਕੰਮ ਕਰ ਸਕਦੇ ਤੇ ਉਹਨਾਂ ਨੂੰ ਕਹਿ ਦਿਓ ਵੀ ਵੀਰ ਮੇਰੇ ਪ੍ਰੋਜੈਕਟ ਰਿਪੋਰਟ ਤੇਰੀ ਆ, ਅਸੀਂ ਤੇਰੀ ਐਸਾ ਹਿਸਾਬ ਨਾਲ ਆ ਮਦਦ ਕਰ ਦਿਆਂਗੇ। ਹਾਂ ਸਾਡੇ ਕਿਉਂਕਿ ਬੰਦੇ ਨੇ ਲੱਗਣਾ, ਇਸ ਕਰਕੇ ਇੰਨੀ ਸਾਡੀ ਫੀਸ ਆ। ਭ੍ਰਿਸ਼ਟਾਚਾਰ ਨਾ ਹੋਊਗੇ ਉਹ ਬੈਂਕ ਦੇ ਜੇ ਮੰਨ ਲਓ ਅਗਲੇ ਨੂੰ ਲੱਗਦਾ ਵੀ ਸਾਨੂੰ ਬੰਦੇ ਰੱਖਣੇ ਪੈਂਦੇ ਜਾਂ ਸਾਡਾ ਬੋਝ ਪੈਂਦਾ ਤੇ ਉਹਨੂੰ ਉਨੀ ਕੁ ਫੀਸ ਲਾ ਦਿਓ ਤੇ ਅਗਲੇ ਨੂੰ ਵੀ ਲੱਗੇ ਵੀ ਯਾਰ ਮੈਂ ਫਲਾਨੇ ਥਾਂ ਤੇ ਜਾਣਾ ਤੇ ਫਲਾਨੀ ਬੈਂਕ ਨੇ ਮੇਰਾ ਲੋਨ ਕਰਨਾ। ਉਹ ਜਾਣੇ ਬੈਂਕਾਂ ਕਿਉਂਕਿ ਸਰਕਾਰੀ ਤਾਂ ਕਰਦੀਆਂ ਪ੍ਰਾਈਵੇਟ ਵਾਲਿਆਂ ਨੂੰ ਬੜਾ ਲਾਲਚ ਹੁੰਦਾ ਯਾਰ ਆਪਾਂ ਲੋਨ ਕਿੰਨੇ ਵੱਧ ਤੋਂ ਵੱਧ ਦਿੱਤੇ ਆ। ਜਦੋਂ ਅਗਲਿਆਂ ਨੂੰ ਵੀ ਜਾਪਿਆ ਵੀ ਫਲਾਨੇ ਬੰਦੇ ਨੇ ਫਲਾਨਾ ਪ੍ਰੋਜੈਕਟ ਲਾਉਣਾ, ਇਹਨੂੰ ਇੰਨੇ ਪੈਸੇ ਲੋਨ ਦੇ ਤੌਰ ਤੇ ਦੇਣੇ ਆ, ਯਾਰ ਇਹਦੇ 4 ਕਾਗਜ਼ਾਂ ਬਣਾਓ ਫਟਾਫਟ ਦਿਓ ਲੋਨ ਇਹਨੂੰ, ਇੱਕ ਤਰ੍ਹਾਂ ਕੰਮ ਕਰੇ ਆਪਣਾ। ਤੇ ਉਹ ਜਾਣੇ ਬਹੁਤ ਸਾਰਾ ਕੁਝ ਜਿਹੜਾ ਬੰਦਾ ਅਗਲਾ ਥਾਂ ਧੱਕੇ ਖਾਂਦਾ ਫਿਰਦਾ ਉਹਦਾ ਇੱਕੇ ਥਾਂ ਹੋ ਜੂ ਕੰਮ। ਨਹੀਂ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਤੁਸੀਂ ਦੇਖੋ ਕੇਜਰੀਵਾਲ ਸਾਹਿਬ ਨੂੰ ਖੰਘ ਆ ਗਈ, ਕੋਈ ਵੱਡੇ ਬੰਦੇ ਹੋ ਗਏ ਫਰਕ ਪੈ ਜਾਂਦਾ। ਤੁਹਾਨੂੰ ਉੱਥੇ ਤਾਂ ਨਾ ਭੇਜੀਏ ਕਿ ਬੈਂਗਲੁਰੂ ਜਾਂਦੇ ਹੋ 10 ਦਿਨ ਦੀ ਜੇ ਕਿਤੇ ਛੁੱਟੀ ਮਿਲ ਜਾਏ ਤਾਂ ਫਿਰ ਬੱਲੇ ਬੱਲੇ ਹੋ ਜਾ, ਫਿਰ 10 ਸਾਲ ਹੋਰ ਵੱਧ ਜਾਣ। ਇਹਨੇ ਕਹੋ ਮੈਨੂੰ ਬੈਂਗਲੁਰੂ ਭਾਵੇਂ ਨਾ ਭੇਜੋ 10 ਦਿਨ ਛੁੱਟੀ ਦਵਾ ਦਿਓ, ਖਾਂਸੀ ਆ ਜਾਂਦੀ ਹੈ ਨਾ। ਚਲੋ ਉਹਦੇ ਵਿੱਚ ਵੀ ਚਿੰਤਾ ਨਹੀਂ ਕਰਨਾ ਹੁੰਦਾ, ਮੋਬਾਈਲ ਤੋਂ ਦੂਰ ਰਹਿਣਾ। ਸੰਧਾਲੀਆ ਸਾਹਿਬ ਰੌਲਾ ਕੀ ਹੈ ਕਿ ਤੁਸੀਂ ਦੇਖੋ ਆਪਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹ ਗੱਲ ਕਰਦੇ ਸੀ, ਉਦੋਂ ਸਰਕਾਰ ਨਹੀਂ ਸੀ ਬਦਲੀ। ਗੱਲ ਇਹੀ ਕਰਦੇ ਸੀ ਕਿ ਇੱਕੋ ਕੰਮ ਨੇ ਪੰਜਾਬ ਦੇ ਵਿੱਚ ਜਿੱਥੇ ਪੈਸੇ ਲੱਗਣੇ ਆ ਜਿਹੜੇ ਸਰਕਾਰ ਕੋਲ ਹੈ ਨਹੀਂ, ਕੋਈ ਮੰਨੇ ਨਾ ਮੰਨੇ, ਇੱਕੋ ਕੰਮ ਨੇ ਜਿਹਦੀ ਕੇਂਦਰ ਸਰਕਾਰ ਦੇ ਕੋਲੋਂ ਪਰਮਿਸ਼ਨ ਲੈਣੀ ਪੈਣੀ ਆ। ਅਗਲੇ ਕਦੋਂ ਪਰਮਿਸ਼ਨ ਦਿੰਦੇ ਆ ਕਦੋਂ ਨਹੀਂ ਦਿੰਦੇ ਉਹ ਬਾਅਦ ਦੀ ਗੱਲ ਹੈ। ਇੱਕੋ ਕੰਮ ਆ ਜਿਹੜਾ ਕੁਦਰਤ ਦੇ ਉੱਤੇ ਨਿਰਭਰ ਕਰਦਾ, ਖੇਤੀ। ਉਹ ਤਿੰਨੇ ਕੰਮਾਂ ਦੇ ਉੱਤੇ ਪੰਜਾਬ ਦੀ ਸਰਕਾਰ ਦਾ, ਪੰਜਾਬ ਦੀ ਅਫਸਰਸ਼ਾਹੀ ਦਾ ਜ਼ੋਰ ਕੋਈ ਨਹੀਂ। ਜੇ ਕੇਂਦਰ ਨਹੀਂ ਮੰਨਦਾ, ਜੇ ਕੁਦਰਤ ਨਹੀਂ ਮੰਨਦੀ ਆਪਣੇ ਹਿਸਾਬ ਦੇ ਨਾਲ, ਜਾਂ ਜਿਹਦੇ ਲਈ ਪੈਸੇ ਚਾਹੀਦੇ ਆ। ਪਰ ਆਹ ਜਿਹੜੇ ਸੁਝਾਅ ਮੰਗੇ ਆ ਇਹਦੇ ਲਈ ਨਾ ਕੇਂਦਰ ਚਾਹੀਦਾ, ਨਾ ਕੁਦਰਤ ਚਾਹੀਦੀ ਹੈ ਤੇ ਨਾ ਪੈਸੇ ਚਾਹੀਦੇ ਆ। ਬਹੁਤ ਸਾਰੇ ਸੁਝਾਅ ਜਿਹੜੇ ਹੋ ਸਕਦੇ ਆ। ਇੱਛਾ ਸ਼ਕਤੀ ਚਾਹੀਦੀ ਹੈ, ਜਾਨੀ ਨਾਲੇ ਪੁੰਨ ਤੇ ਨਾਲੇ ਫਲੀਆਂ। ਹੁਣ ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਹੀ ਆਊਗਾ। ਜਾਨੀ ਲੋਕ ਦਫ਼ਤਰਾਂ 'ਚ ਜਾਣ ਤੇ ਜਦੋਂ ਘਰੇ ਤੁਰਨ, ਕਈ ਵਾਰੀ ਬਜ਼ੁਰਗ ਆਪਣੇ ਦਸਤਾਰ ਸਜਾਉਂਦੇ ਹੁੰਦੇ ਆ, ਬੀਬੀਆਂ ਤਿਆਰ ਹੁੰਦੀਆਂ ਤੇ ਮਨ 'ਚ ਆਉਂਦਾ ਖੌਰੇ ਮਿਲਣਾ ਕਿ ਨਹੀਂ, ਖੌਰੇ ਬਾਬੂ ਨੇ ਮਿਲਣਾ ਕਿ ਨਹੀਂ, ਅਫਸਰ ਨੇ ਮਿਲਣਾ ਕਿ ਨਹੀਂ, ਖੌਰੇ ਉਹ ਆਇਆ ਹੋਣਾ ਕਿ ਨਹੀਂ, ਖੌਰੇ 2 ਵਜੇ ਆਉਣਾ, ਖੌਰੇ 12 ਵਜੇ ਆਉਣਾ ਹੀ। ਜਿੱਦਣ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਨਾ ਕਿ ਮੈਂ ਆਹ ਕੰਮ ਕਰਾਉਣਾ ਹੀ, ਮੈਂ ਕਰਾਉਣ ਚੱਲਿਆ 9 ਵਜੇ ਬਾਊ ਜੀ ਦਫ਼ਤਰ ਦੇ ਵਿੱਚ ਬੈਠੇ ਹੋਣੇ ਆ ਤੇ ਮੈਂ 9 ਵਜੇ ਚਲੇ ਗਿਆ ਤਾਂ 10 ਵਜੇ ਮੈਂ ਵਿਹਲਾ ਹੋ ਜਾਣਾ। ਜੇ ਉਹਨਾਂ ਨੇ ਕਹਿਤਾ ਕਿ ਪਰਸੋਂ ਨੂੰ ਆਣ ਕੇ ਲੈ ਜਾਓ ਤਾਂ ਪਰਸੋਂ ਨੂੰ ਉਹ ਚੀਜ਼ ਮਿਲ ਜਾਣੀ। ਜਿੱਦਣ ਇਹ ਗੱਲ ਕਲੀਅਰ ਹੋ ਗਈ, ਨਾ ਸਰਕਾਰ ਦਾ ਪੈਸਾ ਲੱਗਾ ਹੋਣਾ, ਨਾ ਕੁਦਰਤ ਦੇ ਉੱਤੇ ਨਿਰਭਰਤਾ, ਨਾ ਕੇਂਦਰ ਸਰਕਾਰ ਤੋਂ ਕੋਈ ਪਰਮਿਸ਼ਨ ਰਾਜਪਾਲ ਸਾਹਿਬ ਤੋਂ ਲੈਣ ਦੀ ਲੋੜ ਹੈ, ਤੇ ਪੰਜਾਬ ਦੇ ਲੋਕ ਅੱਧੇ ਖੁਸ਼ ਹੋ ਜਾਣਗੇ ਆ ਚੰਗਾ ਹੋਇਆ ਭਾਈ। ਕਿਉਂਕਿ ਹੁਣ ਪ੍ਰਾਈਵੇਟ ਥਾਵਾਂ ਦੇ ਉੱਤੇ ਵੀ ਤਾਂ ਲੋਕ ਜਾਂਦੇ ਆ, ਉੱਥੇ ਉਹਨਾਂ ਨੂੰ ਪਤਾ ਹੁੰਦਾ ਕਿ ਜਾਂਦਿਆਂ ਕੰਮ ਹੋ ਜਾਣਾ ਹੀ। ਸਰਕਾਰੀ ਦਫ਼ਤਰਾਂ ਦੇ ਵਿੱਚ ਕਈ ਵਾਰੀ ਨਹੀਂ ਹੁੰਦਾ। ਤਾਂ ਫਿਰ ਇਹ ਘੁੰਡੀ ਜੇ ਸਮਝ ਕੇ ਅਗਲੇ ਪਾਸੇ ਨੂੰ, ਹਾਂ ਲੋਕ ਇਮਾਨਦਾਰੀ ਦੇ ਨਾਲ, ਇਹ ਨਾ ਕਹਿਣ ਕਿ ਦੇ ਹੀ ਦੇਣਾ ਸੀ ਆ ਫਲਾਣਾ ਨੂੰ ਦੇ ਦੂਗਾ ਸਿਆ, ਨਾ ਤੁਸੀਂ ਆਪ ਦਾ ਸੁਝਾਅ ਦਿਓ, ਪ੍ਰੈਕਟੀਕਲ ਦਿਓ। ਵੱਖ-ਵੱਖ ਮਹਿਕਮਿਆਂ ਦੇ ਵਿੱਚ ਲੋਕਾਂ ਨੇ ਕੰਮ ਕੀਤਾ ਹੁੰਦਾ, ਐਕਸਪਰਟ ਹੁੰਦੇ ਆ, ਵਿਦੇਸ਼ਾਂ ਦੇ ਵਿੱਚ ਘੁੰਮ ਫਿਰ ਕੇ ਆਏ ਹੁੰਦੇ ਆ, ਵਧੀਆ ਸੁਝਾਅ ਦਿਓ। ਹੋ ਸਕਦਾ ਤੁਹਾਡਾ ਸੁਝਾਅ ਉਹਨਾਂ ਲਈ ਇੰਨਾ ਕੀਮਤੀ ਹੋਵੇ ਕਿ ਤੁਹਾਡੇ ਸੁਝਾਅ ਤੇ ਅਮਲ ਹੋ ਜਾਏ। ਅਸਲ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਾਣੀ ਤੇ ਹੋਈ ਹੈ, ਕਿਉਂਕਿ ਹਾਲਾਂਕਿ ਵਿਰੋਧੀ ਧਿਰ 'ਚ ਬੈਠੇ ਆ
ਰਾਜਾ ਵੜਿੰਗ ਸਾਹਿਬ ਜੀ, ਉਹਨਾਂ ਨੇ ਇਤਰਾਜ਼ ਕੀਤਾ। ਉਹ ਕਹਿੰਦੇ ਮੇਰਾ ਇਤਰਾਜ਼ ਹੈ। ਉਹ ਕਹਿੰਦੇ ਕਮਾਲ ਹੋ ਗਈ ਵੀ ਪੰਜਾਬ ਦੇ ਲੋਕਾਂ ਦਾ ਕੰਮ ਸੀਗਾ ਸਰਕਾਰ ਬਣਾਉਣੀ, ਤੁਸੀਂ ਕਿਹਾ ਅਸੀਂ ਕੰਮ ਚਲਾਵਾਂਗੇ, ਉਹਨਾਂ ਨੇ ਸਰਕਾਰ ਬਣਾਤੀ, ਤੁਹਾਨੂੰ ਹੁਣ ਕੰਮ ਸੌਂਪਿਆ, ਤੁਸੀਂ ਐਕਸਪਰਟਸ ਦੇ ਕੋਲ ਜਾਓ, ਜਿਹੜੇ ਐਕਸਪਰਟ ਨੇ ਉਹ ਤੁਹਾਨੂੰ ਬਣਾ ਕੇ ਦੇਣ ਵੀ ਬਜਟ ਕਿਵੇਂ ਬਣਾਉਣਾ ਜੀ। ਇਹ ਕਿਹੜਾ ਕਰਿਆਨੇ ਦੀ ਦੁਕਾਨ ਤੋਂ ਸੌਦਾ ਲਿਆਉਣਾ ਵੀ ਤੁਸੀਂ ਕਹਿੰਦੇ ਲੋਕਾਂ ਤੋਂ ਪੁੱਛੀ ਜਾਂਦੇ ਹੋ। ਇਸ ਕਰਕੇ ਲੋਕਾਂ ਤੋਂ ਰਾਏ ਨਹੀਂ ਦੇਣੀ ਚਾਹੀਦੀ, ਇਹ ਉਹਨਾਂ ਦਾ ਆਪਣਾ ਵਿਚਾਰ ਹੋ ਸਕਦਾ। ਪਰ ਮੈਨੂੰ ਇਹਦੇ ਵਿੱਚ ਇਹ ਲੌਜਿਕ ਲੱਗਦਾ ਵੀ ਹੁਣ ਜੇ ਮੰਨ ਲਓ ਵੀ ਆਪਾਂ ਦੋਵੇਂ ਜਣੇ ਬੈਠੇ ਹਾਂ, ਆਪਾਂ ਦੋਵੇਂ ਆਖੇ ਵੀ ਦੁਨੀਆ ਦੇ ਜੇ ਦੋ ਸਿਆਣੇ ਬੰਦੇ ਤਾਂ ਇੱਥੇ ਹੀ ਬੈਠੇ, ਤੀਜਾ ਹੈ ਹੀ ਕੋਈ ਨਹੀਂ, ਫਿਰ ਇਹ ਤੇ ਆਪਣੀ ਮੂਰਖਤਾ ਹੀ ਹੋਗੀ ਨਾ। ਜੇ ਆਪਾਂ ਕਿਸੇ ਨੂੰ ਕਹੀਏ ਵੀ ਯਾਰ ਫਲਾਨੀ ਗੱਲ ਐਂ ਕਰ ਲਓ, ਕੀ ਪਤਾ ਹੁੰਦਾ ਕਿੱਥੋਂ ਕਿਹੜੇ ਬੰਦੇ ਨੇ ਕਿਹੜਾ ਸੁਝਾਅ ਦੇ ਦੇਣਾ। ਹੋ ਸਕਦਾ ਅਗਲੇ ਦਾ ਸੁਝਾਅ 80% ਚੰਗਾ ਹੋਵੇ, 20% ਸਰਕਾਰ ਉੱਤੇ ਕੰਮ ਕਰ ਲਵੇ, ਕੋਈ ਇੱਕ ਟਰਨਿੰਗ ਪੁਆਇੰਟ ਹੀ ਆ ਜਾਵੇ। ਸਲਾਹ ਲੈਣ 'ਚ ਤੇ ਕਿਸੇ ਦਾ ਕੁਝ ਨਹੀਂ ਜਾਂਦਾ। ਦੁਨੀਆ 'ਚ ਬਹੁਤ ਮੁਲਕ ਨੇ ਸੰਧਾਲੀਆ ਸਾਹਿਬ ਜਿੱਥੇ ਸਰਕਾਰਾਂ ਸੁਝਾਅ ਲੈਂਦੀਆਂ, ਉਹ ਕਹਿੰਦੀਆਂ ਦੱਸੋ ਜੀ ਆਹ ਕੰਮ ਕਰਨਾ ਕਿਵੇਂ ਹੋਊਗਾ, ਤੁਹਾਡੇ ਕੋਲ ਇਤਰਾਜ਼ ਹੋਵੇ, ਕੋਈ ਸੁਝਾਅ ਹੋਵੇ ਸਾਨੂੰ ਦੱਸੋ। ਰਾਜਾ ਵੜਿੰਗ ਸਾਹਿਬ ਨੇ ਵੈਸੇ ਗੱਲ ਵਧੀਆ ਕੀਤੀ ਹੈ। ਉਹ ਕਹਿੰਦੇ ਜੇ ਬਜਟ ਲੋਕਾਂ ਨੇ ਬਣਾਉਣਾ ਤੁਸੀਂ ਕਾਹਦੇ ਲਈ ਆ। ਮੈਨੂੰ ਲੱਗਦਾ ਕਿ ਹੋਰ ਚੰਗਾ ਹੁੰਦਾ ਜੇ ਰਾਜਾ ਵੜਿੰਗ ਸਾਹਿਬ ਇਹ ਕਹਿੰਦੇ ਕਿ ਬਜਟ ਬਣਾਉਣਾ ਕਾਹਦਾ ਆ, ਇੰਨੇ % ਤਾਂ ਤੁਹਾਡੇ ਰੁਪਈਏ ਤਨਖਾਹ ਦੇ ਵਿੱਚ ਚਲੇ ਜਾਂਦੇ ਆ, ਇੰਨੇ % ਤੁਹਾਡੇ ਕੋਲ ਰੁਪਈਏ ਪੈਨਸ਼ਨ ਚਲੇ ਜਾਂਦੇ ਆ, ਇੰਨੇ % ਤੁਹਾਡੇ ਕੋਲ ਰੁਪਈਏ ਕਰਜ਼ੇ ਦੇ ਵਿਆਜ ਦੇ ਵਿੱਚ ਚਲੇ ਜਾਂਦੇ ਆ, ਤਾਂ ਤੁਸੀਂ ਬਜਟ ਕਾਹਦਾ ਬਣਾਉਣਾ ਹੈ। ਵੈਸੇ ਜਿੰਨੀ ਸ਼ਿੱਦਤ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਨੇ ਇਹ ਮੁੱਦਾ ਚੁੱਕਿਆ ਨਾ ਕਿ ਸਰਕਾਰ ਨੇ ਕਰਨਾ, ਜੇ ਕਿਤੇ ਇੰਨੀ ਸ਼ਿੱਦਤ ਦੇ ਨਾਲ 2017 ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਬਣੀ ਆ ਤੇ ਜੇ ਸਰਕਾਰ ਦੇ ਵਿੱਚ ਉਹ 3-4 ਮਹੀਨੇ ਮਿਨਿਸਟਰ ਵੀ ਰਹੇ ਆ, ਜੇ ਕਿਤੇ ਇੰਨੀ ਸ਼ਿੱਦਤ ਦੇ ਨਾਲ ਉਦੋਂ ਕਹਿੰਦੇ ਕਿ ਭਾਈ ਆ ਮਾੜਾ ਜਿਹਾ ਮੁਫਤ ਸਮਾਰਟਫੋਨ ਦੇਣ ਦੀ ਗੱਲ ਆ ਬਜਟ ਦੇ ਵਿੱਚ ਰੱਖਣਾ, ਕਿਉਂਕਿ ਉਦੋਂ ਤਾਂ ਲੋਕਾਂ ਤੋਂ ਨਹੀਂ ਸੀ ਪੁੱਛਿਆ, ਉਦੋਂ ਤਾਂ ਪਾਰਟੀ ਨੇ ਆਪ ਹੀ ਕੀਤਾ ਸੀ। ਵਿਧਾਇਕ ਦਲ ਦੀਆਂ ਮੀਟਿੰਗਾਂ ਹੁੰਦੀਆਂ ਹੋਣਗੀਆਂ, ਵਿਧਾਨ ਸਭਾ ਦੇ ਸੈਸ਼ਨ ਚੱਲਦੇ ਹੋਣੇ ਆ, ਕਿਸਾਨਾਂ ਦਾ ਕਰਜ਼ ਮਾਫ ਕਰਨਾ ਸੀ, ਸਾਰਿਆਂ ਦਾ ਹੋਇਆ ਨਾ। ਰੇਤਾ ਮਹਿੰਗੀ ਸੀ ਤਾਂ ਮਹਿੰਗੀ ਰਹੀ, ਨਸ਼ਾ ਵਿਕਦਾ ਸੀ ਤਾਂ ਵਿਕਦਾ ਰਿਹਾ। ਕਿਉਂਕਿ ਜੇ ਲੋਕਾਂ ਦੇ ਸੁਝਾਅ ਅੱਜ ਤੱਕ ਨਹੀਂ ਲਿਆ, ਪੰਜਾਬ ਦੇਖੋ ਕਿੱਥੇ ਗਿਆ। ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਨੇ ਸੁਝਾਅ ਲੈ ਕੇ ਲਾਗੂ ਕਰਨੇ, ਖੌਰੇ ਲੋਕਾਂ ਦਾ ਇੱਕ ਬਣਾ ਸੁਝਾਅ ਮੰਨਣ। ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਦੋਂ ਭਗਵੰਤ ਮਾਨ ਹੋਰਾਂ ਨੂੰ ਸੀਐਮ ਦੇ ਅਹੁਦੇਦਾਰ ਦੇ ਲਈ ਐਲਾਨਿਆ, ਉਹਨਾਂ ਨੇ ਕਿਹਾ ਇੰਨੇ ਲੱਖ ਵੋਟਾਂ ਪਈਆਂ, ਇੰਨੇ ਲੱਖ ਲੋਕਾਂ ਨੇ ਸਾਡੇ ਤੱਕ ਸੁਨੇਹੇ ਭੇਜੇ, ਉਹਦੇ ਵਿੱਚੋਂ ਇੰਨੇ % ਭਗਵੰਤ ਮਾਨ ਸਾਹਿਬ ਦੇ ਹੱਕ 'ਚ ਆਏ। ਉਹਦਾ ਵੈਸੇ ਹੋਰ ਪਾਰਟੀਆਂ ਦੇ ਬੰਦਿਆਂ ਨੂੰ ਵੀ ਵਿੱਚ ਲਾਏ, ਸਿੱਧੂ ਸਾਹਿਬ ਨੂੰ ਲਾਇਆ ਸੀ ਉਦੋਂ ਵਿੱਚ, ਉਹਨਾਂ ਨੂੰ ਇੰਨੇ ਕੁ % ਹੀ ਪਈਆਂ। ਚਲੋ ਰਣਨੀਤੀ ਹੈ ਚੋਣਾਂ ਦੀ ਉਹਨਾਂ ਦੀ, ਪਰ ਮੈਨੂੰ ਇਹ ਲੱਗਦਾ ਕਿ ਲੋਕਤੰਤਰ ਹੈ, ਜੇ ਲੋਕਾਂ ਤੋਂ ਪੁੱਛ ਲਿਆ ਕੋਈ ਮਾੜੀ ਗੱਲ ਨਹੀਂ। ਰਾਹੁਲ ਗਾਂਧੀ ਹੋਰਾਂ ਨੇ ਵੀ ਤਾਂ ਜਦੋਂ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨਣਾ ਸੀ ਤਾਂ ਉਹ ਕਹਿੰਦੇ ਪਾर्टी वर्करों से पूछा है, अध्यक्षों से राय ली है, ब्लॉक के प्रेसिडेंट उनसे पूछा है, हमें बहुत सी फीडबैक आई है, उसी के आधार पे हमने फैसला किया है। चलो पार्टी की गल सी, पर मैनू लगता है कि जे ਇਹਦੇ ਉੱਤੇ ਸਰਕਾਰ ਦਾ ਕੋਈ ਰੁਪਈਆ ਧੇਲਾ ਖਰਚ ਨਹੀਂ ਹੁੰਦਾ ਤੇ ਸਰਕਾਰ ਨੂੰ ਕੱਲਾ ਬਜਟ ਬਣਾਉਣ ਲੱਗੇ ਨਹੀਂ, ਹਰ ਵੇਲੇ ਪੁੱਛਣਾ ਚਾਹੀਦਾ ਕਿ ਤੁਹਾਨੂੰ ਹਸਪਤਾਲਾਂ 'ਚ ਕੀ ਚਾਹੀਦਾ, ਤੁਹਾਨੂੰ ਸਕੂਲਾਂ 'ਚ ਕੀ ਚਾਹੀਦਾ, ਅਸੀਂ ਕੰਮ ਕਰ ਕਿਵੇਂ ਕਰੀਏ, ਕਰਜ਼ਾ ਮੁਕਤ ਪੰਜਾਬ ਨੂੰ ਕਿਵੇਂ ਕਰੀਏ, ਉਹ ਪੁੱਛਣਾ। ਇਹ ਤੇ ਮੇਰਾ ਖਿਆਲ ਇਹ ਗੱਲ ਹੁਣ ਚੱਲੀ ਆ, ਆਪਾਂ ਨੂੰ ਤੇ ਮੇਰਾ ਖਿਆਲ 15-20 ਦਿਨ ਹੋ ਗਏ ਜਦੋਂ ਆਪਾਂ ਇਹ ਗੱਲ ਕਰਦੇ ਸੀ ਵੀ ਯਾਰ ਉਹ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਹਰੇਕ ਡਿਪਾਰਟਮੈਂਟ ਦੇ ਵਿੱਚ ਜਾ ਕੇ ਨਹੀਂ ਸੀ ਅਚਾਨਕ ਤੋਂ ਚੁਣੇ ਹੋਏ ਐਮਐਲਏ ਸਾਹਿਬਾਨ, ਲੀਡਰ ਸਾਹਿਬਾਨ ਜਾਂ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਚਲੇ ਜਾਂਦੇ ਸੀ ਵੀ ਫਲਾਨੀ ਥਾਂ ਦੇ ਉੱਪਰ ਇਦਾਂ ਕਿਉਂ ਨਹੀਂ ਕੰਮ ਹੋਇਆ। ਤੇ ਆਪਾਂ ਇਹ ਉਦੋਂ ਹੀ ਬੇਨਤੀ ਕੀਤੀ ਸੀ ਵੀ ਯਾਰ ਜਿਹੜੇ ਬੰਦੇ ਉੱਥੇ ਕੰਮ ਕਰਦੇ ਆ ਜੀ ਉਹਨਾਂ ਨੂੰ ਪੁੱਛ ਲਓ ਵੀ ਚੱਲਦਾ ਕਿਉਂ ਨਹੀਂ, ਵੀ ਹੋ ਸਕਦਾ ਵੀ ਅਗਲਾ ਬੰਦਾ ਤੁਹਾਨੂੰ ਖੁਦ ਦੱਸ ਸਕੇ ਵੀ ਵੀਰ ਮੇਰਿਓ ਆਹ ਲਓ ਜੀ ਅਸੀਂ ਤਾਂ 20 ਚਿੱਠੀਆਂ ਲਿਖੀਆਂ ਮਹਾਰਾਜ ਤੋਂ, ਪਿਛਲੀਆਂ ਸਰਕਾਰਾਂ ਨੇ ਸਾਡਾ ਕੰਮ ਕੀਤਾ ਨਹੀਂ, ਤੁਸੀਂ ਕਰ ਦਿਓ ਆਪਾਂ ਉੱਦਾਂ ਕਰ ਲੈਂਦੇ ਜੀ। ਹੁਣ ਘੁੰਮ ਘੁਮਾ ਕੇ ਤੇ ਗੱਲ ਉੱਥੇ ਆਉਂਦੀ ਹੈ ਵੀ ਜੇ ਭਗਵੰਤ ਮਾਨ ਸਾਹਿਬ ਨੂੰ ਉਦੋਂ ਮੁੱਖ ਮੰਤਰੀ ਚੁਣਨਾ ਸੀ ਤੇ ਮੈਂ 21-22 ਲੱਖ ਵੋਟਾਂ ਦੀ ਗੱਲ ਕਰਦੇ ਸੀ ਵੀ 21-22 ਲੱਖ ਸਾਨੂੰ ਸੁਨੇਹੇ ਆ ਗਏ। ਮੈਂ ਕਹਿੰਦਾ ਵੀ 21-22 ਲੱਖ ਦੇ ਵਿੱਚੋਂ 20,000 ਨਾ ਆਊਗਾ, ਹੁਣ 20,000 ਵੀ ਛੱਡੋ 2,000 ਵੀ ਨਾ ਆਊਗਾ, 2,000 ਦੇ ਵਿੱਚੋਂ 200 ਵੀ ਐਸਾ ਸੁਝਾਅ ਨਹੀਂ ਹੋਊਗਾ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਕੰਮ ਦਾ ਹੋਵੇ ਜਾਂ ਬਜਟ ਦੇ ਲਈ ਕਿਤੇ ਨਾ ਕਿਤੇ ਕੰਮ ਆ ਜਾਵੇ। ਤੇ ਉਸ 200 ਚੋਂ ਮੈਂ ਨਾ ਜੇ 20 ਵੀ ਚੰਗੀ ਤਰ੍ਹਾਂ ਇੰਪਲੀਮੈਂਟ ਹੋ ਜਾਣ ਤੇ ਤੁਸੀਂ ਇਹ ਅੰਦਾਜ਼ਾ ਲਾਓ ਵੀ ਉਹ ਸੁਝਾਅ ਹੋਊਗਾ ਜਿਹੜਾ ਕਦੀ ਸਰਕਾਰਾਂ ਤੱਕ ਨਾ ਪਹੁੰਚਣਾ ਸੀ, ਨਾ ਕਦੀ ਕਿਸੇ ਨੇ ਪੁੱਛਣਾ ਸੀ। ਨਹੀਂ, ਬਹੁਤ ਜ਼ਰੂਰੀ ਹੈ। ਹੋ ਸਕਦਾ ਸਾਰੀਆਂ ਸਿਆਸੀ ਪਾਰਟੀਆਂ ਵੀ ਰਜਿਸਟਰ ਲਾ ਲੈਣ ਤੇ ਲੋਕਾਂ ਨੂੰ ਆਪਣੇ ਵਰਕਰਾਂ ਨੂੰ ਕਹਿਣ ਕਿ ਸਾਨੂੰ ਸੁਝਾਅ ਦਿਓ ਕਿ ਅਸੀਂ ਆਪਣੀ ਪਾਰਟੀ ਕਿੱਦਾਂ ਚਲਾਉਣੀ ਹੈ। ਮੈਂ ਕਹਿੰਦਾ ਉਹ ਵੀ ਸੁਝਾਅ ਲੈਣ ਆਪਣੀ ਪਾਰਟੀ ਦੇ ਸਮਰਥਕਾਂ ਤੋਂ, ਕਿਹੜਾ ਮੁੱਦਾ ਚੁੱਕੀਏ, ਤੁਹਾਨੂੰ ਕੀ ਲੱਗਦਾ ਕਿ ਸਾਡੇ ਕੰਮ ਕਰਨ ਦਾ ਢੰਗ ਤਰੀਕਾ ਠੀਕ ਹੈ ਕਿ ਨਹੀਂ ਠੀਕ। ਜੇ ਪੁੱਛ ਲੈਣਗੇ ਤਾਂ ਚੰਗੇ ਰਹਿਣਗੇ। ਨਹੀਂ ਚੰਗੇ ਉਹ ਤਾਂ ਨਹੀਂ ਰਹਿਣਗੇ, ਪਰ ਵਰਕਰ ਨਹੀਂ ਰਹੂਗਾ ਮੁੜ ਕੇ ਵਿੱਚ। ਲੈ ਦੱਸੋ ਇਹਦੇ 'ਚ ਤਾਂ ਇਹ ਆ ਵੀ ਲੋਕਾਂ ਨੇ ਸੁਝਾਅ ਦਿੱਤਾ ਸਰਕਾਰ ਨੂੰ, ਸਰਕਾਰ ਮੰਨੇ ਨਾ ਮੰਨੇ, ਕੋਈ ਇਹ ਤਾਂ ਨਹੀਂ ਨਾ ਕਹਿਦਾ ਆ ਲੈ ਵੀ ਤੈਨੂੰ ਮੈਂ ਪੰਜਾਬ ਦਾ ਨਾਗਰਿਕ ਹੋਣ ਤੋਂ ਹੀ ਖਾਰਜ ਕਰ ਦਿੱਤਾ। ਜੇ ਕਿਸੇ ਨੇ ਪਾਰਟੀ ਦੇ ਤੌਰ ਤੇ ਉੱਥੋਂ ਕੋਈ ਨਾ ਕੋਈ ਮੰਗ ਲਿਆ ਸੁਨੇਹਾ ਤੇ ਥੱਲਿਓਂ ਕਿਸੇ ਵਰਕਰ ਨੇ ਲਿਖ ਕੇ ਭੇਜਤਾ ਵੀ ਤੁਸੀਂ ਫਲਾਣੇ ਥਾਂ ਪ੍ਰਧਾਨ ਜੀ ਕੰਮ ਗਲਤ ਕੀਤਾ ਸੀ, ਉਹ ਕਹਿੰਦਾ ਬਾਕੀ ਗੱਲਾਂ ਬਾਅਦ ਇਹਨੂੰ ਪਹਿਲਾਂ 6 ਸਾਲ ਲਈ ਪਾਰਟੀ ਚੋਂ ਕੱਢ ਦਿਓ। ਸਿੱਧੂ ਸਾਹਿਬ ਨੇ ਕਰਤਾ ਟਵੀਟ ਫਿਰ, ਉਹ ਕਹਿੰਦੇ ਜੀ ਜਦੋਂ ਮੇਰੇ ਖਿਲਾਫ ਲੋਕ ਬੋਲਦੇ ਹੁੰਦੇ ਆ ਮੈਂ ਚੁੱਪ ਰਹਿਣਾ, ਸਮਾਂ ਆਪੇ ਹੀ ਜਵਾਬ ਦਿੰਦਾ। ਤੇ ਉਹਨਾਂ ਨੇ ਉਦੋਂ ਕਿਹਾ ਜਦੋਂ ਕਾਂਗਰਸ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਦਿੱਲੀ 'ਚ ਬੈਠਕ ਹੋਣ ਵਾਲੀ ਹੈ, ਅੱਜ ਵੀ ਹੋ ਸਕਦੀ ਹੈ, ਕੱਲ੍ਹ ਵੀ ਹੋ ਸਕਦੀ ਹੈ।
ਚਿੱਠੀ ਰਾਜਾ ਵੜਿੰਗ ਸਾਹਿਬ ਦੇ ਕਹਿਣ ਦੇ ਉੱਤੇ ਹਰੀਸ਼ ਚੌਧਰੀ ਸਾਹਿਬ ਨੇ ਲਿਖੀ, ਕਾਂਗਰਸ ਪਾਰਟੀ ਦੇ ਇੰਚਾਰਜ ਸਾਹਿਬ ਨੇ, ਤੇ ਉਸ ਚਿੱਠੀ ਦੇ ਉੱਤੇ ਚਰਚਾ ਹੋਣੀ ਹੈ ਕਿ ਸਿੱਧੂ ਸਾਹਿਬ ਨੇ ਕਿੰਨੀ ਕੁ ਅਨੁਸ਼ਾਸਨਹੀਣਤਾ ਕੀਤੀ ਹੈ। ਕਿਉਂਕਿ ਹਰੀਸ਼ ਚੌਧਰੀ ਹੋਰਾਂ ਦੀ ਚਿੱਠੀ ਦਾ ਇੱਕ ਪਹਿਲੂ ਇਹ ਆ, ਉਹ ਕਹਿੰਦੇ ਜੀ ਦੇਖੋ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਭ੍ਰਿਸ਼ਟ ਸਰਕਾਰ ਕਿਹਾ ਸੀ, ਉਹਦਾ ਸਾਨੂੰ ਨੁਕਸਾਨ ਹੋਇਆ। ਦੂਸਰਾ ਉਹ ਕਹਿੰਦੇ ਜਦੋਂ ਰਾਜਾ ਵੜਿੰਗ ਸਾਹਿਬ ਨੇ ਪ੍ਰਧਾਨ ਬਣਨਾ ਸੀ ਤਾਂ ਉਦੋਂ ਬਾਹਰੋਂ ਹੀ ਮਿਲ ਕੇ ਮੋਢਿਆਂ ਨੂੰ ਹੱਥ ਲਾ ਕੇ ਤਾਂ ਸ਼ੁਭ ਇਸ਼ਾਮਾ ਦੇ ਕੇ ਚਲੇ ਗਏ, ਜਦਕਿ ਬਾਕੀ ਸਾਰੀ ਪਾਰਟੀ ਇਕੱਠੀ ਸੀ, ਇੱਕ ਸਮਾਗਮ ਦੇ ਸੀ। ਸਿੱਧੂ ਸਾਹਿਬ ਦੇ ਇਸ ਕਰਨ ਤੇ ਵੀ ਨੁਕਸਾਨ ਹੋਇਆ। ਦੇਖੋ ਇਹ ਤਾਂ ਉਹਨਾਂ ਦੀ ਪਾਰਟੀ ਦਾ ਮਸਲਾ ਹੈ, ਪਰ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹੀ, ਹਰੀਸ਼ ਚੌਧਰੀ ਹੋਰੀ ਵਧੀਆ ਬੰਦੇ ਨੇ, ਕਮਾਲ ਦੇ ਬੰਦੇ ਨੇ, ਮਿਨਿਸਟਰ ਰਹੇ ਆ, ਸਾਡੇ ਗੁਆਂਢ ਦੇ ਵਿੱਚ ਰਾਜਸਥਾਨ ਦੇ ਨੇ, ਇੱਕ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ, ਇੱਕ ਕਾਂਗਰਸ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਚੰਗਾ ਹੁੰਦਾ ਇਹ ਨਾ ਇਤਰਾਜ਼ ਕਰਦੇ ਕਿ ਸਿੱਧੂ ਨੇ ਕਿਹਾ ਕਿਉਂ ਕਿ ਭਾਈ ਆਪਣੀ ਪਾਰਟੀ ਦੀ ਸਰਕਾਰ ਵੀ ਕਿਤੇ ਨਾ ਕਿਤੇ ਭ੍ਰਿਸ਼ਟ ਰਹੀ ਹੈ। ਚੰਗਾ ਹੁੰਦਾ ਕਿ ਉਹ ਆਪਣੀ ਪਾਰਟੀ ਨੂੰ ਕਹਿੰਦੇ ਕਿ ਮੈਨੂੰ ਆਗਿਆ ਦਿਓ, ਮੈਂ ਤੁਹਾਡੇ ਵੱਲੋਂ ਲੀਡਰ ਨਾਲ ਪੰਜਾਬ ਸੂਬੇ ਦਾ ਇੰਚਾਰਜ ਹਾਂ, ਆਪਣੀ ਹੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ ਜਿਹੜੇ ਕਿ ਉਸੇ ਸਰਕਾਰ ਦੇ ਵਿੱਚ 1.5-2 ਸਾਲ ਮਿਨਿਸਟਰ ਰਹੇ ਆ, ਉਹਨਾਂ ਨੇ ਦੋਸ਼ ਲਾਇਆ ਕਿ ਭ੍ਰਿਸ਼ਟ ਸਰਕਾਰ ਸੀ, ਆਪਾਂ ਇਨਕੁਆਇਰੀ ਕਰਾਉਣੀ ਆ, ਆਪਾਂ ਖੁਦ ਸਰਕਾਰ ਨੂੰ ਪੰਜਾਬ ਦੀ ਨੂੰ ਬੇਨਤੀ ਕਰੀਏ, ਆਪਾਂ ਖੁਦ ਰੱਟ ਲਿਖਾਈਏ, ਆਪਾਂ ਪਰਚਾ ਦਈਏ ਕਿ ਭਾਈ ਸਾਡਾ ਬੰਦਾ ਇਹ ਕਹਿੰਦਾ, ਉਹਦੇ ਆਧਾਰ ਦੇ ਉੱਤੇ ਜੇ ਤੁਸੀਂ ਕੋਈ ਪੁਣਛਣ ਕਰਕੇ ਸਾਨੂੰ ਦੱਸੋ, ਸਾਨੂੰ ਪਤਾ ਲੱਗੇ ਕਿ ਸਾਡੀ ਪਾਰਟੀ ਦਾ ਕਿਹੜਾ ਮਾੜਾ ਬੰਦਾ ਜਿਹਨੇ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਆਹ ਕੰਮ ਗਲਤ ਤਰੀਕੇ ਨਾਲ ਕੀਤਾ, ਉਹ ਨਹੀਂ ਕਰਨਾ, ਬੰਦਾ ਕੱਢ ਦੇਣਾ ਹੀ ਆਪਾਂ। ਦੇਖੋ ਮੈਂ ਤੇ ਹੁਣੇ ਕਹਿ ਕੇ ਹਟਿਆ, ਅਗਲੇ ਲੀਡਰ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨੇ, ਵਰਕਰ ਵਿਚਾਰੇ ਦਾ ਉੱਥੇ ਕੀ ਵੱਟਿਆ ਜਾਣਾ। ਪਰ ਚਲੋ ਸਿੱਧੂ ਸਾਹਿਬ ਨੇ ਵੀ ਜਿਸ ਹਿਸਾਬ ਨਾਲ 2 ਲਾਈਨਾਂ ਦੇ ਵਿੱਚ ਗੱਲ ਕਹੀ ਹੈ ਨਾ ਜੀ, ਉਹ ਕਹਿਣ ਤੋਂ ਭਾਵ ਇਹੋ ਹੀ ਸੀਗਾ, ਕਿਸੇ ਵੇਲੇ ਹੁੰਦਾ ਨਾ ਵੀ ਯਾਰ ਉਹ ਬੰਦਾ ਤੁਰਿਆ ਫਿਰਦਾ ਤੇ ਅੱਜ ਘੇਰਨਾ ਹੀ, ਤੇ ਅਗਲੇ ਨੇ ਲੋਈ ਦੀ ਬੁੱਕਲ ਮਾਰੀ ਹੁੰਦੀ ਆ, ਦੇ ਵਿੱਚ ਐਵੇਂ ਭਾਵੇਂ ਹੋਰ ਕਹਿੰਦਾ ਡੰਡਾ ਹੀ ਦਿੱਤਾ ਹੁੰਦਾ ਐਂ ਕਰਕੇ ਨਾ, ਯਾਰ ਪਤਾ ਨਹੀਂ ਹੈ ਹਥਿਆਰ ਹੈਗਾ ਉਹਦੇ ਕੋਲ, ਮੈਨੂੰ ਜਾਪਦਾ ਵੀ ਖੇਸੀ 'ਚ ਲਗਾਇਆ ਕੋਈ ਨਾ, ਉਹ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਉਹ ਖੇਸੀ 'ਚ ਇੱਕ ਤਰ੍ਹਾਂ ਨਾਲ 2 ਲਾਈਨਾਂ ਦੇ ਨਾਲ ਇਹੋ ਹੀ ਦੱਸਿਆ ਵੀ ਮੈਂ ਫਿਰ ਹੁਣ ਅਜੇ ਤੇ ਚੁੱਪ ਹੀ ਹਾਂ, ਪਰ ਕੋਈ ਨਹੀਂ ਵਕਤ ਦੱਸੂਗਾ ਜੀ। ਤੇ ਵਕਤ ਵੀ ਲਗਭਗ ਆਇਆ ਹੀ ਪਿਆ। ਜੇ ਮੈਂ ਫਿਰ ਯਾਦ ਕਰਾਵਾਂ ਤੇ ਤਰੀਕ 5 ਹੋ ਗਈ ਆ, ਪੀਕੇ ਸਾਹਿਬ ਦੇ ਟਵੀਟ ਦਾ ਟਾਈਮ ਹੈਗਾ, ਕੁਛ ਪਤਾ ਨਹੀਂ ਵੀ ਅੱਜ ਉਹ ਕੋਈ ਨਵੀਂ ਬੀਨ ਵਜਾ ਕੇ ਸੱਪ ਕੱਢ ਲੈਣ, ਪਤਾ ਨਹੀਂ ਵੀ ਕੋਈ ਪਾਰਟੀ ਵਾਲਾ ਕੱਢ ਲੈਣ, ਕੋਈ ਆਖਣ ਵੀ ਆਪਾਂ ਹੁਣ ਚਰਚਾ ਕਰ ਲੈਣੀ, ਆਖਣ ਵੀ ਕੋਈ ਨਹੀਂ 15 ਦਿਨਾਂ ਨੂੰ ਦੇਖਿਓ ਐਲਾਨ ਕਰਦੇ ਆ, ਨਹੀਂ ਤੇ ਇੱਕ ਲਾਈਨ ਤੇ ਆਮ ਹੀ ਹੁੰਦੀ ਹੈ ਨਾ ਵੀ ਜਿਹੜੇ ਵਿਚਾਰ ਮਿਲਦੇ ਨੇ ਜਿਨ੍ਹਾਂ ਲੋਕਾਂ ਦੇ ਨਾਲ, ਉਹਨਾਂ ਨੂੰ ਇਕੱਠੇ ਕਰਕੇ ਅਸੀਂ ਤੁਰਾਂਗੇ ਤੇ ਸਿਧਾਂਤਕ ਰਾਜਨੀਤੀ ਕੀਤੀ ਜਾਊਗੀ, ਤਾਂ ਜੋ ਪਤਾ ਲੱਗੇ ਕਿ ਦੇਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਇਹੋ ਜਿਹੀ ਕੋਈ ਗੱਲ ਤੁਰ ਪਈ ਤੇ ਕੋਈ ਨਾ ਕੋਈ ਪਲੇਟਫਾਰਮ ਬਣ ਹੀ ਜਾਣਾ। ਨਹੀਂ ਲੱਗਦਾ ਆ ਬਹੁਤ ਸਾਰੇ ਪਾਰਟੀਆਂ ਦੇ ਲੀਡਰ ਨਾਰਾਜ਼ ਬੈਠੇ ਇੱਕ ਦੂਜੇ ਤੋਂ, ਕੋਈ ਕਹਿੰਦਾ ਜੀ ਸਾਨੂੰ ਮਨਾਉਣ ਨਹੀਂ ਆਇਆ, ਕੋਈ ਕਹਿੰਦਾ ਟਿਕਟ ਨਹੀਂ ਦਿੱਤੀ, ਕੋਈ ਕਹਿੰਦਾ ਜੀ ਮੇਰੇ ਖਿਲਾਫ ਪ੍ਰਚਾਰ ਕੀਤਾ। ਜੇ ਪੀਕੇ ਹੋਰੀ ਪਾਰਟੀ ਅਨਾਉਂਸ ਕਰਦੇ ਆ, ਬੰਦੇ ਉਹਨਾਂ ਨੂੰ ਪੰਜਾਬ 'ਚੋਂ ਲੱਭਣੇ ਆ 4, ਕਿਉਂਕਿ ਸਾਡੇ ਕੋਲ ਸੁੱਖ ਨਾਲ ਲੀਡਰ ਬਹੁਤ ਨੇ, ਪਾਰਟੀਆਂ ਦੇ ਕੋਲੇ ਅਹੁਦੇ ਥੋੜੇ ਨੇ, ਲੀਡਰਾਂ ਦੀ ਗਿਣਤੀ ਆਪਣੇ ਕੋਲੇ ਵੱਧ ਹੈ। ਹੁਣ ਸੰਧਾਲੀਆ ਸਾਹਿਬ ਇੱਥੇ ਕੱਲ੍ਹ ਹੀ ਆਪਾਂ ਜ਼ਿਕਰ ਕੀਤਾ ਸੀ ਬੀਬੀ ਰਜਿੰਦਰ ਕੌਰ ਭੱਠਲ ਸਾਹਿਬ, ਕਿ ਉਹਨਾਂ ਨੂੰ ਟਾਈਮ ਅੱਜ ਦਾ ਦਿੱਤਾ ਕਿ ਤੁਸੀਂ ਕੋਠੀ ਖਾਲੀ ਕਰ ਦਿਓ। ਕਹਿੰਦੇ ਆ ਹੌਲੀ ਹੌਲੀ ਕਰਕੇ ਸਮਾਨ ਉਹਨਾਂ ਨੇ ਥੋੜ੍ਹਾ ਜਿਹਾ ਖਿਸਕਾਇਆ, ਹੌਲੀ ਹੌਲੀ ਕਰਕੇ ਸਮਾਨ ਥੋੜ੍ਹਾ ਜਿਹਾ ਕੱਢਿਆ। ਇੱਕ ਵਾਰੀ ਔਖਾ ਹੋ ਜਾਂਦਾ ਨਾ ਕਿ ਭਾਈ ਥੋੜ੍ਹਾ ਜਿਹਾ ਮੋਟਾ ਜਿਹੜਾ ਨਹੀਂ ਚਾਹੀਦਾ, ਗੰਢਾ ਗੁੰਡਾ ਬਣ ਕੇ ਆਮ ਤੌਰ ਦੇ ਉੱਤੇ ਘਰ ਸ਼ਿਫਟ ਕਰਨਾ ਹੋਵੇ, ਤੇ ਉਹ ਤੋਂ ਫਿਰ ਬੀਬੀਆਂ ਉਦੋਂ ਪਹਿਲਾਂ ਮੋਟਾ ਸਮਾਨ ਨਾ ਚਾਦਰਾਂ ਦੇ ਵਿੱਚ ਹੀ ਗੰਢਾ ਬਣ ਕੇ ਕਿ ਭਾਈ ਪਹਿਲਾਂ ਆਹ ਰੱਖਿਓ, ਆ ਜਿੰਨੇ ਕੁ ਦਿਨ ਇੱਥੇ ਆ ਗਿਆ ਰਸੋਈ ਦਾ ਸਮਾਨ ਤਾਂ ਇੱਥੇ ਚਾਹੀਦਾ ਚੱਲਦਾ ਰੱਖਣਾ, ਆ ਮੰਜੇ ਬਾਕੀ ਲੈ ਜਾਓ, 2 ਬਾਅਦ 'ਚ ਲੈ ਜਾਵਾਂਗੇ ਆਪਾਂ, ਇਹ ਤਾਂ ਫਿਰ ਰਾਤ ਨੂੰ ਸੌਣ ਵੇਲੇ ਵਰਤਣੇ ਪੈਣੇ ਆਪਾਂ ਨੂੰ। ਸੋ ਬੀਬੀ ਭੱਠਲ ਨੇ ਕਹਿੰਦੇ ਆ ਕਿ ਸਮਾਨ ਕੁਝ ਚੱਕ ਲਿਆ, ਅੱਜ ਕੋਠੀ ਖਾਲੀ ਕਰਦੇ ਆ ਕਿ ਨਹੀਂ ਕਰਦੇ, ਸਾਰੀ ਦੀ ਸਾਰੀ ਇਹ ਉਹਨਾਂ ਦੇ ਉੱਤੇ ਨਿਰਭਰ ਕਰਦਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਅਸਰ ਹੋਣ ਲੱਗ ਪਿਆ, ਤੇ ਜੇ ਅਸਰ ਇਦਾਂ ਹੀ ਜਾਰੀ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਰਾਹਤ ਜਿਹੜੀ ਮਿਲ ਸਕਦੀ ਆ। ਤੇ ਉਧਰ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਮੈਂ ਵਿਧਾਇਕਾਂ ਨਾਲ ਮੀਟਿੰਗ ਕਰਨੀ ਆ, ਨਹੀਂ ਕਰ ਲਈ ਉਹਨਾਂ ਨੇ। ਦੇਖੋ ਬੰਦੇ ਸੱਦੇ, ਵੱਡੀ ਗੱਲ ਇਹ ਹੁੰਦੀ ਆ ਕਿ ਜਦੋਂ ਮਤਲਬ ਇੰਨੀ ਵੱਡੀ ਗਿਣਤੀ ਦੇ ਵਿੱਚ MLA ਸਾਹਿਬਾਨ ਉੱਥੇ ਆਉਂਦੇ ਨੇ ਜੀ, ਆਪਣਾ ਮੀਡੀਆ ਵਾਲਾ ਭਾਈਚਾਰਾ ਵਿਚਾਰਾ ਨਾ ਉਹ ਬੜਾ ਉਹਨਾਂ ਨੂੰ ਤਗੜੇ ਹੋ ਕੇ ਰਹਿਣਾ ਪੈਂਦਾ। ਉਹ ਕਹਿੰਦੇ ਯਾਰ ਤੂੰ ਕੈਮਰਾ ਘੁਮਾ ਕੇ ਰੱਖੀ, ਕੁਛ ਪਤਾ ਨਹੀਂ ਵੀ ਕਿਹੜਾ ਲੀਡਰ ਕਦੋਂ ਅੰਦਰ ਚਲੇ ਜਾਵੇ। ਉਹ ਕਹਿੰਦੇ ਬਾਕੀ ਠੀਕ ਆ, ਤੇ ਤੁਸੀਂ ਭਾਜੀ ਜਿਹਦੇ ਲਾਗੇ ਖਲੋਤੇ ਉਹ ਵੀ MLA ਸਾਹਿਬ ਸੀ। ਅੱਛਾ ਯਾਰ ਮੈਨੂੰ ਪਤਾ ਨਹੀਂ ਲੱਗਾ, ਨਵੇਂ ਆ ਨਾ, ਕਿਉਂਕਿ ਕਾਰਨ ਆ ਵੀ ਹੁਣ ਨਵੇਂ ਚੁਣੇ ਹੋਏ ਲੀਡਰ ਸਾਹਿਬਾਨ ਨੇ, ਤੇ ਜਿੱਦਾਂ ਮਾਨ ਸਾਹਿਬ ਸੱਦ ਕੇ ਕਹਿੰਦੇ ਵੀ ਆਪਾਂ ਮੀਟਿੰਗ ਕਰਨੀ ਆ, ਤੇ ਹਰੇਕ ਨੇ ਉੱਥੇ ਜਾ ਕੇ ਤੇ ਆਪਣੇ ਵਿਚਾਰ ਰੱਖੇ, ਕਿਉਂਕਿ ਜਿੰਨੇ ਕੁ ਲੀਡਰ ਬਾਹਰ ਆਏ ਹਰੇਕ ਨੇ ਕਿਹਾ ਵੀ ਬਾਕੀ ਗੱਲਾਂ ਦੀਆਂ ਗੱਲਾਂ ਜੀ ਤੁਸੀਂ ਆਹ ਚੀਜ਼ ਦੇਖ ਲਓ, ਵੀ ਸਾਨੂੰ ਸੱਦਿਆ ਜਾਂਦਾ, ਸਾਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਮੁਸ਼ਕਲ ਕੀ ਆ, ਤੰਗੀ ਕੀ ਆ, ਇੱਥੇ ਸਾਨੂੰ ਦੱਸ ਦਿਓ, ਆਪਾਂ ਉਹਦਾ ਹੱਲ ਕਰ ਦਿੰਦੇ ਹਾਂ ਜੀ। ਫਿਰ ਜਿਹੜੀ ਚੀਜ਼ ਦਾ ਧੁੜਕੂ ਸੀ ਲਗਭਗ ਹਰੇਕ ਲੀਡਰ ਨੇ ਉਹ ਸਵਾਲ ਪੁੱਛਿਆ ਆਪਣੇ ਭਾਈਚਾਰੇ ਨੇ, ਉਹ ਜੀ ਖਜ਼ਾਨੇ 'ਚ ਪੈਸੇ ਪੂਸੇ ਤਾਂ ਹੈ ਨਹੀਂ, ਤੇ ਫਿਰ ਕੰਮ ਤੁਹਾਡੇ ਕਿੱਦਾਂ ਹੋਣੇ? ਉਹ ਕਹਿੰਦੇ ਨਹੀਂ ਸਾਨੂੰ ਨਹੀਂ, ਉਹਨਾਂ ਨੇ ਇੱਕ ਵਾਰ ਵੀ ਆਖਿਆ ਵੀ ਪੈਸੇ ਹੈ ਨਹੀਂ ਗੇ। ਉਹ ਕਹਿੰਦੇ ਵੀ ਤੁਸੀਂ ਆਪਣੇ ਪ੍ਰੋਜੈਕਟ ਲੈ ਕੇ ਆਓ, ਆਪਣੀਆਂ ਮੁਸ਼ਕਲਾਂ ਸਾਨੂੰ ਦੱਸ ਕੇ ਜਾਓ, ਉਹਦਾ ਹੱਲ ਕਿਵੇਂ ਕਰਨਾ ਅਸੀਂ ਬੈਠੇ ਹਾਂ ਜੀ। ਹੁਣ ਮੈਂ ਸੋਚਦਾ ਸੀ ਵੀ ਜਿਹੜੇ MLA ਨੂੰ ਤੁਸੀਂ ਇਹ ਦੇਖੋ ਵੀ ਉਹਦੇ ਹਲਕੇ ਦੇ ਹਿਸਾਬ ਨਾਲ ਜਿਹੜੀਆਂ ਵੀ ਸਮੱਸਿਆਵਾਂ ਉਹਨਾਂ ਨੇ ਅੰਦਾਜ਼ੇ ਇਕੱਠੀਆਂ ਕੀਤੀਆਂ ਹੋਣਗੀਆਂ,
ਉਹਨਾਂ ਦਾ ਉੱਥੋਂ ਅਗਲੇ ਹੌਸਲਾ ਹੀ ਦੇ ਦੇਣ, ਕਰਨ ਨਾ ਕਰਨ ਬਾਅਦ ਦੀ ਗੱਲ ਆ ਵੀ ਕੋਈ ਨਹੀਂ ਯਾਰ ਤੂੰ ਲੈ ਕੇ ਆਪਾਂ ਕਰਦੇ ਹਾਂ। ਅਗਲਾ ਇਹ ਤੇ ਆਖੂ ਯਾਰ ਮੇਰੇ ਗੇੜੇ ਦਾ ਕੁਛ ਨਾ ਕੁਛ ਵੱਟਿਆ ਗਿਆ। ਨਹੀਂ ਤੇ ਆਪਾਂ ਪਿਛਲੀ ਸਰਕਾਰ ਵੇਲੇ ਤੇ ਉਹੀ ਸੁਣਦੇ ਰਹੇ ਵੀ ਮੁੱਖ ਮੰਤਰੀ ਸਾਹਿਬ ਟਾਈਮ ਨਹੀਂ ਦਿੰਦੇ ਹੀ ਮਿਲਦਾ। ਨਹੀਂ ਉੱਥੇ ਤਾਂ ਮੈਨੂੰ ਲੱਗਦਾ ਕਦੇ 9 ਵੀ ਨਹੀਂ ਇਕੱਠੇ ਗਏ ਹੁਣ, ਇਹਨਾਂ 90 ਕੀਤੇ ਹੋ ਸੀ। ਵੈਸੇ ਫਰਕ ਹੀ ਗੱਲ ਕਰਦੇ ਆ ਫਰਕ ਦੀ। ਤੇ ਸੰਧੂ ਵਾਲੇ ਸਾਹਿਬ ਨਤੀਜੇ ਵਿੱਚ ਵੀ ਫਰਕ ਸੀ ਵੈਸੇ ਬਾਅਦ 'ਚ ਨਾ, ਜਾਣੀ ਜੇ ਪਹਿਲਾਂ ਫਰਕ ਸੀ ਤਾਂ ਬਾਅਦ 'ਚ ਵੀ ਫਰਕ ਹੀ ਸੀਗਾ। ਹੁਣ ਤੁਸੀਂ ਦੇਖੋ ਕਿ ਰਾਘਵ ਚੱਡਾ ਹੋਰੀ ਹਾਜ਼ਰ ਸੀ, ਕਈ ਮਿਨਿਸਟਰ ਹਾਜ਼ਰ ਸੀ, ਕੁੱਲ ਮਿਲਾ ਕੇ 2 MLA ਸੀ ਜਿਹੜੇ ਕਿਸੇ ਖਾਸ ਕਾਰਨ ਕਰਕੇ ਸੱਜੇ ਖੱਬੇ ਸੀ, ਬਾਕੀ ਸਾਰੇ ਆਏ। 45 ਦਿਨ ਤੋਂ ਉੱਪਰ ਹੋ ਗਿਆ ਸਰਕਾਰ ਬਣੀ ਨੂੰ, 50 ਦਿਨਾਂ ਦੀ ਕਾਰਗੁਜ਼ਾਰੀ ਦਾ ਹੋ ਸਕਦਾ ਲੇਖਾ ਜੋਖਾ ਲੋਕਾਂ ਸਾਹਮਣੇ ਪੇਸ਼ ਕਰਨ, ਕਿਹਦੇ ਹਲਕੇ 'ਚ ਕੀ ਸਮੱਸਿਆ ਤੇ ਕਿਹੜਾ ਕੰਮ ਹੋਇਆ, ਸਾਰਾ ਹਿਸਾਬ ਕਿਤਾਬ ਲਿਆ ਹੋਊਗਾ। ਬਾਕੀ ਇਹ ਜ਼ਰੂਰ ਕਿਹਾ ਸੀ ਕਿ ਭਾਈ ਤੁਸੀਂ ਦੱਸੋ ਜੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਵਿਧਾਨ ਸਭਾ ਹਲਕੇ 'ਚ ਕੋਈ ਇਦਾਂ ਦਾ ਅਫਸਰ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ, ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਖਰਾ ਨਹੀਂ ਉਤਰਦਾ, ਆਪਾਂ ਫਿਰ ਉਹਦੇ ਹਿਸਾਬ ਨਾਲ ਨਜਿੱਠਾਂਗੇ। ਤਾਂ ਕਈ MLAs ਨੇ ਕਿਹਾ ਵੀ, ਕਈ ਕਹਿੰਦੇ ਜੀ ਅਕਾਲੀਆਂ ਕਾਂਗਰਸੀਆਂ ਦੇ ਲਈ ਉਹ ਕੰਮ ਕਰਦੇ ਆ, ਸਾਡੇ ਲਈ ਤਾਂ ਕਰਦੇ ਨਹੀਂ। ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਨੇ ਵੀ ਇਦਾਂ ਹੀ ਕਿਹਾ। ਉਹ ਕਹਿੰਦੇ ਜੀ ਆ ਕਰਨਾ ਪਊ, ਕਹਿੰਦੇ ਕੋਈ ਗੱਲ ਨਹੀਂ, ਜਿੱਥੇ ਗਲਤੀ ਆ ਸਾਨੂੰ ਮਰ ਜਾ ਦੱਸੋ ਸੀ, ਅਸੀਂ ਆਪੇ ਰਾਟ ਕਢਾ ਦੇਵਾਂਗੇ। ਹੁਣ ਅੱਜ ਵੀ ਵੱਡੀ ਪੱਧਰ ਦੇ ਉੱਤੇ ਬਦਲੀਆਂ ਕੀਤੀਆਂ ਗਈਆਂ, ਉਹ ਬਦਲੀਆਂ ਦਾ ਫਾਇਦਾ ਲਾਹਾ ਕਿੰਨਾ ਕੁ ਹੁੰਦਾ ਇਹ ਵੀ ਪਤਾ ਲੱਗੂ। ਪੁਲਿਸ ਕਮਿਸ਼ਨਰ ਜਲੰਧਰ ਦੇ ਜਿਹੜੇ ਤੂਰ ਸਾਹਿਬ, ਉਹਨਾਂ ਨੇ ਮੇਰਾ ਖਿਆਲ ਆ ਕਿ 2.5-3 ਦਰਜਨ ਕਰਮਚਾਰੀ ਜਿਹੜੇ ਕਿਤੇ ਬੈਠਾ ਕਿਤੇ ਦਫ਼ਤਰਾਂ 'ਚ ਬੈਠਾ ਉਹਨੂੰ ਕੱਢ ਕੇ ਥਾਣੇ 'ਚ ਭੇਜਿਆ ਕਿ ਭਾਈ ਲੋਕਾਂ ਦੇ ਲਈ ਕੰਮ ਕਰੋ। ਸੰਧਾਲੀਆ ਸਾਹਿਬ ਜੇ ਤਾਂ ਭਗਵੰਤ ਮਾਨ ਸਾਹਿਬ ਆਪਣੇ ਵਿਧਾਇਕਾਂ ਦੀ ਸੁਣਦੇ ਰਹਿਣਗੇ, ਫੀਡਬੈਕ ਲੈਂਦੇ ਰਹਿਣਗੇ, ਅਗਲੀ ਵਾਰੀ ਇਹ ਪੁੱਛਦੇ ਰਹਿਣਗੇ ਕਿ ਤੁਸੀਂ ਜਿਹੜੇ ਪਿਛਲੀ ਵਾਰੀ ਕੰਮ ਕਹਿ ਕੇ ਗਏ ਸੀ ਉਹਨਾਂ ਦੇ ਵਿੱਚੋਂ ਕੋਈ ਹੋਇਆ ਕਿ ਨਹੀਂ ਹੋਇਆ, ਫਿਰ ਪਾਰਟੀ 'ਚ ਵੀ ਠੀਕ ਰਹੂ, ਪੰਜਾਬ ਦੇ ਲੋਕ ਵੀ ਠੀਕ ਰਹਿਣਗੇ, ਤਰਜੀਹੀ ਆਧਾਰ ਦੇ ਉੱਤੇ ਕੰਮ ਹੋਈ ਜਾਣਗੇ। ਨਹੀਂ ਤਾਂ ਅੱਗੇ ਹੁੰਦਾ ਕੀ ਸੀ ਕਿ ਜਿਹੜੇ ਮੁੱਖ ਮੰਤਰੀ ਦੇ ਨੇੜੇ ਨੇ 5-7, ਉੱਥੇ ਗਰਾਂਟਾਂ ਵੀ ਚਲੇ ਜਾਣੀਆਂ, ਉੱਥੇ ਸੜਕਾਂ ਵੀ ਬਣ ਜਾਣੀਆਂ, ਉੱਥੇ ਫੈਕਟਰੀਆਂ ਵੀ ਲੱਗ ਜਾਣੀਆਂ, ਸਾਰਾ ਕੁਝ ਹੋ ਜਾਣਾ, ਤੇ ਬਾਕੀ ਕੱਛਾਂ ਵੀ ਆਉਂਦੇ ਰਹਿੰਦੇ। ਉਹ ਵੀ ਹੁੰਦਾ ਸੀ। ਆ ਜਿਹੜੀ ਮੇਰੇ ਖਿਆਲ ਨਾਲ ਅਫਸਰਾਂ ਦੀ ਗੱਲ ਹੈ ਨਾ, ਇਹ ਪਿਛਲੀ ਵਾਰ ਦਾ ਆਪਾਂ ਆਮ ਸੁਣਦੇ ਰਹੇ ਹਾਂ। ਉਹ ਕਿਤੇ ਦੂਰੋਂ ਵਿਚਾਰੇ ਕਿਸੇ MLA ਸਾਹਿਬ ਨੇ ਜਾ ਕੇ ਕਹਿਣਾ ਜੀ ਉਹ ਮਹਾਰਾਜ ਉਹ ਜੀ ਉੱਥੇ ਬੰਦਾ ਲਾਇਆ ਜੀ, ਉਹ ਤਾਂ ਤੁਸੀਂ ਬਿਲਕੁਲ ਨਹੀਂ ਸੁਣਦੇ ਜੀ। ਉੱਧਰੋਂ ਕਿਤੇ ਚਿੱਠੀ ਪੱਤਰੀ ਪਹੁੰਚਦਿਆਂ 2 ਕਿਸੇ ਵੱਡੇ ਲੀਡਰ ਨੇ ਆਖਣਾ ਹਾਂਜੀ ਹਾਂਜੀ ਜੀ ਉਹ ਮਹਾਰਾਜ ਉਹਦੇ ਬਾਰੇ ਕਰੋ। 2 ਦਿਨ ਬਾਅਦ ਫਿਰ ਗੱਲ ਚੁੱਪ ਕਰ ਜਾਣੀ, ਫਿਰ ਤੀਸਰੇ ਕੁ ਦਿਨ ਗੱਲ ਨਿਕਲਣੀ, ਉਹ ਯਾਰ ਉਹ ਤੁਹਾਡੇ ਇੱਕ ਬੰਦੇ ਲੀਡਰ ਦਾ ਨੇੜਲਾ, ਉਹਨੂੰ ਉੱਥੋਂ ਹਿਲਾ ਨਹੀਂ ਸਕਦੇ ਆਪਾਂ। ਹਾਂ ਉਹ ਤੁਸੀਂ MLA ਨੂੰ ਆਖੋ ਵੀ ਤੂੰ ਆਪ ਹੀ ਥੋੜ੍ਹਾ ਠੀਕ ਰਿਹਾ, ਉਹ ਬੰਦਾ ਤੇ ਉੱਥੇ ਦਾ ਉੱਥੇ ਰਹਿਣਾ। ਠੀਕ ਆ, ਪਿਛਲਾ ਕਲਚਰ ਸੀਗਾ, ਜੇ ਉਸ ਹਿਸਾਬ ਨਾਲ ਪੰਜਾਬ ਚੱਲਦਾ ਰਿਹਾ, ਜੇ ਉਹ ਲੱਗਦਾ ਸੀ ਪੰਜਾਬੀਆਂ ਨੂੰ ਵੀ ਯਾਰ ਉਹ ਠੀਕ ਨਹੀਂ, ਸ਼ਾਇਦ ਇਸੇ ਕਰਕੇ ਉਹਨਾਂ ਨੇ ਬਦਲ ਲਿਆ ਜੀ। ਹਾਂ ਹੁਣ ਜੇ ਜਿੰਨੇ ਵੀ ਉੱਥੇ ਬੰਦੇ ਗਏ ਨੇ, ਜੇ ਉਹਨਾਂ ਨੂੰ ਇਹ ਜਾਪਦਾ ਵੀ ਯਾਰ ਸਾਡਾ ਕੋਈ ਨਿੱਜੀ ਰੋਹਬ ਨਹੀਂ ਮੰਨਦਾ ਵੀ ਮੈਂ ਐਂਟਰ ਮਗਰੋਂ ਹੁੰਨਾ ਤੇ ਅਗਲਾ ਐ ਕੁਰਸੀ ਦੇ ਦੋਵੇਂ ਲੱਤਾਂ ਜੋੜ ਕੇ ਸਲੂਟ ਨਹੀਂ ਮਾਰਦਾ, ਫਿਰ ਇਹ ਗੱਲ ਹੈ ਠੀਕ ਨਹੀਂ। ਪਰ ਜੇ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਕੰਮ ਲੋਕਾਂ ਦੇ ਨੇ, ਵੀ ਜੇ ਮੈਂ ਦਿਨੇ ਰਾਤ ਭੱਜਾ ਫੇਰਦਾ ਤੇ ਯਾਰ ਇੱਥੇ ਆ ਕੇ ਬ੍ਰੇਕ ਲੱਗ ਜਾਂਦੀ, ਫਿਰ ਹੋ ਸਕਦਾ ਉਹਨਾਂ ਦੀ ਸ਼ਿਕਾਇਤ ਜੈਨੂਨ ਹੋਵੇ। ਮੇਰਾ ਖਿਆਲ ਜੇ ਉੱਥੇ ਮਾਨ ਸਾਹਿਬ ਨੇ ਬਾਕੀ ਸਾਰੇ ਬੰਦਿਆਂ ਨੂੰ ਸੱਦ ਕੇ ਇਸ ਚੀਜ਼ ਦੇ ਉੱਪਰ ਗੱਲ ਕੀਤੀ ਆ, ਤੇ ਨਿਹਰਾ ਪੂਰਾ ਇੱਦਾਂ ਵੀ ਨਹੀਂ ਸੋਚ ਲੈਣਾ ਚਾਹੀਦਾ ਵੀ ਯਾਰ ਸਾਰੇ ਅਫਸਰ ਕੰਮ ਹੀ ਨਹੀਂ ਕਰਦੇ ਹੋਣਗੇ। ਕਿਤੇ ਇਹ ਵੀ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਵੀ ਕਿਤੇ ਅਗਲੇ ਦੀ ਕੋਈ ਪਰਸਨਲ ਰੌਲੇ ਰੱਪੇ ਵਾਲੀ ਗੱਲ ਤਾਂ ਨਹੀਂ ਹੈਗੀ। ਨਹੀਂ, ਬਹੁਤ ਜ਼ਰੂਰੀ ਹੈ। ਸੰਧਾਲੀਆ ਸਾਹਿਬ ਹੁਣ ਪਟਵਾਰੀਆਂ ਦਾ ਮਸਲਾ ਹੈ। ਪਟਵਾਰੀਆਂ ਨੇ ਪੰਜਾਬ 'ਚ ਕਹਿਤਾ ਅਸੀਂ 15 ਮਈ ਤੱਕ ਕੰਮ ਨਹੀਂ ਕਰਨਾ। ਕਾਰਨ ਕੀ ਨਿਕਲਿਆ? ਦਰ ਸਿੰਘ ਨਾਂ ਦੇ ਇੱਕ ਪਟਵਾਰੀ ਨੇ ਸੰਗਰੂਰ ਜ਼ਿਲ੍ਹੇ ਦੇ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਕਿ ਇਹਨਾਂ ਦੇ ਖਿਲਾਫ ਰਿਸ਼ਵਤਖੋਰੀ ਦੀ ਸ਼ਿਕਾਇਤ ਆਈ ਹੈ। ਇੱਕ ਵੀਡੀਓ ਹੈ ਜਿਹਦੇ ਵਿੱਚ ਇੱਕ ਸਹਾਇਕ ਪਟਵਾਰੀ, ਚਾਹੇ ਉਹ ਗੈਰ ਸਰਕਾਰੀ ਹੋਊਗਾ, ਮੇਰੇ ਖਿਆਲ ਨੰਬਰਦਾਰ ਸਾਹਿਬ ਵੀ ਨੇ, ਉੱਥੇ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਣ ਦੀ ਗੱਲਬਾਤ ਚੱਲੀ। ਹੁਣ ਪਟਵਾਰੀ ਸਾਹਿਬ ਵਿਜੀਲੈਂਸ ਨੇ ਫੜ ਲਏ, ਫੜ ਕੇ ਅੰਦਰ ਦੇ ਤੇ ਬਾਕੀ ਪਟਵਾਰੀਆਂ ਨੇ ਹੜਤਾਲ ਕਰ ਦਿੱਤੀ। ਉਹ ਕਹਿੰਦੇ ਜੀ 15 ਮਈ ਤੱਕ ਕੰਮ ਕਰਾ ਲਓ। ਜਿੱਥੋਂ ਆਮ ਲੋਕਾਂ ਨੇ ਪਟਵਾਰਖਾਨਿਆਂ ਜਾਣਾ, ਸਾਈਨ ਕਰਾਉਣੇ, ਫਰਦ ਕਢਾਉਣੀ ਹੈ, ਕੋਈ ਜਮ੍ਹਾਂਬੰਦੀ ਦਾ ਕੋਈ ਕੰਮ ਆ, ਉਹ ਸਾਰਾ ਖੜ ਜਾਣਾ, ਲੋਕ ਤੰਗ ਪਰੇਸ਼ਾਨ ਹੋਣਗੇ। ਹੁਣ ਪਟਵਾਰੀ ਯੂਨੀਅਨ ਦੇ ਪ੍ਰਧਾਨ ਸਾਹਿਬ ਜਿਹੜੇ ਆ, ਉਹ ਕਹਿੰਦੇ ਜੀ ਇਸ ਗੱਲ ਦਾ ਦਾਅਵਾ ਹੈ ਕਿ ਸਾਡੇ ਪਟਵਾਰੀ ਦਾ ਇਸ ਗੱਲ ਦੇ ਨਾਲ ਲੈਣ ਦੇਣ ਕੋਈ ਨਹੀਂ। ਦੂਸਰਾ ਉਹ ਕਹਿੰਦੇ ਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ, ਮਾਲ ਮੰਤਰੀ ਸਾਹਿਬ ਨੂੰ ਵੀ ਮਿਲੇ, ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਪਟਵਾਰੀ ਭਰਤੀ ਕਰੋ। ਆ ਜਿਹੜੇ ਤੁਸੀਂ ਅੱਧ ਵਿਚਾਲੇ ਲਟਕਾਏ ਆ, ਸਾਡੇ ਕੋਲ 3-3 ਪਟਵਾਰੀਆਂ ਦਾ ਕੰਮ ਹੈ, ਸਾਨੂੰ ਮਜਬੂਰੀ 'ਚ ਸਹਾਇਕ ਬੰਦੇ ਰੱਖਣੇ ਪੈਂਦੇ ਆ, ਤੇ ਜਦੋਂ ਅਸੀਂ ਮਜਬੂਰੀ 'ਚ ਸਹਾਇਕ ਰੱਖਦੇ ਆ ਤਾਂ ਫਿਰ ਤੰਗੀਆਂ ਹੁੰਦੀਆਂ ਕਿ ਤੁਸੀਂ ਬੰਦੇ ਭਰਤੀ ਕਰ ਦਿਓਗੇ ਠੀਕ ਹੋ ਜੂ। ਦੂਸਰਾ ਉਹ ਕਹਿੰਦੇ ਜੀ ਉਸ ਵੀਡੀਓ ਦੇ ਵਿੱਚ, ਜਿਹੜੇ ਵੀਡੀਓ ਦੇ ਆਧਾਰ ਤੇ ਗ੍ਰਿਫਤਾਰ ਕੀਤਾ, ਨਾ ਕਹਿੰਦੇ ਨੋਟ ਫੜੋਏ, ਨਾ ਵੀਡੀਓ 'ਚ ਪਟਵਾਰੀ ਹੈ, ਜਾਣੀ ਉਹਨਾਂ ਨੇ ਆਪਣੇ ਵੱਲੋਂ ਸਾਰਾ ਹੀ ਐਕਸਕਿਊਜ਼ ਦਿੱਤਾ ਕਿ ਸਿਆਸੀ ਆਧਾਰ ਦੇ ਉੱਤੇ ਬੰਦਾ ਸਾਡਾ ਕਾਬੂ ਕਰ ਲਿਆ। ਦੂਜੇ ਪਾਸੇ ਵਿਜੀਲੈਂਸ ਕਹਿੰਦੀ ਕਿ ਨਾ ਜੀ ਇਦਾਂ ਨਹੀਂ। ਉਹ ਕਹਿੰਦੇ ਜੀ ਕੋਈ 33 ਰਜਿਸਟਰੀਆਂ ਮਿਲੀਆਂ ਪਟਵਾਰੀ ਸਾਹਿਬ ਦੇ ਘਰੋਂ, ਪੌਣੇ 1-2 ਕਰੋੜ ਦੀ ਜ਼ਮੀਨਾਂ ਜਮੂਨਾਂ ਜਾਂ ਕੁਛ ਵੀ ਪ੍ਰਾਪਰਟੀ ਖਰੀਦੀ ਹੈ। ਫਿਰ ਉਹਨਾਂ ਨੇ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ ਸਾਨੂੰ ਪਤਾ ਲੱਗਾ ਕਿ ਜਿੱਥੋਂ ਦੇ ਉਹ ਪਟਵਾਰੀ ਸੀ ਉੱਥੋਂ ਹੀ ਇੱਕ ਪਿੰਡ ਦੇ ਨੰਬਰਦਾਰ ਵੀ ਸੀਗੇ, ਤੇ ਨੰਬਰਦਾਰੀ ਦਾ ਭੱਤਾ ਲਈ ਜਾਂਦੇ ਸੀ,
1.5-2 ਲੱਖ ਰੁਪਇਆ ਭੱਤਾ ਲੈ ਲਿਆ, ਜਦ ਕਿ ਸਰਕਾਰੀ ਨਿਯਮਾਂ ਦੇ ਮੁਤਾਬਕ ਉਹ ਲੈ ਹੀ ਨਹੀਂ ਸਕਦੇ। ਜੇ ਪਟਵਾਰੀ ਹੈ ਤਾਂ ਨੰਬਰਦਾਰ ਰਹਿ ਹੀ ਨਹੀਂ ਸਕਦੇ। ਉਹ ਕਹਿੰਦੇ ਜੀ ਇਹ ਵੀ ਉਹਨਾਂ ਨੇ ਗਲਤ ਕੀਤਾ। ਹੋਰ ਉਹਨਾਂ ਨੇ ਇਹ ਵੀ ਦੱਸਿਆ ਕਿ ਖਾਤੇ 'ਚ ਕਿੰਨੀ ਨਕਦੀ ਹੈ, ਘਰੋਂ ਸਮਾਨ ਸਮੂਨ ਸਾਰਾ ਲੈ ਗਿਆ ਸੀ। ਸੰਧਾਲੀਆ ਸਾਹਿਬ, ਜੇ ਆਮ ਲੋਕਾਂ ਨੂੰ ਪਤਾ ਲੱਗੇ ਕਿ 33 ਰਜਿਸਟਰੀਆਂ, ਕਰੋੜਾਂ ਦੇ ਵਿੱਚ ਪ੍ਰਾਪਰਟੀ ਖਰੀਦੀ, ਤਾਂ ਲੋਕਾਂ ਦੇ ਮਨ ਦੇ ਵਿੱਚ ਤਾਂ ਅੱਗੇ ਬਹੁਤ ਆ ਕਿ ਭਾਈ ਰਿਸ਼ਵਤਖੋਰੀ ਤੋਂ ਬਿਨਾਂ ਜਾਂ ਪੈਸੇ ਦਿੱਤਿਆਂ ਤੋਂ ਬਿਨਾਂ ਬਹੁਤੇ ਪਟਵਾਰੀ ਜਿਹੜੇ ਕੰਮ ਨਹੀਂ ਕਰਦੇ, ਲੋਕ ਟਿੱਪਣੀਆਂ ਕਰਨ ਲੱਗ ਪੈਂਦੇ ਆ। ਚੰਗੇ ਪਟਵਾਰੀ ਵੀ ਨੇ, ਮਾੜੇ ਵੀ ਨੇ, ਰਿਸ਼ਵਤ ਲੈਣ ਵਾਲੇ ਵੀ ਆ ਤੇ ਕਿਸੇ ਤੋਂ ਚਾਹ ਦਾ ਘੁੱਟ ਨਾ ਪੀਣ ਵਾਲੇ ਵੀ ਆ। ਪਰ ਹੁਣ ਜਿਸ ਤਰੀਕੇ ਦੇ ਨਾਲ ਭਿਚਕੜੀਆ ਪੈ ਗਿਆ ਕਿ ਸਰਕਾਰ ਕਹਿੰਦੀ ਆ ਕਿ ਭਾਈ ਅਸੀਂ ਬੰਦਾ ਕਾਬੂ ਕੀਤਾ, ਦੂਸਰੇ ਪਾਸੇ ਪਟਵਾਰੀ ਕਹਿੰਦੇ 15 ਮਈ ਤੱਕ ਕੰਮ ਨਹੀਂ ਕਰਨਾ, ਸਾਡਾ ਬੰਦਾ ਛੱਡੋ। ਮੈਂ ਸਵੇਰੇ ਉਹਨਾਂ ਨਾਲ ਗੱਲ ਕੀਤੀ ਪ੍ਰਧਾਨ ਸਾਹਿਬ ਨਾਲ, ਮੈਂ ਕਿਹਾ ਜੀ ਮੰਨ ਲਓ ਜੇ ਤੁਹਾਡੇ ਬੰਦੇ 'ਚ ਦਾਗ ਨਿਕਲਿਆ, ਉਹ ਕਹਿੰਦੇ ਜੀ ਲੋਕਾਂ ਤੋਂ ਬਾਹਰ ਆ ਕੇ ਮਾਫੀ ਮੰਗਾਂਗੇ, ਜਨਤਕ ਤੌਰ ਦੇ ਉੱਤੇ ਮਾਫੀ ਮੰਗਾਂਗੇ। ਤੇ ਮੈਂ ਫਿਰ ਉਹਨੇ ਵੀ ਪੁੱਛਿਆ, ਮੈਂ ਕਿਹਾ ਜੀ ਕਦੇ ਯੂਨੀਅਨ ਤਾਂ ਤੁਹਾਡੀ ਬਣ ਗਈ, ਬੰਦਾ ਤੁਹਾਡਾ ਫੜ ਲਿਆ, ਤੁਸੀਂ ਚੱਕ ਲਓ ਮੁਰਦਾਬਾਦ ਮੁਰਦਾਬਾਦ ਕਰਨ ਲੱਗ ਪਏ, ਜੇ ਕਦੇ ਕੋਈ ਪਟਵਾਰੀ ਤੁਹਾਡਾ ਫੜਿਆ ਜਾਂਦਾ ਰਿਸ਼ਵਤ ਲੈਂਦਾ, ਕਦੇ ਉਹਦੇ ਖਿਲਾਫ ਹੀ ਆਏ, ਕਹਿੰਦੇ ਅਸੀਂ ਯੂਨੀਅਨ ਚੋਂ ਕੱਢ ਦਿੰਦੇ ਆ। ਪਰ ਕੁੱਲ ਮਿਲਾ ਕੇ ਖੱਜਲ ਖਰਾਬੀ ਜਿਹੜੀ ਹੈ ਉਹ ਆਮ ਲੋਕਾਂ ਦੀ ਹੋਣੀ ਹੈ। ਦੇਖੋ, ਮੈਨੂੰ ਲੱਗਦਾ WhatsApp ਵੀ ਇਹ ਇੱਕ ਤਰ੍ਹਾਂ ਦੀ ਸ਼ੁਰੂਆਤ ਹੈ, ਕਿਉਂਕਿ ਅੱਜ ਮੰਨ ਲਓ ਵੀ ਇਹ ਉਹ ਪਟਵਾਰੀ ਮਹਿਕਮੇ ਨੂੰ ਲੱਗਦਾ ਯਾਰ ਸਾਡੇ 'ਚੋਂ ਬੰਦਾ ਸੀ, ਕੱਲ੍ਹ ਨੂੰ ਹੋ ਸਕਦਾ ਕਿਸੇ ਹੋਰ ਮਹਿਕਮੇ 'ਚ ਹੋਵੇ, ਪਰਸੋਂ ਹੋ ਸਕਦਾ ਕਿਸੇ ਹੋਰ 'ਚ ਹੋਵੇ। ਤੇ ਯੂਨੀਅਨਾਂ ਹਰੇਕ 'ਚ ਹੈਗੀਆਂ ਨੇ, ਐਂਡ ਯੂਨੀਅਨ ਦਾ ਕੰਮ ਇਹ ਵੀ ਹੁੰਦਾ ਵੀ ਯਾਰ ਜੇ ਸਾਡੇ ਕਿਸੇ ਬੰਦੇ ਤੇ ਭੀੜ ਪਈ ਤੇ ਆਪਾਂ ਉਹਦੇ ਨਾਲ ਖੜਨਾ। ਹਾਂ, ਉਹ ਠੀਕ ਹੈ, ਗਲਤ ਉਹ ਬਾਅਦ 'ਚ ਜਾ ਕੇ ਕਲੀਅਰ ਹੋਊਗਾ ਵੀ ਯਾਰ ਉਹ ਠੀਕ ਸੀ ਤੇ ਫਿਰ ਚਲੋ ਆਪਾਂ ਨਾਲ ਖੜੇ, ਜੇ ਉਹ ਗਲਤ ਸੀ ਤੇ ਬਾਅਦ ਜਿੱਦਾਂ ਉਹਨੇ ਕਹਿ ਦਿੱਤਾ ਵੀ ਯਾਰ ਅਸੀਂ ਫਿਰ ਬੰਦਾ ਕੱਢ ਦਾਂਗੇ ਜਾਂ ਅਸੀਂ ਮਾਫੀ ਮੰਗ ਲਾਂਗੇ। ਹੁਣ ਸਵਾਲ ਇਹ ਆ ਕਿ ਵੀ ਇਸ ਚੀਜ਼ ਨੂੰ ਮੇਰੇ ਖਿਆਲ ਨਾਲ ਸਰਕਾਰ ਨੂੰ ਬੜੀ ਬਰੀਕੀ ਨਾਲ ਵਾਚਣਾ ਪੈਣਾ, ਕਿਉਂਕਿ ਕਾਰਨ ਇਹ ਆ ਵੀ ਜੇ ਇਹ ਸਾਰਾ ਕੁਛ ਤਤੇਗਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਮੰਨ ਲਓ ਯਾਰ ਆਹ ਵੀ ਚੱਕ ਲਓ, ਆਹ ਵੀ ਚੱਕ ਲਓ, ਇੱਥੇ ਨਹੀਂ ਖੰਘਣ ਦੇਣਾ, ਉਹ ਨਹੀਂ ਖੰਘਣ ਦੇਣਾ, ਤੇ ਹੋ ਸਕਦਾ ਵੀ ਕਿਸੇ ਵੇਲੇ ਹੁੰਦਾ ਵੀ ਅਗਲਾ ਬੰਦਾ ਵੀ ਇਸ ਤਤੇਗਾ 'ਚ ਕੋਈ ਚੰਗਾ ਬੰਦਾ ਵੀ ਫਸ ਜਾਵੇ। ਜੇ ਸੱਚੀ ਕੋਈ ਜੈਨੂਨ ਕੇਸ ਵਾਲਾ ਵਿਚਾਰਾ ਪੁੱਠੇ ਕੰਮ 'ਚ ਫਸ ਗਿਆ ਤੇ ਅਗਲਾ ਬੰਦਾ ਇਤਰਾਜ਼ ਵੀ ਕਰੂਗਾ ਤੇ ਬਾਅਦ ਦੇ ਵਿੱਚ ਉਸ ਚੀਜ਼ ਦੇ ਵਿੱਚ ਰੌਲਾ ਵੀ ਪਊਗਾ ਵੀ ਨਹੀਂ ਯਾਰ ਇਹ ਤਾਂ ਕਿਤੇ ਕਹਿੰਦੇ ਸਿਆਸੀ ਰੰਜਿਸ਼ ਸੀਗੀ। ਉਹਦੇ ਨਾਲੋਂ ਚੰਗਾ ਵੀ ਉਹਦੀ ਜਿਹੜੀ ਸਪੀਡ ਥੋੜ੍ਹੀ ਘਟਾ ਲਈ ਜਾਵੇ। ਸਰਕਾਰ ਕਿਹੜਾ ਵੀ 21 ਸਾਲ ਦੀ ਆ, 5 ਸਾਲ ਨੇ, ਤੇ 5 ਸਾਲ 27 ਤੱਕ ਜਾਂਦਿਆਂ ਜੇ ਲੋਕਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਵੀ ਯਾਰ ਭਾਵੇਂ ਹੌਲੀ ਹੌਲੀ ਲੱਗੇ ਸੀ ਪਰ ਬੰਦੇ ਇਹਨਾਂ ਨੇ ਸਾਫ਼ ਕਰ ਲਏ, ਉਦੋਂ ਤੱਕ ਹੋ ਸਕਦਾ ਇੰਪਰੈਸ਼ਨ ਵੀ ਠੀਕ ਹੋ ਜੇ। ਨਹੀਂ, ਜ਼ਰੂਰੀ ਹੈ ਆਪਾਂ ਪਰਿਵਾਰ ਦੇ ਮੈਂਬਰਾਂ ਤੋਂ ਵੀ ਟਿੱਪਣੀਆਂ ਲੈ ਲੈਂਦੇ ਹਾਂ ਕਿ ਭਾਈ ਸਰਕਾਰ ਬਦਲੀ ਹੈ, ਕਦੇ ਪਟਵਾਰਖਾਨੇ 'ਚ ਗਏ ਹੋ, ਕਦੇ ਤਹਿਸੀਲ 'ਚ ਗਏ ਹੋ, ਕੰਮਕਾਰ ਰੁਪਈਏ ਦੇ ਕੇ ਹੁੰਦਾ ਕਿ ਮੁਫਤ ਹੁੰਦਾ, ਪਹਿਲਾਂ ਨਾਲੋਂ ਕੋਈ ਫਰਕ ਪਿਆ ਕਿ ਨਹੀਂ ਪਿਆ, ਉਹ ਤੁਸੀਂ ਇਮਾਨਦਾਰੀ ਦੇ ਨਾਲ ਜਿਹੜਾ ਦੱਸ ਦਿਓ। ਪਾਰਟੀ ਦੇ ਹਿਸਾਬ ਨਾਲ ਦੱਸਿਓ ਕਿ ਵਿਰੋਧੀ ਧਿਰ ਵਾਲੇ ਤੇ ਕਹਿਣਾ ਖਲਾਰਾ ਪੈ ਗਿਆ, ਸੱਤਾਧਾਰੀ ਧਿਰ ਦੇ ਨਾਲ ਆ ਤਾਂ ਕਹਿਣਾ ਕਿ ਬਹੁਤ ਚੰਗਾ ਹੋ ਗਿਆ। ਇਦਾਂ ਨਹੀਂ ਜੇ ਕਰਨੀ। ਬਾਕੀ ਸੰਧਾਲੀਆ ਸਾਹਿਬ ਇਦਾਂ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਬਾਕੀ ਲੀਡਰਸ਼ਿਪ ਨਾਲ। ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਅਹਿਮ ਮੁੱਦਾ ਕਿ ਅਸੀਂ ਸਿੱਖ ਬੰਦੀ, ਸਿੱਖ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਜੇਲ੍ਹਾਂ 'ਚ ਨੇ, ਉਹਨੂੰ ਰਿਹਾ ਕਰਾਉਣਾ ਹੈ। ਅਸੀਂ ਕਹਿੰਦੇ ਕੇਂਦਰ ਨੂੰ ਬੇਨਤੀ ਕਰਦੇ ਹਾਂ, ਸਾਰਿਆਂ ਨੂੰ ਕਹਿੰਦੇ ਆ ਕਿ ਭਾਈ ਇਕੱਠੇ ਹੋ ਕੇ ਆਪਾਂ ਹਮਲਾ ਮਾਰੀਏ। ਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਧੰਨਵਾਦ ਕੀਤਾ। ਕਹਿੰਦੇ ਜੀ ਤੁਸੀਂ ਮਸਲਾ ਚੱਕਿਆ, ਪੰਥਕ ਇਕੱਤਰਤਾ ਹੋਈ ਸੀ ਨਾ, ਬਹੁਤ ਵਧੀਆ, ਹੁਣ ਸਾਰਿਆਂ ਦਾ ਧਿਆਨ ਇਧਰਲੇ ਪਾਸੇ ਜਾਊਗਾ। ਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਜੀ ਦੁੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਆ, ਛੱਡ ਦੇ ਕਿਉਂ ਨਹੀਂ। ਫਿਰ ਕੇਜਰੀਵਾਲ ਸਾਹਿਬ ਤੇ ਆ ਗਏ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਉਹ ਨਹੀਂ ਹੋਣ ਦਿੰਦੇ। ਕਿਉਂ ਨਹੀਂ ਹੋਣ ਦਿੰਦੇ? ਕਹਿੰਦੇ ਸਾਨੂੰ ਜਵਾਬ ਚਾਹੀਦਾ। ਹੋਰ ਵੀ ਕਈ ਗੱਲਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤੀਆਂ। ਪਰ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਰਗਰਮ ਹੋ ਰਿਹਾ, ਵਿਰਸਾ ਸਿੰਘ ਬਲਟੋਆ ਅੱਡ ਬਿਆਨ ਦੇ ਰਹੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਅੱਡ ਬੋਲ ਰਹੇ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰੈਸ ਕਾਨਫਰੰਸ ਅੱਡ ਹੈ, ਲੱਗਦਾ ਕਿ ਪੰਥਕ ਮੁੱਦਿਆਂ ਦੇ ਵੱਲ ਅਕਾਲੀ ਦਲ ਪਰਤਣ ਤਾਂ ਲੱਗਾ। ਇਹ ਨਹੀਂ ਪਰਤ ਗਿਆ ਲਗਭਗ। ਹੁਣ ਤਾਂ ਦੇਖੋ ਜਿਸ ਹਿਸਾਬ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ, ਕਿਉਂਕਿ ਪਿਛਲੇ ਦਿਨੀ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਬਿਆਨ ਆਇਆ ਸੀਗਾ ਰਾਜੋਆਣ ਹੋਰਾਂ ਦੀ ਰਿਹਾਈ ਦੇ ਉੱਪਰ, ਤਾਂ ਉਹਦੇ ਤੇ ਫਿਰ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਉਹ ਕੁਛ ਮਰਜ਼ੀ ਆਖੀ ਜਾਣ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਨੰਗੇ ਪੈਰੇ ਵੀ ਕਿਤੇ ਜਾਣਾ ਪਿਆ ਤੇ ਮੈਂ ਜਾਊਂਗਾ, ਉੱਥੇ ਜਾ ਕੇ ਮੈਂ ਅਪੀਲ ਕਰੂੰਗਾ, ਕਿਉਂਕਿ ਜਿੱਥੇ ਧੱਕਾ ਹੋ ਰਿਹਾ ਉਹ ਧੱਕਾ ਨਹੀਂ ਹੋਣਾ ਚਾਹੀਦਾ ਤੇ ਜਿਹਦੇ ਨਾਲ ਹੋ ਰਿਹਾ ਉਹਦੇ ਨਾਲ ਖੜਨ ਦੀ ਜ਼ਿੰਮੇਵਾਰੀ ਅਕਾਲੀ ਦਲ ਦੀ ਬਣਦੀ ਤੇ ਅਸੀਂ ਉਹ ਕੰਮ ਕਰਾਂਗੇ ਜੀ। ਹੁਣ ਦੂਜੇ ਪਾਸੇ ਗੱਲ ਇਹ ਵੀ ਆ ਵੀ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਵਿਰੋਧੀ ਨੇ ਉਹ ਵੀ ਇਲਜ਼ਾਮ ਲਾਉਣ ਲੱਗ ਪਏ। ਰਵਨੀਤ ਸਿੰਘ ਬਿੱਟੂ ਹੋਰਾਂ ਦੇ ਭਰਾ ਨੇ ਮੇਰੇ ਖਿਆਲ ਗੁਰਕੀਰਤ ਕੋਟਲੀ ਹੋਈ, ਉਹਨਾਂ ਦਾ ਬਿਆਨ ਆਇਆ, ਉਹ ਕਹਿੰਦੇ ਵੀ ਅਕਾਲੀ ਦਲ ਜਦੋਂ ਸੱਤਾ 'ਚੋਂ ਬਾਹਰ ਹੋਵੇ ਨਾ ਉਦੋਂ ਇਹ ਮੁੱਦੇ ਚੱਕਦਾ। ਉਹ ਕਹਿੰਦੇ ਵੀ ਸਾਨੂੰ ਇਹ ਜ਼ਰੂਰ ਉਸ ਚੀਜ਼ ਦੀ ਲਿਸਟ ਦੇਣ ਵੀ ਜਦੋਂ ਇਹ ਸੱਤਾ 'ਚ ਸੀਗੇ ਜਾਂ ਭਾਈਵਾਲ ਸੀਗੇ ਉਦੋਂ ਇਹਨਾਂ ਨੇ ਕਿੰਨੇ ਜਿਹੜੇ ਬੰਦੀ ਸਿੱਖ ਸੀਗੇ ਜਾਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸੀ ਉਹਨਾਂ ਨੂੰ ਛੁਡਾਇਆ। ਹੁਣ ਉਹ ਆਪਣੇ ਤੌਰ ਤੇ ਪੱਖ ਰੱਖੀ ਜਾਂਦੇ ਆਪਣਾ। ਸੰਧਾਲੀਆ ਸਾਹਿਬ ਦੇਖੋ ਗੱਲ ਇੱਦਾਂ ਕਿ ਹਰ ਇੱਕ ਬੰਦਾ ਚਲੋ ਦੂਸਰੇ ਤੇ ਇਲਜ਼ਾਮ, ਜੇ ਕੇਜਰੀਵਾਲ ਸਾਹਿਬ ਦੇ ਹੱਥ ਵਸ ਹੈਗਾ ਤਾਂ ਸੋਚਣ ਵਿਚਾਰਨ ਜ਼ਰੂਰ। ਦੂਸਰੀ ਗੱਲ ਇਹ ਹੈ ਕਿ ਹਰ ਇੱਕ ਬੰਦਾ ਆਪਦੀ ਪੀੜ੍ਹੀ ਹੇਠ ਸੋਚਿਆ। ਫਿਰ ਕਈ ਵਾਰੀ ਕਿਹਾ ਗਿਆ ਜੀ ਦੁੱਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਜੇ ਇੱਦਾਂ ਤਾਂ ਫਿਰ ਤਾਂ ਪੰਜਾਬ 'ਚ ਸਾਰਿਆਂ ਦੀਆਂ ਸਰਕਾਰਾਂ ਹਟੀਆਂ, ਜੇ ਇੱਦਾਂ ਤਾਂ ਕੇਂਦਰ ਦੇ ਵਿੱਚ ਵੀ ਸਰਕਾਰਾਂ ਬਦਲ ਹਟੀਆਂ, ਫਿਰ ਤਾਂ ਕਿਤੇ ਨਾ ਕਿਤੇ ਰਿਹਾਈ ਵਾਲਾ ਕੰਮ ਹੋ ਜਾਣਾ ਚਾਹੀਦਾ ਸੀ। ਬਾਕੀ ਮਨੁੱਖੀ ਅਧਿਕਾਰ ਦੇ ਤੌਰ ਤੇ
ਤੇ ਦੂਸਰੇ ਪਾਸੇ ਕਾਨੂੰਨਨ ਜੇ ਕਿਸੇ ਦੀ ਰਿਹਾਈ ਬਣਦੀ ਆ ਤਾਂ ਉਹ ਹੋਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ, ਇੱਕ ਗੱਲ ਦਾ ਖਿਆਲ ਜਿਹੜਾ ਉਹ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਰੱਖਣਾ ਪਊਗਾ। ਦੇਖੋ, ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਕੋਲ ਸ਼੍ਰੋਮਣੀ ਕਮੇਟੀ ਵੀ ਸੀ ਤੇ ਦਿੱਲੀ ਕਮੇਟੀ ਵੀ ਸੀ। ਹੁਣ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਤੇ ਉਹਨਾਂ ਨੇ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ, ਅਕਾਲੀ ਦਲ ਬਾਦਲ ਦੇ ਨਾਲੋਂ ਨਾਤਾ ਤੋੜ ਲਿਆ। ਹੁਣ ਜਦੋਂ ਨਾਤਾ ਉਹਨਾਂ ਦੇ ਨਾਲ ਤੋੜ ਲਿਆ ਤੇ ਪਿਛਲੇ ਦਿਨੀ ਦਫ਼ਤਰ ਦਾ ਰੌਲਾ ਸੀ ਕਿ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਫ਼ਤਰ ਮਿਲਿਆ ਉਹ ਅਕਾਲੀ ਦਲ ਬਾਦਲ ਦਾ ਦਫ਼ਤਰ ਹੈ ਕਿ ਅਕਾਲੀ ਦਲ ਦਿੱਲੀ ਸਟੇਟ ਦਾ ਦਫ਼ਤਰ ਹੈ। ਪਹਿਲਾਂ ਦਿੱਲੀ ਸਟੇਟ ਵਾਲੇ ਬਹਿਣ ਲੱਗ ਪਏ ਸੀ ਕਿਉਂਕਿ ਅਕਾਲੀ ਦਲ ਚੋਂ ਗਏ ਆ, ਫਿਰ ਅਕਾਲੀ ਦਲ ਬਾਦਲ ਵਾਲਿਆਂ ਨੇ ਕੰਮ ਕਰ ਲਿਆ ਕਿ ਭਾਈ ਇਹ ਸਾਡਾ ਹੈ। ਹੁਣ ਸੰਧਾਲੀਆ ਸਾਹਿਬ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਕੀਤੇ ਹੋਣਗੇ ਐਲਾਨ ਉੱਥੇ ਸ਼੍ਰੋਮਣੀ ਕਮੇਟੀ ਦੇ ਕਿਸੇ ਅਹੁਦੇਦਾਰ ਨੇ ਕਿ ਭਾਈ ਅਸੀਂ 5 ਕਰੋੜ ਰੁਪਈਏ ਦੇ ਨਾਲ ਆਹ ਪ੍ਰੋਜੈਕਟ ਇੱਥੇ ਚਲਾਵਾਂਗੇ। ਹਰਮੀਤ ਸਿੰਘ ਕਾਲਕਾ ਸਾਹਮਣੇ ਆ ਗਿਆ, ਉਹ ਕਹਿੰਦੇ ਜੀ ਨਾ, ਐ ਨਾ ਕਰੋ, ਦਖਲਅੰਦਾਜ਼ੀ ਨਾ ਦਿਓ, ਤੁਸੀਂ ਪੰਜਾਬ ਦੇ ਵਿੱਚ ਕੰਮ ਕਰੋ, ਦਿੱਲੀ ਦੇ ਵਿੱਚ ਦਿੱਲੀ ਕਮੇਟੀ ਹੈਗੀ ਹੈ। ਉਹ ਕਹਿੰਦੇ ਅੱਜ ਤੱਕ ਤਾਂ ਇਦਾਂ ਕੀਤਾ ਨਾ, ਹੁਣ ਕਿਉਂ ਕਰਨ ਲੱਗੇ ਹੋ? ਇਸ ਕਰਕੇ ਕਰਨ ਲੱਗੇ ਹੋ ਕਿ ਸਾਡੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਜੀ ਗਲਤ ਹੈ, ਅਸੀਂ ਤਾਂ ਕਹਿੰਦੇ ਦਰਜਨ ਸੂਬਿਆਂ ਦੇ ਵਿੱਚ ਧਰਮ ਪ੍ਰਚਾਰ ਦੀ ਲਹਿਰ ਚਲਾਉਣੇ ਆ, ਜੀ ਦਿੱਲੀ ਦੇ ਵਿੱਚ ਚਲਾ ਲਈ ਤਾਂ ਕੀ ਹੋਇਆ। ਪਰ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ, ਸਿਰਸਾ ਸਾਹਿਬ ਭਾਜਪਾ ਚਲੇ ਗਏ, ਕਾਲਕਾ ਸਾਹਿਬ ਨੇ ਪਾਰਟੀ ਬਦਲ ਕੇ ਦੂਜੀ ਬਣਾ ਲਈ, ਇਹ ਤੋਂ ਬਾਅਦ ਦਫ਼ਤਰ ਦਾ ਰਗੜਾ, ਆ ਹੁਣ 5 ਕਰੋੜ ਰੁਪਈਏ ਦੀ ਲਾਗਤ ਦੇ ਨਾਲ ਜੇ ਧਰਮ ਪ੍ਰਚਾਰ ਹੀ ਕਰਨਾ ਹੈ, ਉਸ ਮੁੱਦੇ ਦੇ ਉੱਤੇ ਬਹਿਸ। ਆਮ ਸੰਗਤ ਤੇ ਆਮ ਸ਼ਰਧਾਲੂ ਤੇ ਚੰਗਾ ਅਸਰ ਨਹੀਂ ਪੈ ਰਿਹਾ। ਆਪਣਾ ਭਰੋਸਾ ਤੇ ਆਪਣਾ ਵਿਸ਼ਵਾਸ ਜੇ ਇਹਨਾਂ ਸੰਸਥਾਵਾਂ ਦੇ ਵਿੱਚ ਐਡਜਸਟ ਹੋਏ ਲੀਡਰਾਂ ਨੇ ਕਰਨਾ ਤਾਂ ਧਿਆਨ ਦੇ ਦੇਣ ਜ਼ਰੂਰ। ਨਹੀਂ, ਬਹੁਤ ਜ਼ਰੂਰੀ ਆ। ਮੈਨੂੰ ਲੱਗਦਾ ਵੀ ਇੱਕ ਗੱਲ ਵਧੀਆ ਵੀ ਆ, ਇੱਕ ਆਪਾਂ ਜਿਹੜੇ ਉਹ ਜ਼ਿਕਰ ਜ਼ਰੂਰ ਕਰ ਦਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ, ਉਹਨਾਂ ਨੇ ਹੁਣ ਇਹ ਗੱਲ ਧਿਆਨ 'ਚ ਲਿਆਂਦੀ। ਉਹ ਕਹਿੰਦੇ ਵੀ ਦੇਖੋ, ਗੁਰਬਾਣੀ ਜਿਹੜੀ ਆ ਉਹਦਾ ਸ਼ੁੱਧ ਹਰ ਜਗ੍ਹਾ ਦੇ ਉੱਪਰ ਸੰਗਤਾਂ ਤੱਕ ਪਹੁੰਚਣਾ ਬੜਾ ਜ਼ਰੂਰੀ ਆ। ਕਿਉਂਕਿ ਪਿਛਲੇ ਦਿਨਾਂ ਦਾ ਬੜਾ ਇਸ ਚੀਜ਼ ਦਾ ਰੌਲਾ ਸੀਗਾ ਵੀ ਯਾਰ ਸ਼ੁੱਧ ਗੁਰਬਾਣੀ ਜਿਹੜੀ ਹੈ ਜੀ ਉਹ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਨਹੀਂ ਹੈ, ਜਾਂ ਤਾਂ ਉਹਦੇ ਵਿੱਚ ਲਗਾ ਮਾਤਰਾ ਦੀ ਕੋਈ ਘਾਟਵਾਦ ਹੈ। ਪਰ ਹਾਂ, ਜੇ ਉਹ ਪੋਥੀਆਂ 'ਚ ਹੈ, ਗੁਟਕਾ ਸਾਹਿਬ 'ਚ ਹੈ, ਉਹ ਤਾਂ ਪੜ੍ਹਿਆ ਜਾ ਸਕਦਾ ਜਾਂ ਦੱਸਿਆ ਜਾ ਸਕਦਾ ਵੀ ਫਲਾਨਾ ਪਬਲਿਸ਼ਰ ਹੈ ਜੀ, ਉਹਦੀ ਗਲਤੀ ਹੈ ਜੀ। ਪਰ ਅੱਜ ਕੱਲ੍ਹ ਕਿਉਂਕਿ ਡਿਜੀਟਲ ਜ਼ਮਾਨਾ, ਬਹੁਤ ਸਾਰੀਆਂ ਐਪਸ ਨੇ ਜਿਨ੍ਹਾਂ ਦੇ ਵਿੱਚ ਗੁਰਬਾਣੀ ਡਿਜੀਟਲ ਰੂਪ ਦੇ ਵਿੱਚ ਆ, ਜਾਂ ਵੈਬਸਾਈਟਸ ਨੇ ਜਿਨ੍ਹਾਂ ਦੇ ਉੱਪਰ ਹੈ, ਉੱਥੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਤਰੁੱਟੀਆਂ ਨੇ। ਅਤੇ ਉਹ ਕਹਿੰਦੇ ਵੀ ਉਹਨਾਂ ਨੂੰ ਅਸੀਂ ਕਲੀਅਰ ਕੱਟ ਕਹਿ ਦਿੱਤਾ ਵੀ ਜਾਂ ਤਾਂ ਇਹਨਾਂ ਨੂੰ ਠੀਕ ਕਰ ਲਓ ਅਤੇ ਜਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਹੋਊਗੀ। ਇਹ ਮੇਰੇ ਖਿਆਲ ਨਾਲ ਬਹੁਤ ਵਧੀਆ ਗੱਲ ਹੈ, ਕਿਉਂਕਿ ਅੱਜ ਦੀ ਡੇਟ 'ਚ ਹਰੇਕ ਬੰਦੇ ਦੇ ਹੱਥ 'ਚ ਫੋਨ ਆ। ਆਪਾਂ ਨੂੰ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਵੀ ਜਿਹੜੇ ਗੁਰਬਾਣੀ ਨਾਲ ਜੁੜੇ ਨੇ, ਉਹਨੂੰ ਲੱਗਦਾ ਵੀ ਯਾਰ ਆਪਾਂ ਜੇ ਪਾਠ ਕਰਨਾ ਤਾਂ ਆਪਾਂ ਐਪ ਤੋਂ ਕਰ ਸਕਦੇ ਹਾਂ ਜੀ। ਹੁਣ ਜੇ ਉੱਥੇ ਉਹਨੂੰ ਲੱਗਦਾ ਵੀ ਇਹ ਡਿਜੀਟਲ ਫਾਰਮ ਦੇ ਵਿੱਚ ਜਿਹੜੀ ਗੁਰਬਾਣੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਤਰੁੱਟੀਆਂ ਨੇ, ਅਤੇ ਜੇ ਹੁਣ SGPC ਉੱਧਰ ਧਿਆਨ ਦੇ ਰਹੀ ਹੈ, ਪਲੱਸ ਉਹਨਾਂ ਨੇ ਕਿਹਾ ਵੀ ਹੈ ਵੀ ਇਹਨਾਂ ਨੂੰ ਦਰੁਸਤ ਕਰ ਲਓ, ਨਹੀਂ ਤੇ ਕਾਰਵਾਈ ਹੋਊਗੀ। ਵਧੀਆ ਗੱਲ ਨਹੀਂ, ਚੰਗੀ ਹੈ ਜੀ। ਦੇਖੋ, ਜਿੱਥੇ ਕਿਤੇ ਵੀ ਅਸ਼ੁੱਧ ਉਚਾਰਨ ਆ, ਕਿਉਂਕਿ ਉਹ ਮੁੜ ਕੇ ਇਤਿਹਾਸ ਹੀ ਬਣ ਜਾਂਦਾ, ਮੁੜ ਕੇ ਪੱਕਿਆਂ ਹੀ ਹੋ ਜਾਂਦਾ, ਫਿਰ ਬੰਦਾ ਰੈਫਰੈਂਸ ਦੇਣ ਲੱਗ ਪੈਂਦਾ। ਜੇ ਉੱਥੇ ਸੀਗਾ, ਇਸ ਸਾਲ ਸੀ, ਅਸਾਂ ਦੇਖਿਆ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵੀ ਹੈ, ਫਰਜ਼ ਵੀ ਹੈ ਕਿ ਭਾਈ ਆਪਾਂ ਇਹ ਕੁਛ ਤਾਂ ਕਰਨਾ ਹੀ ਆ ਨਾ। ਜੇ ਆਪਾਂ ਇਹ ਕੰਮ ਨਾ ਕੀਤੇ ਤਾਂ ਹੋਰ ਕਰਨਾ ਵੀ ਕੀ ਹੈ। ਬੜੀ ਚੰਗੀ ਗੱਲ ਹੈ ਜੇ ਧਾਮੀ ਸਾਹਿਬ ਇਧਰਲੇ ਪਾਸੇ ਧਿਆਨ ਦੇ ਰਿਹਾ। ਬਾਕੀ ਦੂਸਰੇ ਪਾਸੇ ਸੰਧਾਲੀਆ ਸਾਹਿਬ, ਭੁਪਿੰਦਰ ਹਨੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਭਾਣਜਾ, ਤੇ ਜ਼ਮਾਨਤ ਦੀ ਅਰਜ਼ੀ ਲਾਈ ਸੀ। ਆਸ ਬੜੀ ਸੀ, ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਾ ਮੁੰਡਾ ਅੰਦਰ ਹੈ। ਜੇ ਕਿਸੇ ਨੂੰ ਲੱਗਦਾ ਕਿ ਭਾਈ ਮੈਂ ਮੁੰਡਾ ਸ਼ਬਦ ਵਰਤ ਗਿਆ ਤਾਂ ਫਿਰ ਰਵਨੀਤ ਸਿੰਘ ਬਿੱਟੂ ਸਾਹਿਬ ਤੋਂ ਪੁੱਛ ਲਓ, ਫਿਰ ਉਹ ਕਹਿ ਦਿੰਦੇ ਹੁੰਦੇ ਆ। ਆਸ ਬੜੀ ਜ਼ਿਆਦਾ ਕਿ ਭਾਈ ਜ਼ਮਾਨਤ ਹੋ ਜਾਣੀ ਆ, ਘਰੇ ਚੱਲਾਂਗੇ, ਘਰ ਜਾ ਘਰ ਦੀ ਰੋਟੀ ਖਾਵਾਂਗੇ, ਪਰ ਜ਼ਮਾਨਤ ਦੀ ਅਰਜ਼ੀ ਫਿਰ ਖਾਰਜ ਹੋ ਗਈ। ਹੁਣ ਪੁੱਛ-ਗਿੱਛ ਹੋਰ ਕੀ ਕਰਨਗੇ? 14 ਦਿਨ ਦੇ ਅਦਾਲਤੀ ਹਿਰਾਸਤ ਦੇ ਵਿੱਚ ਫਿਰ ਚਲੇ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸੇ ਨਾਜਾਇਜ਼ ਮਾਈਨਿੰਗ ਦੇ ਕੇਸ ਦੇ ਵਿੱਚ ED ਦੇ ਅੱਗੇ ਪੇਸ਼ ਹੋ ਚੁੱਕੇ ਆ। ਹੁਣ ਜੇ ਜੱਜ ਸਾਹਿਬ ਨੇ ਜ਼ਮਾਨਤ ਅਰਜ਼ੀ ਰੱਦ ਕੀਤੀ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਇਹ ਕੇਸ ਅਗਲੇ ਪਾਸੇ ਨੂੰ ਜਾ ਸਕਦਾ। ਕੀ ਆ? ਨਹੀਂ, ਉਹ ਤਾਂ ਹੈ ਹੀ ਆ, ਕਿਉਂਕਿ ਜਿੱਥੋਂ ਤੱਕ ਇਹ ਗੱਲ ਫਸੀ ਸੀ, ਤੇ ਮੇਰੇ ਖਿਆਲ ਨਾਲ ਪਿਛਲੇ ਦਿਨ ਹੀ ਜਦੋਂ ਇੱਕ ਵਾਰ ED ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬੁਲਾਇਆ ਐਂਡ ਉਸ ਦਿਨ ਉਹਨਾਂ ਦੇ ਕੋਲੋਂ ਪੁੱਛ-ਗਿੱਛ ਹੋਈ ਹੈ, ਨੈਕਸਟ ਡੇ ਬੜਾ ਇਸ ਚੀਜ਼ ਦਾ ਰੌਲਾ ਪਿਆ ਸੀ। ਲਓ ਜੀ, ਫਿਰ ਹੁਣ ED ਨੇ ਕੱਸ ਦਿੱਤਾ ਸ਼ਿਕੰਜਾ ਜੀ, ਹੁਣ ਦੇਖੋ ਜੀ ਇੱਦਾਂ ਹੋ ਜਾਊਗਾ। ਪਰ ਉਸ ਤੋਂ ਬਾਅਦ ਚੰਨੀ ਸਾਹਿਬ ਨੇ ਖੁਦ ਆ ਕੇ ਕਲੀਅਰ ਗੱਲ ਕੀਤੀ ਸੀ। ਉਹ ਕਹਿੰਦੇ ਵੀ ਮੈਂ ਗਿਆ ਸੀ, ਜਿਹੜੀਆਂ ਗੱਲਾਂ ਉਹਨਾਂ ਨੇ ਪੁੱਛੀਆਂ ਮੈਂ ਆਪਣੇ ਵੱਲੋਂ ਕਲੀਅਰ ਕਰਤੀਆਂ। ਹੁਣ ਜਿਸ ਹਿਸਾਬ ਨਾਲ ਉਹ ਜਿਹੜੀ ਜਾਂਚ ਦਾ ਘੇਰਾ ਵੱਧ ਰਿਹਾ, ਜਾਂ ਕਹਿ ਲਓ ਕਿ ਵੀ ਵਿਰੋਧੀ ਵੀ ਉੱਧਰੋਂ ਦੋਸ਼ ਲਾਉਂਦੇ ਨੇ ਵੀ ਮਹਾਰਾਜ ਇਹ ਕਹਾਣੀ ਕਿਤੇ ਇੱਥੇ ਨਹੀਂ ਹੈਗੀ, ਇਹ ਦੂਰ ਤੱਕ ਜਾਊਗੀ। ਮੈਨੂੰ ਵੀ ਲੱਗਦਾ ਵੀ ਹੋ ਸਕਦਾ ਵੀ ਅਜੇ 1 2 4 ਸੁਣਵਾਈਆਂ ਜਿਹੜੀਆਂ ਉਹ ਹੋਣ, ਤੇ ਇੱਕ ਅੱਧੀ ਵਾਰ ਹੋ ਸਕਦਾ ਵੀ ਚੰਨੀ ਸਾਹਿਬ ਤੋਂ ਵੀ ਦੁਬਾਰਾ ਪੁੱਛ-ਗਿੱਛ ਹੋਵੇ ਕਿਸੇ ਨਾ ਕਿਸੇ ਮਾਮਲੇ ਵੀ ਯਾਰ ਫਲਾਨੀ ਗੱਲ ਹੈ ਜੀ, ਉਹ ਥੋੜ੍ਹੀ ਜਿਹੀ ਕਲੀਅਰ ਨਹੀਂ ਸੀ, ਥੋੜ੍ਹੀ ਜਿਹੀ ਕਲੀਅਰ ਕਰ ਦਿਓ। ਨਹੀਂ, ਸੰਭਾਵਨਾ ਹੈ ਜੀ ਸੰਧਾਲੀਆ ਸਾਹਿਬ ਕਿ ਇਧਰਲੇ ਪਾਸੇ ਨੂੰ ਗੱਲ ਜਿਹੜੀ ਹੈ ਉਹ ਹੌਲੀ-ਹੌਲੀ ਤੁਰੂਗੀ। ਬਾਕੀ ਅੱਜ ਟੀਮਾਂ ਪਹੁੰਚ ਜਾਣੀਆਂ ਜਿਨ੍ਹਾਂ ਨੇ ਕਣਕ ਦੇ ਦਾਣੇ ਦੀ ਮੋਟਾਈ, ਉਹਦੇ ਵਿੱਚ ਹਿਸਾਬ ਕਿਤਾਬ ਕੀ ਹੈ, ਆਟਾ ਕਿੰਨਾ ਕੁ ਨਿਕਲਦਾ, ਤੱਤ ਕਿੰਨੇ ਕੁ ਨੇ, ਉਹ ਦੂਜੀ ਵਾਰੀ ਦੇਖਣੇ ਆ। 5 ਜ਼ੋਨਾਂ ਦੇ ਵਿੱਚ ਕਹਿੰਦੇ ਉਹਨਾਂ ਨੇ ਪੰਜਾਬ ਨੂੰ ਵੰਡ ਲਿਆ, ਤੇ ਕੇਂਦਰ ਦੀਆਂ ਟੀਮਾਂ ਨੇ ਆ ਜਾਣਾ ਤੇ ਥਾਂ-ਥਾਂ ਤੋਂ ਜਾ ਕੇ ਨਮੂਨੇ ਸੈਂਪਲ ਇਕੱਠੇ ਕਰਨੇ ਆ, ਤੇ ਉਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਫੈਸਲਾ ਲਊ ਕਿ ਪੰਜਾਬ ਦੀ ਕਣਕ ਨਾਲ ਕਰਨਾ ਕੀ ਹੈ। ਤੁਸੀਂ ਦੇਖੋ ਕਿ ਪਹਿਲਾਂ ਕਣਕ ਠੀਕ ਸੀ, ਇੱਕਦਮ ਗਰਮੀ ਪਈ, ਕਣਕ ਜਿਹੜੀ ਹੈ ਉਹਦਾ ਆਕਾਰ ਥੋੜਾ ਰਹਿ ਗਿਆ,
FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਕੇਂਦਰ ਸਰਕਾਰ ਦੀ ਏਜੰਸੀ ਆ, ਉਹਨੇ ਕਣਕ ਖਰੀਦਣ ਤੋਂ ਹੱਥ ਪਿੱਛੇ ਖਿੱਚਣੇ ਸ਼ੁਰੂ ਕਰਤੇ। ਕੈਸ਼ ਕ੍ਰੈਡਿਟ ਲਿਮਿਟ ਅਪਰੂਵ ਹੋ ਚੁੱਕੀ ਸੀ ਪੰਜਾਬ ਦੀ। ਫਿਰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਕਿ ਕੇਂਦਰ ਦੇ ਲਈ ਖਰੀਦੀਆਂ, ਹੁਣ 2100 ਕਰੋੜ ਦੀ ਕਣਕ ਉਹਨਾਂ ਨੇ ਖਰੀਦੀ ਹੋਆ। ਉਹਦੀ ਲਿਫਟਿੰਗ ਉਦੋਂ ਹੋਣੀ ਹੈ ਜਦੋਂ ਕੇਂਦਰ ਦੀ ਸਰਕਾਰ ਮਨਜ਼ੂਰੀ ਦਊ ਕਿ ਭਾਈ ਸਾਨੂੰ ਮਨਜ਼ੂਰ ਹੈ ਕਿ ਅਸੀਂ ਇੰਨਾ ਛੋਟਾ ਦਾਣਾ ਵੀ ਅਸੈਪਟ ਕਰਦੇ ਹਾਂ। ਜਿੱਦਣ ਇਹ ਲਿਖਤੀ ਫਰਮਾਨ ਆ ਗਿਆ ਉਹਦੇ ਤੋਂ ਬਾਅਦ ਲਿਫਟਿੰਗ ਵੀ ਸ਼ੁਰੂ ਹੋ ਜੂ, ਪੰਜਾਬ ਦੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ। ਪਰ ਜੇ ਕੇਂਦਰ ਸਰਕਾਰ ਨੇ ਕੋਈ ਅੜਿੱਕਾ ਪਾਇਆ ਕਿ ਨਹੀਂ ਪਾਈ ਇਹ ਤਾਂ ਦਾਣੇ ਛੋਟੇ ਨੇ, ਇਹਦੇ ਵਿੱਚ ਇਹਦੀ ਵੈਲਿਊ ਬੜੀ ਥੋੜੀ ਹੈ, ਫਿਰ ਪੰਜਾਬ ਸਰਕਾਰ ਦੇ ਲਈ ਔਖਾ ਹੋ ਜੂ। ਕਿਉਂਕਿ ਇੱਕ ਤਾਂ FCI ਨੇ ਸਿੱਧੀ ਖਰੀਦੀ ਉਹ ਲੈ ਗਏ, ਦੂਸਰਾ ਜਿਹੜੀਆਂ ਪੰਜਾਬ ਦੀਆਂ ਖਰੀਦ ਏਜੰਸੀਆਂ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀਆਂ ਉਹ ਵੀ FCI ਲਈ ਹੈ। ਕਿਉਂਕਿ ਨਾ ਤਾਂ ਉਹ ਸਾਰੀ ਕਣਕ ਪੰਜਾਬ 'ਚ ਲੱਗਣੀ ਆ, ਨਾ ਪੰਜਾਬ ਸੂਬਾ ਸਿੱਧਾ ਡਾਇਰੈਕਟ ਕਿਸੇ ਹੋਰ ਦੇਸ਼ ਨੂੰ ਉਹ ਕਣਕ ਸਪਲਾਈ ਕਰ ਸਕਦਾ, ਜਾਣੀ ਤਾਂ ਉਹ ਕੇਂਦਰੀ ਪੂਲ 'ਚ FCI ਨੂੰ ਆ। ਤੇ ਜੇ FCI ਨੇ ਨਿਯਮ ਬਣਾਤਾ ਨਹੀਂ ਜੀ ਭਾਰਤ ਦੇ ਐਸ ਖਿੱਤੇ ਦੇ ਵਿੱਚ ਐਤਕੀ ਕਣਕ ਦੇ ਲਈ ਅਨੁਕੂਲ ਮਾਹੌਲ ਨਹੀਂ ਸੀ, ਦਾਣੇ ਛੋਟੇ ਰਹਿ ਗਏ, ਆਹ ਤੱਤਾਂ ਦੀ ਘਾਟ ਰਹਿ ਗਈ, ਇਸ ਕਰਕੇ ਅਸੀਂ ਉਹ ਕਣਕ ਨਹੀਂ ਲੈ ਸਕਦੇ। 2100 ਕਰੋੜ ਕੈਸ਼ ਕ੍ਰੈਡਿਟ ਲਿਮਿਟ ਦਾ ਉਹਦਾ ਹਿਸਾਬ ਕਿੱਦਾਂ ਪੂਰਾ ਕਰਨਾ, ਕਣਕ ਅਸੀਂ ਰੱਖਣੀ ਕਿੱਥੇ ਹੈ, ਤੇ ਸਭ ਤੋਂ ਵੱਡੀ ਗੱਲ ਹੈ ਕਿ ਕਣਕ ਜੇ ਨਹੀਂ ਰੱਖਣੀ, ਜੇ ਵੇਚਣੀ ਹੈ ਤੇ ਵੇਚਣੀ ਕਿੱਥੇ ਹੈ, ਮੁਸੀਬਤਾਂ ਵਧਣਗੀਆਂ। ਨਹੀਂ ਵੱਧ ਸਕਦੀਆਂ, ਪਰ ਮੈਨੂੰ ਲੱਗਦਾ ਇਹਦੇ ਪਿੱਛੇ ਇੱਕ ਲੌਜਿਕ ਮੈਂ ਪੜ੍ਹ ਸੁਣ ਰਿਹਾ ਸੀ, ਉਹ ਲੌਜਿਕ ਹੀ ਮੈਨੂੰ ਠੀਕ ਲੱਗਦਾ। ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਅਗਲਿਆਂ ਨੇ ਪ੍ਰਤੀ ਕੁਆਂਟਲ ਦਾ ਰੇਟ ਦਿੱਤਾ ਜੀ, ਤੇ ਕੁਆਂਟਲ ਦੀ ਬੋਰੀ ਅਗਲੇ ਨੇ ਪੂਰੀ ਕਰਨੀ। ਹੁਣ ਇਹ ਤਾਂ ਨਹੀਂ ਵੀ ਜੇ ਅਗਲਿਆਂ ਨੇ ਗਿਣਤੀ ਕੀਤੀ ਸੀ ਵੀ ਯਾਰ ਇੰਨੇ ਦਾਣੇ ਹੀ ਕਿਲੋ ਨੂੰ ਚੜ੍ਹਦੇ ਆ, ਐਤਕੀ ਦਾਣਾ ਥੋੜਾ ਜਿਹਾ ਕਮਜ਼ੋਰ ਰਹਿ ਗਿਆ, ਤੇ ਦਾਣੇ ਤੋਂ ਅਸੀਂ ਤੇ ਜਿੱਦਾਂ ਆਪਾਂ ਦਰਜਨ ਕੇਲਿਆਂ ਦਾ ਹਿਸਾਬ ਲਾ ਲੈਣਾ ਜੀ, ਉਹ ਕਹਿੰਦਾ ਵੀ ਕੇਲੇ ਦਰਜਨ ਆ, ਉਹ ਹੁਣ ਭਾਵੇਂ ਨਿੱਕੇ ਆ ਪਤਲੇ ਆ ਮੋਟੇ ਆ ਗਿਣਨੇ ਅਗਲੇ ਨੇ ਦਰਜਨ ਹੀ ਆ। ਉਸੇ ਤਰ੍ਹਾਂ ਜਿਹੜੀ ਬੋਰੀ ਹੈ ਉਹ ਕੁਆਂਟਲ ਦੀ ਗਿਣੀ ਜਾਣੀ। ਇਹਦਾ ਮਤਲਬ ਵੀ ਕੁਆਂਟਲ ਕਣਕ ਤਾਂ ਪੂਰੀ ਹੋ ਰਹੀ ਨੇ ਜਿਹਦਾ ਆਪਾਂ ਭਾਅ ਲੈ ਰਹੇ ਹਾਂ, ਇਹ ਲੌਜਿਕ ਆ। ਦੂਸਰੀ ਗੱਲ ਉਹ ਕਹਿੰਦੇ ਵੀ ਜਿਹੜੀ ਦਾਣੇ ਬਰੀਕ ਦੀ ਗੱਲ ਕਰਦੇ, ਕਿਉਂਕਿ ਮੋਸਟਲੀ ਕੰਬਾਈਨ ਨਾਲ ਕਟਾਈ ਹੁੰਦੀ ਹੈ, ਪਹਿਲਾਂ ਕੰਬਾਈਨ ਦਾ ਪੱਖਾ ਡਾ ਦਿੰਦਾ ਬਹੁਤੇ ਮਾੜੇ ਦਾਣੇ, ਫਿਰ ਉਦੋਂ ਬਾਅਦ ਜਿਹੜਾ ਮੰਡੀ 'ਚ ਪੱਖਾ ਲੱਗਦਾ ਉਹ ਡਾ ਦਿੰਦਾ। ਕਿਸੇ ਵੇਲੇ ਇਹ ਵੀ ਕਹਿੰਦੇ ਵੀ ਯਾਰ ਇੰਸਪੈਕਟਰ ਸਾਹਿਬ ਆਏ, ਉਹ ਕਹਿੰਦੇ ਵੀ ਬਾਕੀ ਤਾਂ ਠੀਕ ਆ, ਪੱਖਾ ਇੱਕ ਨਾ ਫੇਲ ਲਾ ਲਓ। ਉਹ ਜਿਹੜੇ ਪੱਖਿਆਂ ਦੇ ਵਿੱਚ ਦੀ ਨਿਕਲ ਕੇ ਦਾਣੇ ਉੱਥੇ ਗਏ, ਸ਼ਾਇਦ ਉਹ ਜਿਹੜੇ ਫਾਈਨਲ ਹੁਣ ਬੋਰੀਆਂ 'ਚ ਪਏ ਦਾਣੇ ਆ ਉਹ ਉਨੇ ਕਮਜ਼ੋਰ ਨਾ ਲੱਗਣ ਉਹਨਾਂ ਨੂੰ। ਇਹ ਇੱਕ ਲੌਜਿਕ ਚੱਲਦਾ। ਬਾਕੀ ਤਾਂ ਮੇਰੇ ਖਿਆਲ ਜਦੋਂ ਆਏ ਆ ਨਮੂਨੇ ਲੈਣਗੇ, ਉਹ ਆਪਣਾ ਕੀ ਲੌਜਿਕ ਦਿੰਦੇ ਟਾਈਮ ਦੱਸੂ। ਬਿਲਕੁਲ ਇੱਦਾਂ ਹੀ ਆ ਜੀ। ਤੇ ਬਾਕੀ ਆਪਣੇ ਗੁਆਂਢ ਦੇ ਵਿੱਚ ਸੰਧਾਲੀਆ ਸਾਹਿਬ ਹੁਣ 4-5 ਮਹੀਨੇ ਰਹਿ ਗਏ, ਵੋਟਾਂ ਨੇ ਹਿਮਾਚਲ ਪ੍ਰਦੇਸ਼ 'ਚ। ਕਾਂਗਰਸ ਦੀ ਵੀਰਭੱਦਰ ਸਿੰਘ ਦੀ ਅਗਵਾਈ 'ਚ ਬੜੀ ਲੰਬੀ ਸਮਾਂ ਸਰਕਾਰ ਰਹੀ, ਫਿਰ ਧੂਮਲ ਸਾਹਿਬ ਦੀ ਸਰਕਾਰ ਰਹੀ। ਚਲੋ ਹੁਣ ਧੂਮਲ ਸਾਹਿਬ ਇਲੈਕਸ਼ਨ ਹਾਰ ਗਿਆ ਸੀ, ਭਾਜਪਾ ਵੱਲੋਂ ਨਵੇਂ ਮੁੱਖ ਮੰਤਰੀ ਨੇ। ਹਾਲਾਤ ਦੇਖੋ ਕੀ ਹੋ ਗਿਆ ਕਿ ਜੈਰਾਮ ਠਾਕੁਰ ਹੋਰੀ ਨੇ CM ਕਿ ਆਮ ਆਦਮੀ ਪਾਰਟੀ ਨੇ ਉੱਥੇ ਪੈਰ ਧਰਾਵਾ ਕੀਤਾ। ਸਾਨੂੰ ਨਹੀਂ ਪਤਾ ਪੱਲੇ ਕੁਛ ਪੈਣਾ ਕਿ ਨਹੀਂ ਪੈਣਾ, ਪਰ ਹੁੰਦਾ ਨਾ ਕਿ ਭਾਈ ਜੇ ਭਾਈ ਪੁੱਛਣਾ ਫਿਰ ਗੰਢਿਆਂ ਦਾ ਜ਼ਰੂਰ ਪੁੱਛਣਾ, ਅਨਾਰਾਂ ਦਾ ਪੁੱਛਦੇ ਆ। ਅਨਾਰ ਜਿਹੜਾ ਮਹਿੰਗਾ ਹੁੰਦਾ ਵੱਡੀ ਗੱਲ ਹੋ ਜਾਂਦੀ ਹੈ ਥੋੜੀ ਜਿਹੀ, ਭਾਈ ਆਲੇ ਦੁਆਲੇ ਦੇ ਦੇ ਅੱਛਾ ਅਨਾਰ ਦਾ ਭਾਅ ਦੱਸਦਾ। ਅੱਜ ਕੱਲ੍ਹ ਜਿੱਦਾਂ ਮੰਨ ਲਓ ਕਿ ਜੇ ਜਾਣਾ ਹੀ ਹੈ ਨਿੰਬੂ ਦਾ ਭਾਅ ਪੁੱਛੋ ਭਾਈ, ਜੇ ਭਾਰਤ ਵਾਲਿਆਂ ਦਾ ਨਹੀਂ ਤਾਂ ਪਾਕਿਸਤਾਨ ਦਾ ਪੁੱਛ ਲਓ 1200-1400 ਕਿਲੋ ਆ, ਯਾਨੀ ਅਗਲੇ ਨੂੰ ਕਹੋ ਪਾਕਿਸਤਾਨ ਤੋਂ ਨਿੰਬੂ ਮੰਗਾ ਕੇ ਦੇ ਬਈ, ਕੀ ਰਸ ਬਹੁਤ ਹੁੰਦਾ, ਨਹੀਂ ਭਾਅ ਵੱਧ ਹੁੰਦਾ ਹੀ, ਕੀਮਤ ਬਣਦੀ ਹੈ। ਆਮ ਆਦਮੀ ਪਾਰਟੀ ਵੱਲੋਂ ਸਤਿੰਦਰ ਜੈਨ ਸਾਹਿਬ ਮੰਤਰੀ ਨੇ, ਇੰਚਾਰਜ ਨੇ, ਉਹ ਕਹਿੰਦੇ ਕਾਂਗਰਸ ਨਾ ਹੈ ਨਹੀਂ ਗਈ, ਬਸ ਮੁਕਾਬਲਾ ਸਾਡਾ ਭਾਜਪਾ ਨਾਲ, ਕਹਿੰਦੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਤੇ ਆਹ ਦੇਖੋ ਜੀ ਇੰਨੇ ਬੰਦੇ ਅਸੀਂ ਵੱਖ-ਵੱਖ ਪਾਰਟੀਆਂ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਕਰ ਲਏ। ਇੱਦਾਂ ਹੀ ਉਹ ਇੱਥੇ ਕਹਿੰਦੇ ਹੁੰਦੇ ਸੀ ਕਿ ਸਾਡਾ ਜੀ ਮੁਕਾਬਲਾ ਫਲਾਣੇ ਦਾ ਬਾਹਰ ਨੇ, ਉਸ ਮੁਕਾਬਲੇ 'ਚ ਹੀ ਨਹੀਂ। ਉਹੀ ਰਣਨੀਤੀ ਉਹਨਾਂ ਨੇ ਹਿਮਾਚਲ 'ਚ ਕਰ ਲਈ ਹੈ। ਪੰਜਾਬੀਆਂ ਨੇ ਤੇ ਇੱਕ ਇਲੈਕਸ਼ਨ ਦੇ ਵਿੱਚ ਬਹੁਤਾ ਸਾਥ ਨਹੀਂ, ਦੂਜੀ ਦੇਤਾ। ਹਿਮਾਚਲ ਵਾਲੇ ਕੀ ਕਰਦੇ ਪਤਾ ਲੱਗੂ। ਇਹ ਤਾਂ ਗੱਲ ਹੈਗੀ, ਪਰ ਚਲੋ ਅਗਲਿਆਂ ਦੀ ਰਣਨੀਤੀ ਸੇਮ ਹੈ। ਇੰਨਾ ਜ਼ਰੂਰ ਹੈ ਵੀ ਪੰਜਾਬ 'ਚ ਉਹਨਾਂ ਕੋਲੇ ਕਹਿਣ ਨੂੰ ਸਿਰਫ ਦਿੱਲੀ ਸੀ ਜੀ, ਹੁਣ ਹਿਮਾਚਲ 'ਚ ਦਿੱਲੀ ਦੇ ਨਾਲ ਪੰਜਾਬ ਵੀ ਹੈਗਾ। ਅਸਰ ਪੈਂਦਾ ਨਹੀਂ ਪੈਂਦਾ ਉਹ ਟਾਈਮ ਨੇ ਦੱਸਣਾ ਜੀ। ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।